जी ਹੁਣ एवरीथिंग इज बीइंग रिकॉर्डेड। ਜੇ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਪਹਿਲਾਂ ਜਦੋਂ ਕਾਲਜ ਲਗਾਉਂਦੇ ਸੀ ਤੇ ਪਹਿਲਾਂ ਅਸੀਂ ਸੈਚਰਡੇ ਦਾ ਹੁਕਮਨਾਮਾ ਹੀ ਕਰਦੇ ਸੀ। ਸੋ ਅੱਜ ਵੀ ਅਸੀਂ ਕੁਝ ਜਿਹੜਾ ਚੇਂਜਸ ਨੇ ਉਹ ਇਸ ਤਰ੍ਹਾਂ ਕਿ ਪਹਿਲਾਂ ਮੂਲ ਮੰਤਰ ਤੇ ਸ਼ਲੋਕ ਪੜ੍ਹਿਆ ਜਾਏਗਾ। ਦਵਿੰਦਰ ਜੀ ਪੜ੍ਹ ਲੈਣਗੇ ਮੂਲ ਮੰਤਰ ਤੇ ਸ਼ਲੋਕ। ਉਸ ਤੋਂ ਬਾਅਦ ਅੱਜ ਦਾ ਹੁਕਮਨਾਮਾ ਜਿਹੜਾ ਉਹਦਾ ਰਹਾਓ ਤੱਕ ਦਾ ਜਿਹੜੇ ਵਰਸਿਸ ਨੇ ਉਹ ਮੈਂ ਕਰਾਂਗਾ। ਪਰ ਇਹਦੇ ਬਾਅਦ ਜਦੋਂ ਗੁਰਦੀਪ ਦੀ ਵਾਰੀ ਆਏਗੀ ਉਹ ਪੂਰੇ ਦਾ ਪੂਰਾ ਅੱਜ ਦਾ ਜਿਹੜਾ ਹੁਕਮਨਾਮਾ ਉਹ ਕਰਨਗੇ। ਸੈਚਰਡੇ ਦਾ ਹੁਕਮਨਾਮਾ ਹਮੇਸ਼ਾ ਅਸੀਂ ਪੂਰਾ ਕਰਿਆ ਕਰਾਂਗੇ। ਇਹਦੇ ਬਾਅਦ ਅੱਜ ਕਿਉਂਕਿ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਦਾ, ਅਸੀਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਸਟੈਟਿਸਟਿਕ ਛੱਡ ਕੇ ਕੁਝ ਉਹਨਾਂ ਦੇ ਜੀਵਨ ਦੇ ਬਾਰੇ ਗੱਲ ਕਰਾਂਗੇ। ਸਜੈਸ਼ਨ ਆਈ ਸੀ ਵੀ ਅਸੀਂ ਸਿੱਖ ਹਿਸਟਰੀ ਦੇ ਬਾਰੇ ਗੱਲ ਕਰੀਏ। ਕਿਸੇ ਜ਼ਮਾਨੇ 'ਚ ਸ਼ੁਰੂ ਕੀਤੀ ਸੀ ਪਰ ਉਹ ਸ਼ਾਇਦ ਅਧੂਰੀ ਰਹਿ ਗਈ ਆ। ਤੇ ਅੱਜ ਅਸੀਂ ਸਿੱਖ ਹਿਸਟਰੀ ਪੋਸਟ ਗੁਰੂ ਪੀਰੀਅਡ ਸ਼ੁਰੂ ਕਰਾਂਗੇ ਔਰ ਬੰਦਾ ਬਹਾਦਰ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਇਸ ਤੋਂ ਬਾਅਦ ਆਨੰਦ ਸਾਹਿਬ ਦੀ ਚੌਥੀ ਪੌੜੀ, ਸ਼ਲੋਕ ਮਹੱਲੇ 9ਵੇਂ ਦੇ 2 ਸ਼ਲੋਕ। ਫਿਰ ਡਾਕਟਰ ਸਿੱਧੂ ਵਜ਼ੀਰ ਜੀ ਮਨ ਦੇ ਬਾਰੇ ਗੱਲ ਕਰਨਗੇ। ਸੁਖਮਨੀ ਸਾਹਿਬ ਦੀਆਂ 2 ਹੀ ਅਸ਼ਟਪਦੀਆਂ ਰਹਿ ਗਈਆਂ। ਸੋ ਅੱਜ 23rd ਅਸ਼ਟਪਦੀ ਹੈ ਔਰ ਉਸ ਤੋਂ ਬਾਅਦ ਹੁਕਮ ਭਾਦੋਂ ਦਾ ਮਹੀਨਾ ਚੜ੍ਹਿਆ ਉਹਦੇ ਬਾਰੇ ਨਵਤੇਜ ਕੁਛ ਕਹਿਣਾ ਚਾਹੁੰਦਾ। ਸੋ ਉਹੀ ਵਿਲ ਇਲਸਟ੍ਰੇਟ ਦੈਟ। ਫਿਰ ਬਾਕੀ ਜਿਹੜੇ ਹੁਕਮਨਾਮੇ ਨੇ ਵੀ ਵਿਲ ਡਿਸਕਸ ਅਬਾਊਟ ਦੈਟ। ਤੇ ਫਿਰ ਅਰਲੀ ਮਾਰਨਿੰਗ ਸ਼ਬਦ ਤੇ ਲਾਸਟ ਵਿੱਚ ਅਨੰਦਪੁਰ ਸਾਹਿਬ ਆਨੰਦ ਸਾਹਿਬ ਦੀ 40ਵੀਂ ਪੌੜੀ। ਠੀਕ ਹੈ, ਕਈ ਵਾਰੀ ਜਿਹੜੀ ਵਕਤ ਦੀ ਵੰਡ ਹੈ ਉਹ ਇੰਨੀ ਠੀਕ ਨਹੀਂ ਹੁੰਦੀ ਪਰ ਕੋਸ਼ਿਸ਼ ਕਰਾਂਗੇ ਕਿ ਅਗਰ ਅਸੀਂ ਕੋਈ ਟਾਈਮ ਰੱਖ ਲਈਏ ਕਿ ਹਰ ਚੀਜ਼ ਵਾਸਤੇ ਕੀ ਟਾਈਮ ਹੋਏ। ਪਰ ਨਾਰਮਲੀ ਜਦੋਂ ਤੁਸੀਂ ਇਹੋ ਜਿਹੀਆਂ ਕਲਾਸਾਂ ਲਗਾਉਂਦੇ ਹੋ ਤੇ ਟਾਈਮ ਦੀ ਬੰਦਿਸ਼ ਨਾਲ ਹਰ ਚੀਜ਼ ਤੁਹਾਨੂੰ ਅਧੂਰੀ ਰਹਿ ਜਾਂਦੀ ਹੈ। ਬਟ ਐਨੀਵੇ ਵੀ ਵਿਲ ਟਰਾਈ ਵੀ ਹਰ ਇੱਕ ਦੀ ਜਿਹੜੀ ਸੁਜੈਸ਼ਨ ਹੈ ਅਸੀਂ ਉਹਨੂੰ ਪੂਰਾ ਕਰੀਏ। ਤੇ ਮੈਂ ਕਹਾਂਗਾ ਹੁਣ ਦਵਿੰਦਰ ਨੂੰ ਕਿ ਉਹ ਅੱਜ ਦੇ ਸ਼ੁਰੂ ਮੂਲ ਮੰਤਰ ਸ਼ਲੋਕ ਜੀ ਨਾਲ ਕਰਨ ਤੇ ਉਸ ਤੋਂ ਬਾਅਦ ਆਲ ਟੇਕ ਓਵਰ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸੈਚਰਡੇ ਦਾ ਹੁਕਮਨਾਮਾ ਹੈ ਰਾਗ ਧਨਾਸਰੀ ਦਾ ਔਰ ਗੁਰੂ ਅਰਜਨ ਦੇਵ ਜੀ ਦਾ 4 ਪਦੇ ਦਾ ਸ਼ਬਦ ਹੈ। ਜਿਸ ਤਰ੍ਹਾਂ ਮੈਂ ਕਿਹਾ ਵੀ ਅਸੀਂ ਸੈਚਰਡੇ ਦਾ ਹੁਕਮਨਾਮਾ ਪਹਿਲਾਂ ਪੜ੍ਹਿਆ ਕਰਾਂਗੇ। ਅਗਰ ਅਸੀਂ ਇਹ ਕਹੀਏ ਕਿ ਅਸੀਂ 4 ਪਦੇ ਪੜ੍ਹਿਆ ਕਰਾਂਗੇ, ਹੋ ਸਕਦਾ ਕਿਉਂਕਿ ਮੋਸਟਲੀ ਸ਼ਬਦ ਦੇ 4 ਪਦੇ ਦੇ ਹੀ ਹੁੰਦੇ ਨੇ। ਜੇ ਇੱਕ ਅਸ਼ਟਪਦੀ ਆ ਗਈ ਉਹ ਚੂੰਕਿ ਸ਼ਬਦ ਲੰਬਾ ਹੈ ਪਰ ਅਸੀਂ ਫਿਰ ਵੀ ਉਹਦੇ 4 ਪਦੇ ਕਰਾਂਗੇ। ਕਈ ਵਾਰੀ ਅਸੀਂ ਦੇਖਦੇ ਹਾਂ, ਮਹਿਸੂਸ ਕਰਦੇ ਹਾਂ ਔਰ ਤੁਹਾਨੂੰ ਲੋਕਾਂ ਕੋਲੋਂ ਤੁਹਾਨੂੰ ਵਿਊਜ਼ ਆਉਂਦੇ ਨੇ ਕਿ ਕਈ ਵਾਰੀ ਅਗਰ ਇੱਕ ਪਦਾ ਅਸੀਂ ਕਰਕੇ ਸ਼ਬਦ ਛੱਡ ਦਿੰਦੇ ਹਾਂ ਤੇ ਸ਼ਬਦ ਦੀ ਵੀ ਪੂਰੀ ਜਿਹੜੀ ਹੈ ਥੀਮ ਉਹ ਵਿਊਅਰਸ ਤੱਕ ਨਹੀਂ ਪਹੁੰਚਦੀ। ਤਾਂ ਕੋਸ਼ਿਸ਼ ਕਰਾਂਗੇ ਵੀ ਜਿੰਨੇ ਵੀ ਸ਼ਬਦ ਅਸੀਂ ਕਰੀਏ, ਵਜ਼ੀਰ ਜੀ ਮੇਰੇ ਨਾਲ ਸਹਿਮਤ ਨੇ ਕਿ ਅਸੀਂ ਜਿੰਨੇ ਵੀ ਸ਼ਬਦ ਕਰੀਏ ਭਾਵੇਂ 1 ਦਿਨ ਦੇ ਕਰੀਏ ਭਾਵੇਂ 2 ਦਿਨ ਦੇ ਕਰੀਏ, ਅਗਰ ਅਸੀਂ ਪੂਰਾ ਸ਼ਬਦ ਕਰੀਏ ਤੇ ਲੋਕਾਂ ਤੱਕ ਸੁਨੇਹਾ ਜਿਹੜਾ ਸਾਡਾ ਠੀਕ ਪਹੁੰਚੇਗਾ। ਅੱਜ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਉਹਦੇ ਵਿੱਚ 2 ਵਾਹਿਗੁਰੂ ਵਾਸਤੇ ਜਿਹੜੇ ਵਰਡ ਯੂਜ਼ ਕੀਤੇ ਨੇ, ਸਾਈਂ ਤੇ ਗੁਸਾਈਂ। ਪਰਮਾਤਮਾ ਸਾਡਾ ਮਾਲਕ ਹੈ। ਸਾਈਂ ਵਰਡ ਜਿਹੜਾ ਤੇ ਪੰਜਾਬ ਦੇ ਪਿੰਡਾਂ ਦਾ ਵਰਡ ਵੀ ਹੈ ਔਰ ਮੇਰੇ ਖਿਆਲ ਥਰੂ ਆਊਟ ਇੰਡੀਆ ਵੀ ਯੂਜ਼ ਕੀਤਾ ਜਾਂਦਾ। ਹਸਬੈਂਡ ਵਾਸਤੇ ਯੂਜ਼ ਹੁੰਦਾ, ਮੇਰਾ ਸਾਈਂ ਆ ਉਹ। ਜੋ ਅਕਾਲ ਪੁਰਖ ਨੂੰ ਚੂੰਕਿ ਗੁਰੂ ਨਾਨਕ ਸਾਹਿਬ ਸਿੱਖ ਗੁਰੂ ਆਪਣਾ ਹਸਬੈਂਡ ਹੀ ਕਹਿੰਦੇ ਸਨ। ਪਾਣੀ ਪੱਖਾ ਪੀਸੋਂ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ
मन नाम समारे, ਇਹ ਵਿਸਰਾਮ ਨਿਤ। ਦੋ ਗੱਲਾਂ ਉਹਨਾਂ ਨੇ ਕਹੀਆਂ, ਸਰਵਸ ਤੇ ਨਾਮ, ਸੇਵਾ ਤੇ ਨਾਮ। ਜੇ ਅਸੀਂ ਕਰ ਸਕਦੇ ਹਾਂ ਆਪਣੇ ਜੀਵਨ ਦੇ ਵਿੱਚ ਮਹਾਂਪੁਰਖਾਂ ਦੀ ਸੇਵਾ, ਗੁਰੂ ਘਰ ਦੀ ਸੇਵਾ, ਨਾਮ ਜਪਣਾ, ਤੇ ਫਿਰ ਇਹ ਵਿਸਰਾਮ ਨਿੱਧ ਪਾਈ। ਨਿੱਧ ਤੇ ਤੁਹਾਨੂੰ ਪਤਾ ਹੈ ਖਜ਼ਾਨੇ ਨੂੰ ਕਹਿੰਦੇ ਨੇ, ਤੇ ਵਿਸਰਾਮ ਹੈ ਸੁਖ ਸ਼ਾਂਤੀ, ਤੇ ਫਿਰ ਸੁਖ ਸ਼ਾਂਤੀ ਦੇ ਖਜ਼ਾਨੇ ਤੁਹਾਨੂੰ ਸਾਰਿਆਂ ਨੂੰ ਮਿਲ ਸਕਦੇ ਨੇ। ਤੇ ਸ਼ੁਰੂ ਕਰਦੇ ਨੇ ਉਹ, ਤੁਮ ਕਰੋ ਦਇਆ ਮੇਰੇ ਸਾਈਂ। ਇਹ ਅਕਾਲ ਪੁਰਖ ਹੈ ਵਾਹਿਗੁਰੂ, ਤੂੰ ਸਾਡੇ ਤੇ ਬਖਸ਼ਿਸ਼ ਕਰ, ਐਸੀ ਮਤ ਦੀਜੇ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਕਿ ਮੇਰੇ ਮਾਲਕ ਇੰਨੀ ਮਤ ਦੇ ਕਿ ਮੈਂ ਆਪਣੇ ਹਰ ਸਾਹ ਦੇ ਨਾਲ ਤੈਨੂੰ ਧਿਆਵਾਂ। ਅੱਜ ਚੂੰਕਿ ਨਵਤੇਜ ਨੇ ਗੁਰਦੀਪ ਜੀ ਨੂੰ ਇਹ ਸ਼ਬਦ ਦਿੱਤਾ ਹੋਇਆ, ਸੋ ਮੈਂ ਸਿਰਫ ਇਹਦੀ ਓਪਨਿੰਗ ਹੀ ਕੀਤੀ ਹੈ। ਪੂਰਾ ਸ਼ਬਦ ਮੈਂ ਰਿਕੁਐਸਟ ਕੀਤੀ ਹੈ ਗੁਰਦੀਪ ਨੂੰ ਕਿ ਉਹ ਪੂਰਾ ਸ਼ਬਦ ਜਿਹੜਾ ਉਹਦਾ ਉਲਟਾ ਕਰਨਗੇ, ਉਹਦਾ ਟ੍ਰਾਂਸਲੇਸ਼ਨ ਕਰਨਗੇ ਜਦੋਂ ਉਹਨਾਂ ਦੀ ਵਾਰੀ ਆਏਗੀ। ਗੁਰੂ ਅਰਜਨ ਦੇ ਬਾਰੇ ਅਸੀਂ ਉਹਨਾਂ ਦੀ ਸਟੈਟਿਸਟਿਕਸ ਛੱਡ ਕੇ, ਕਿਉਂਕਿ ਸਟੈਟਿਸਟਿਕਸ ਦੇ ਬਾਰੇ ਕਿਹਾ, ਇਹ ਵਿਚਾਰ ਹੋਇਆ ਵੀ ਬਹੁਤ ਜ਼ਿਆਦਾ ਅਸੀਂ ਕਹਿ ਚੁੱਕੇ ਹਾਂ ਕਿ ਸ਼ਾਇਦ ਲੋਕਾਂ ਨੂੰ ਬਹੁਤੀ ਸਟੈਟਿਸਟਿਕਸ ਪਸੰਦ ਨਹੀਂ ਹੈ। ਕੋਈ ਗੱਲ ਨਹੀਂ, ਕਿਉਂਕਿ ਲੋਕਾਂ ਦਾ ਕਹਿਣਾ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਦੀ ਗੱਲ ਸੁਣੀਏ। ਸੋ ਅੱਜ ਅਸੀਂ ਇਹ ਦੇਖਾਂਗੇ ਕਿ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜੀਵਨ ਅੱਜ ਅਸੀਂ ਕਿਸੇ ਨੂੰ ਸੁਣਾਉਣਾ, ਉਹਨਾਂ ਦਾ ਜੀਵਨ ਜਿਹੜਾ ਸ਼ਾਇਦ ਅਸੀਂ ਡਾਇਰੈਕਟ ਕਿਤਾਬਾਂ 'ਚੋਂ ਨਹੀਂ ਪੜ੍ਹ ਸਕਦੇ, ਸੋ ਅਸੀਂ ਉਹੀ ਗੱਲ ਕਰਿਆ ਕਰਾਂਗੇ ਇੱਥੇ ਜਿਹੜੀ ਡਾਇਰੈਕਟ ਕਿਤਾਬਾਂ ਵਿੱਚੋਂ ਨਹੀਂ ਲੱਭਦੀ। ਗੁਰੂ ਅਰਜਨ ਦੇਵ ਜੀ ਦਾ ਜੀਵਨ ਗੁਰੂ ਘਰ ਦੇ ਨਾਲ ਕਿੱਥੇ ਕਿੱਥੇ ਜੁੜਿਆ ਸੀ ਤੇ ਕਿੰਨੇ ਕਿੰਨੇ ਸਾਲ ਗੁਰੂ ਘਰ ਦੇ ਨਾਲ ਜੁੜਿਆ ਰਿਹਾ। ਕੋਈ ਕੁਝ ਕਹਿ ਸਕਦਾ? ਪਰਮ ਜੀ। ਉਹ ਗੁਰੂ ਰਾਮਦਾਸ ਜੀ ਦੇ ਗੁਰੂ ਬਣਨ ਤੋਂ ਪਹਿਲਾਂ ਹਾਂਜੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਗੁਰੂ ਘਰ ਦੇ ਨਾਲ ਕਿਵੇਂ ਜੁੜਿਆ ਰਿਹਾ, ਉਹ ਕਿੱਥੇ ਜੁੜਿਆ ਰਿਹਾ, ਕਿੰਨੇ ਕਿੰਨੇ ਸਾਲ ਜੁੜਿਆ ਰਿਹਾ। ਉਹ ਸ਼ੁਰੂ ਗੁਰੂ ਦੇ ਘਰਾਂ ਦੇ ਵਿੱਚ ਜਨਮ ਹੀ ਲਿਆ। ਉੱਚੀ ਬੋਲ ਜਰਾ। ਹਾਂ, ਸ਼ੁਰੂ ਗੁਰੂਆਂ ਦੇ ਘਰ ਦੇ ਵਿੱਚ ਜਨਮ ਲਿਆ ਸੀਗਾ। ਅਗਰ ਅਸੀਂ ਪਿੱਛੋਂ ਚੱਲੀਏ ਪਰਮਜੀਤ, ਕਿੰਨੇ ਸਾਲ ਦੀ ਉਮਰ 'ਚ ਗੁਰੂ ਬਣੇ ਨੇ? 18 ਸਾਲ। ਹੁਣ ਪਿੱਛੇ ਚੱਲ, ਤੂੰ ਸ਼ੁਰੂ ਕੀਤਾ, ਉਹਨਾਂ ਦਾ ਜਨਮ ਗੁਰੂ ਘਰ ਵਿੱਚ ਹੋਇਆ। ਹਾਂਜੀ। ਉਹ ਕਿਹੜੀ ਜਗ੍ਹਾ ਸੀ? ਗੋਬਿੰਦਵਾਲ। ਉੱਥੇ ਕਿਹੜੇ ਕਿਹੜੇ ਗੁਰੂ ਸਨ? ਉੱਥੇ ਸੀ ਗੁਰੂ ਰਾਮਦਾਸ ਜੀ ਤੇ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਮਰਦਾਸ ਜੀ। ਉੱਥੇ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਦੋਨੋਂ ਸਨ। ਤੇ ਗੁਰੂ ਅਰਜਨ ਦੇਵ ਜੀ ਉੱਥੇ ਸਨ ਦੋਨੋਂ ਗੁਰੂਆਂ ਦੇ ਕੋਲ। ਠੀਕ ਹੈ, ਉਹ ਤਾਂ ਗੁਰੂ ਰਾਮਦਾਸ ਵਾਲੇ ਗੁਰੂ ਨਹੀਂ ਸੀ ਬਣੇ, ਗੁਰੂ ਅਮਰਦਾਸ ਗੁਰੂ ਸਨ। ਹਾਂਜੀ। ਉੱਥੇ ਉਹ ਕਿੰਨੇ ਸਾਲ ਰਹੇ ਨੇ? ਉੱਥੇ ਉਹ I don't know. Sorry, pass. ਗੁਰੂ ਬਣੇ 18 ਸਾਲ। 12 ਸਾਲ ਉਹ ਗੋਇੰਦਵਾਲ ਵਿੱਚ ਸਨ। ਫਿਰ ਉਹ ਅੰਮ੍ਰਿਤਸਰ ਸਾਹਿਬ ਆਏ। ਇੱਥੇ ਵੀ ਗੁਰੂ ਬਣਨ ਤੋਂ ਪਹਿਲਾਂ ਉਹ 6 ਸਾਲ ਰਹੇ ਨੇ ਅੰਮ੍ਰਿਤਸਰ ਸਾਹਿਬ। ਉਹ ਕਿਤੇ ਨਾ ਕਿਹੜੇ ਗੁਰੂ ਨਾਲ ਰਹੇ ਨੇ? ਰਾਮਦਾਸ। ਗੁਰੂ ਰਾਮਦਾਸ ਜੀ ਨਾਲ। ਤੁਸੀਂ ਜੀ? ਗੁਰੂ ਤੀਜੇ ਤੇ ਚੌਥੇ ਗੁਰੂ ਨਾਲ। ਨਹੀਂ, ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨਾਲ। ਅੰਮ੍ਰਿਤਸਰ ਚੌਥੇ ਗੁਰੂ ਉਹਦੇ ਫਾਦਰ। ਅੰਮ੍ਰਿਤਸਰ ਉਹ ਆਪਣੇ ਫਾਦਰ ਗੁਰੂ ਰਾਮਦਾਸ ਜੀ ਦੇ ਨਾਲ ਰਹੇ ਨੇ। ਸੋ ਉਹਨੇ ਯਾਦ ਰੱਖੋ, ਉਹਨਾਂ ਦਾ ਜੀਵਨ ਜਿਹੜਾ, ਜੇ ਤੁਸੀਂ ਜੀਵਨ ਕਿਸੇ ਨੂੰ ਸੁਣਾਉਣਾ ਹੈ ਅਪਾਰਟ ਫਰੋਮ ਉਹਨਾਂ ਦੇ ਡੇਟ ਆਫ ਬਰਥ ਵਗੈਰਾ, ਕਿ ਗੁਰੂ ਸਾਹਿਬ ਦਾ ਸਾਰਾ ਜੀਵਨ ਗੁਰੂਆਂ ਦੇ ਨਾਲ ਜੁੜਿਆ ਹੋਇਆ ਸੀ। ਅਗਰ ਉਹ 12 ਸਾਲ ਗੋਇੰਦਵਾਲ ਰਹੇ ਨੇ, ਉੱਥੇ ਗੁਰੂ ਅਮਰਦਾਸ ਵੀ ਸਨ ਤੇ ਜੇਠਾ ਵੀ ਸੀ, ਗੁਰੂ ਰਾਮਦਾਸ ਜੀ ਵੀ ਸਨ। ਉਹ ਗੁਰੂ ਬਣਨ ਤੋਂ ਪਹਿਲਾਂ ਤੇ ਗੁਰੂ ਬਣਨ ਤੋਂ ਬਾਅਦ। ਫਿਰ ਉਹ ਅੰਮ੍ਰਿਤਸਰ ਸਾਹਿਬ ਆਏ, ਹਾਲੇ ਉਹ ਗੁਰੂ ਨਹੀਂ ਬਣੇ। 6 ਸਾਲ ਉਹ ਆਪਣੇ ਫਾਦਰ ਦੇ ਕੋਲ ਰਹੇ। ਇਹ 18 ਸਾਲ ਉਹਨਾਂ ਨੇ ਗੁਰਬਾਣੀ ਸੁਣੀ ਹੈ, ਜਿਹਦਾ ਜ਼ਿਕਰ ਮੈਂ ਕਈ ਵਾਰੀ ਕੀਤਾ ਕਿ ਉਹਨਾਂ ਨੇ ਹੁਣ ਚੁੱਕੇ ਗੁਰੂ ਗ੍ਰੰਥ ਸਾਹਿਬ ਦੀ ਨੀਂਹ ਧਰਨੀ ਹੈ। 18 ਸਾਲ ਉਹ ਆਲਰੇਡੀ ਗੁਰੂ ਘਰ ਵਿੱਚ ਰਹਿ ਚੁੱਕੇ ਨੇ, ਗੁਰਬਾਣੀ ਸੁਣ ਚੁੱਕੇ ਨੇ। ਇੱਕ ਥੋੜੀ ਜਿਹੀ ਗੁਲਝਣ ਆ ਗਈ ਜੀ ਇੱਥੇ। ਹਾਂਜੀ। ਅਸੀਂ
ਅਸੀਂ ਸਾਖੀਆਂ ਪੜ੍ਹਦੇ ਹਾਂ ਕਿ ਗੁਰੂ ਅਰਜਨ ਦੇਵ ਰੁੜਦਾ ਆਪਣੇ ਨਾਨੇ ਦੇ ਮੰਜੇ ਦੇ ਕੋਲੇ ਆ ਗਿਆ। ਹਾਂਜੀ ਹਾਂਜੀ, ਉਹ ਕਿਹਾ ਨਾ ਸੀ ਗੋਇੰਦਵਾਲ। ਜਦੋਂ ਜੰਮਿਆ ਹੈ ਹਾਂਜੀ ਉਦੋਂ ਆਪਣੇ ਨਾਨੇ ਦੇ ਘਰ ਜੰਮਿਆ। ਠੀਕ, ਗੋਇੰਦਵਾਲ ਉਹ 12 ਸਾਲ ਰਹੇ ਨੇ, ਆਪਣੇ ਨਾਨਾ ਵੀ ਸੀ ਤੇ ਆਪਣੇ ਫਾਦਰ ਵੀ ਸਨ। ਫਿਰ ਇਹਨਾਂ ਨੇ ਜਦੋਂ ਮਿਸ਼ਨਰੀ ਵਰਕ ਸ਼ੁਰੂ ਕੀਤਾ, ਗੁਰੂ ਅਰਜਨ ਦੇਵ ਜੀ ਨੇ ਪੰਜਾਬ ਦਾ ਦੌਰਾ ਕੀਤਾ। ਖਡੂਰ ਸਾਹਿਬ ਕਿਹੜੇ ਗੁਰੂ ਨਾਲ ਜੁੜਿਆ? Guru Angad Dev Ji. ਗੁਰੂ ਅੰਗਦ, ਗੋਇੰਦਵਾਲ, Guru Amrdas Ji. ਗੋਬਿੰਦਪੁਰ। ਇਹ ਸ਼ਹਿਰ ਦਾ ਨਾਂ ਇੱਕ ਚੇਂਜ ਹੋਇਆ ਸੀ, ਉਹ ਕਿਹੜੇ ਗੁਰੂ ਨੇ ਚੇਂਜ ਕੀਤਾ ਤੇ ਕਿਵੇਂ ਚੇਂਜ ਕੀਤਾ ਵਜ਼ੀਰ ਜੀ? ਇਹ ਗੋਂਦਾ ਖੱਤਰੀ ਸੀ ਜਿਹਨੇ ਪਿੰਡ ਵਸਾਉਣਾ ਚਾਹੁੰਦਾ ਸੀ। ਉਹ ਫਿਰ ਦੂਜੇ ਗੁਰੂ ਅੰਗਦ ਦੇ ਕੋਲੇ ਆਇਆ ਵੀ ਮੇਰਾ ਪਿੰਡ ਨਹੀਂ ਬਸਦਾ, ਇੱਥੇ ਕੋਈ ਭੂਤ ਭਾਤ ਰਹਿੰਦੇ ਨੇ, ਮੈਂ ਉਸਾਰੀ ਕਰਦਾ, ਉਜਾੜ ਦਿੰਦੇ ਨੇ। ਤੇ ਉਹਨਾਂ ਨੇ ਫਿਰ ਗੁਰੂ ਅਮਰਦਾਸ ਨੂੰ ਕਿਹਾ ਸੀ ਕਿ ਤੂੰ ਇਹ ਛੱਟੀ ਲੈ ਤੇ ਉੱਥੇ ਜਾ ਗੋਬਿੰਦਵਾਲ। ਉਹ ਗੋਂਦੇ ਦੇ ਨਾਂ ਤੇ ਗੋਬਿੰਦਵਾਲ ਸ਼ੁਰੂ ਹੋਏਗਾ। ਇਸੇ ਗੋਬਿੰਦਪੁਰ ਦਾ ਫਿਰ ਨਾਂ ਕਿਹੜੇ ਗੁਰੂ ਨੇ ਚੇਂਜ ਕੀਤਾ ਤੇ ਕੀ ਨਾਂ ਕੀ ਬਣਿਆ? ਤੁਸੀਂ ਹਰ ਵੀਕ ਪੜ੍ਹਦੇ ਹੋ ਗੁਰਦੀਪ? ਹਰਗੋਬਿੰਦਪੁਰ ਗੁਰੂ ਹਰਗੋਬਿੰਦ ਜੀ ਸਾਹਿਬ। ਹਾਂਜੀ, ਗੁਰੂ ਹਰਗੋਬਿੰਦ ਜੀ ਦੀ ਕਿਤਾਬ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਵੇਲੇ ਦੁਬਾਰਾ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ, ਉਹਨਾਂ ਨੇ ਜਿਨ੍ਹਾਂ ਦਾ ਕਬਜ਼ਾ ਸੀ, ਉਹ ਜਦੋਂ ਜੇਲ੍ਹ ਵਿੱਚ ਸਨ ਉਹਨਾਂ ਦਾ ਕਬਜ਼ਾ ਕਰ ਲਿਆ ਸੀ, ਤੇ ਉਹ ਫਿਰ ਜਦੋਂ ਆਏ ਨੇ ਦੁਬਾਰਾ ਉਹਨਾਂ ਨੇ ਰੀਪੋਸੈਸ ਕੀਤਾ ਤੇ ਫਿਰ ਉਹਨਾਂ ਨੇ ਇਹਦਾ ਨਾਂ ਹਰਗੋਬਿੰਦਪੁਰ ਰੱਖਿਆ। ਡੇਰਾ ਬਾਬਾ ਨਾਨਕ ਕਿਵੇਂ ਰਿਲੇਟ ਕਰਦਾ ਗੁਰੂ ਅਰਜਨ? ਡੇਰਾ ਬਾਬਾ ਨਾਨਕ, ਉੱਥੇ ਉਹਨਾਂ ਦੇ ਨਾਂ, ਹਾਂਜੀ ਜਗਵਿੰਦਰ? ਉੱਥੇ ਉਹਨਾਂ ਦੇ ਨਾਨਕੇ ਸੀਗੇ? ਨਹੀਂ, ਨਾਨਕੇ ਤੇ ਨਹੀਂ। ਗੁਰੂ ਅਰਜਨ ਦੇਵ ਜੀ ਦਾ ਉੱਥੇ ਪੂਰਾ ਉਸ ਕੰਪਲੈਕਸ ਦੇ ਵਿੱਚ ਇੱਕ ਹਾਲ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਦੀ ਪੱਟੀ ਲੱਗੀ ਆ ਕਿ ਉੱਥੇ ਗੁਰੂ ਅਰਜਨ ਦੇਵ ਜੀ ਆਪਣੀ ਯਾਤਰਾ ਦੇ ਵਿੱਚ ਡੇਰਾ ਬਾਬਾ ਨਾਨਕ ਗਏ ਨੇ। ਗੁਰੂ ਨਾਨਕ ਸਾਹਿਬ ਦੇ ਕਿਹੜੇ ਬੇਟੇ ਦਾ ਵਿਆਹ ਹੋਇਆ ਸੀ? ਛੋਟੇ ਬੇਟੇ ਦਾ ਨਾਂ ਕੀ ਹੈ? ਲక్ష్ਮੀ ਚੰਦ। ਲక్ష్ਮੀ ਦਾਸ ਦੇ ਵਿਆਹ ਹੋਇਆ ਸੀ। ਲక్ష్ਮੀ ਚੰਦ ਦੇ ਪੁੱਤਰ ਦਾ ਨਾਂ ਹੈ ਧਰਮਦਾਸ। ਹਾਂਜੀ, ਧਰਮਦਾਸ ਦੀ ਡੈਥ ਜਦੋਂ ਹੋਈ ਹੈ, ਉੱਥੇ ਉਹਦੀ ਕਿਰਿਆ ਤੇ ਗੁਰੂ ਅਰਜਨ ਦੇਵ ਜੀ ਡੇਰਾ ਬਾਬਾ ਨਾਨਕ ਗਏ ਨੇ। ਉੱਥੇ ਉਹਨਾਂ ਨੇ ਕੀਰਤਨ ਕੀਤਾ ਤੇ ਉਸ ਸਥਾਨ ਤੇ ਵੀ ਉਹਨਾਂ ਨੇ ਚੌਗਿਰਦੀ ਬਣਾ ਕੇ ਗੁਰਦੁਆਰਾ ਛੋਟਾ ਜਿਹਾ, ਜਿਸ ਤਰ੍ਹਾਂ ਬਾਬਾ ਅਟਲ ਦਾ ਗੁਰਦੁਆਰਾ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਹੈ, ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਕੰਪਲੈਕਸ ਵਿੱਚ ਵੀ ਕਈ ਛੋਟੇ ਛੋਟੇ ਗੁਰਦੁਆਰੇ ਹੈ ਨੇ। ਸੋ ਗੁਰੂ ਅਰਜਨ ਦੇ ਨਾਮ ਜੀ ਦਾ ਗੁਰਦੁਆਰਾ ਵੀ ਉੱਥੇ ਹੈ। ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਨੇ ਲక్ష్ਮੀ ਚੰਦ ਦੇ ਬੇਟੇ, ਜਿਹਦਾ ਨਾਮ ਧਰਮਦਾਸ ਹੈ, ਬਾਬਾ ਧਰਮਦਾਸ, ਉਹਦੀ ਕ੍ਰਿਮੇਸ਼ਨ ਤੇ ਉੱਥੇ ਜਾ ਕੇ ਉਹਨਾਂ ਨੇ ਕੀਰਤਨ ਕੀਤਾ ਸੀ। ਬਡਾਲੀ ਦਾ ਤੁਹਾਨੂੰ ਪਤਾ ਵੀ ਉਹਨਾਂ ਦਾ ਬੇਟਾ ਜੰਮਿਆ, ਔਰ ਗੋਇੰਦਵਾਲ ਤੁਸੀਂ ਕਰ ਚੁੱਕੇ ਹੋ। ਇਹ ਉਹ ਬਹੁਤੀਆਂ ਜਗ੍ਹਾ ਨੇ ਔਰ ਜਿੱਥੇ ਗੁਰੂ ਸਾਹਿਬ ਗਏ। ਅੰਮ੍ਰਿਤਸਰ ਸਾਹਿਬ ਦਾ ਤੁਹਾਨੂੰ ਪਤਾ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਕਹੀ ਗਈ ਹੈ ਵੀ ਸਿੱਖ ਇਤਿਹਾਸ ਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਅਗਰ ਅਸੀਂ ਤੁਹਾਨੂੰ ਗੁਰੂ ਪੀਰੀਅਡ ਤੇ ਲੈ ਜਾਵਾਂ, ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਸ਼ਾਹ ਪੀਰੀਅਡ, ਗੁਰੂ ਰਾਮਦਾਸ ਜੀ, ਥੋੜੀ ਬਹੁਤ ਹਲਚਲ ਹੈ ਘਰ ਦੇ ਵਿੱਚ। ਗੁਰੂ ਅਰਜਨ ਬਹੁਤ ਹੀ ਹਲਚਲ ਹੈ, ਉਹਨਾਂ ਨੂੰ ਆਪਣਾ ਸੀਸ, ਆਪਣਾ ਦੇਹ ਤਿਆਗਣੀ ਪਈ। ਗੁਰੂ ਅਰਜਨ, ਫਿਰ ਗੁਰੂ ਹਰਗੋਬਿੰਦ ਸਾਹਿਬ ਆਏ, ਆਰਮੀ ਆ ਗਈ, ਘੋੜੇ ਆ ਗਏ, ਸ਼ਸਤਰ ਆ ਗਏ। ਗੁਰੂ ਹਰ ਰਾਏ ਸਾਹਿਬ ਫਿਰ ਕੁਛ ਸ਼ਾਂਤੀ ਹੈ, ਗੁਰੂ ਹਰਕ੍ਰਿਸ਼ਨ ਸ਼ਾਂਤੀ ਹੈ। ਗੁਰੂ ਤੇਗ ਬਹਾਦਰ ਫਿਰ ਉਹਨਾਂ ਨੂੰ ਸੀਸ ਦੇਣਾ ਪਿਆ। ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਲੜਾਈਆਂ 'ਚ ਲੰਘਿਆ। ਸੋ ਹੁਣ ਤੁਸੀਂ ਅਗਰ ਇਹਨੂੰ ਚੰਗੀ ਤਰ੍ਹਾਂ ਝਾਤੀ ਮਾਰ ਕੇ ਦੇਖੋ, ਇੱਥੇ ਇੱਕ ਸਵਾਲ ਮੈਂ ਤੁਹਾਨੂੰ ਪੁੱਛਦਾ, ਜਿਹੜੇ ਆਮ ਲੋਕ ਕਹਿੰਦੇ ਨੇ ਤੁਹਾਨੂੰ ਕੋਲ ਉਹਦਾ ਜਵਾਬ ਹੋਣਾ ਚਾਹੀਦਾ। ਬਹੁਤ ਸਾਰੇ ਸਿੱਖ ਕ੍ਰਿਟਿਕ ਨੇ ਉਹ ਜਿਹੜੇ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਧਰਮ ਦੇ ਵਿੱਚ ਤਲਵਾਰ ਤੇ ਘੋੜਾ ਤੇ ਆਰਮੀ ਕਿਉਂ ਆਈ, ਜਾਂ ਕਿਸੇ ਵੀ ਧਰਮ ਵਿੱਚ। ਪਰ ਉਹ ਕਹਿਣ ਵਾਲੇ ਭੁੱਲ ਜਾਂਦੇ ਨੇ ਕਿ ਕਿਹੜੇ ਧਰਮ ਦੇ ਵਿੱਚ ਤਲਵਾਰ ਨਹੀਂ ਆਈ, ਇਹ ਦੱਸੋ। ਕਿਹੜੇ ਧਰਮ ਦੇ ਵਿੱਚ
ਆਪਣੇ ਆਪ ਨੂੰ ਕੁਰਬਾਨ ਨਹੀਂ ਕਰਨਾ ਪਿਆ। ਪਹਿਲਾ ਸਭ ਤੋਂ ਵੱਡਾ ਦੁਨੀਆ ਦਾ ਧਰਮ ਕ੍ਰਿਸਚੀਅਨਿਟੀ ਹੈ। ਜਿਸ ਤਰ੍ਹਾਂ ਗੁਰੂ ਅਰਜਨ ਨੂੰ ਤਸੀਹੇ ਦਿੱਤੇ ਗਏ, ਇਸ ਤਰ੍ਹਾਂ ਜੀਸਸ ਨੂੰ ਵੀ ਤਸੀਹੇ ਦੇ ਕੇ ਮਾਰਿਆ ਗਿਆ। ਸਾਰੀ ਜ਼ਿੰਦਗੀ ਮੁਹੰਮਦ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਜੀ ਵਾਂਗੂ ਘੋੜੇ ਦੀ ਪਿੱਠ ਦੇ ਉੱਤੇ ਰਹੇ। ਰਾਮ ਦੁਨੀਆ ਦੇ ਸਭ ਤੋਂ ਦੋ ਵੱਡੇ ਯੁੱਧ ਲੜਾਈਆਂ, ਇੱਕ ਰਾਮ ਦੇ ਵਕਤ ਹੋਈ, ਇੱਕ ਕ੍ਰਿਸ਼ਨ ਦੇ ਵਕਤ ਹੋਈ। ਕ੍ਰਿਸ਼ਨ ਕਿਹੜੇ ਪੈਗੰਬਰ ਨੇ ਤਲਵਾਰ ਨਹੀਂ ਚੁੱਕੀ? ਤੁਹਾਡੇ ਕੋਲ ਜਵਾਬ ਹੋਣਾ ਚਾਹੀਦਾ। ਬਸ ਜਸਟੀਫਿਕੇਸ਼ਨ ਤਾਂ ਹੀ ਹੁੰਦੀ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਚੁੱਕੀ, ਇਹਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਗੁਰੂ ਹੀ ਨਹੀਂ। ਯੂ ਨੀਡ ਟੂ ਹੈਵ ਐਨ ਆਂਸਰ। ਤੇ ਫਿਰ ਰਾਮ ਨੇ ਵੀ ਤਲਵਾਰ ਚੁੱਕੀ ਹੈ, ਕ੍ਰਿਸ਼ਨ ਨੇ ਵੀ ਤਲਵਾਰ ਚੱਕਰ ਚਲਾਇਆ, ਫਿਰ ਉਹ ਵੀ ਉਹਨਾਂ ਦਾ ਪੈਗੰਬਰ ਨਹੀਂ। ਅਗਰ ਇੱਕ ਪੈਗੰਬਰ ਹੈ ਜਿਹਨੇ ਤਲਵਾਰ ਨਹੀਂ ਚੁੱਕੀ, ਉਹ ਜੀਸਸ ਹੈ। ਬਾਕੀ ਸਾਰਿਆਂ ਨੇ ਚੁੱਕੀ ਹੈ ਕਿਸੇ ਨਾ ਕਿਸੇ ਫਾਰਮ ਵਿੱਚ। ਗੁਰੂ ਗੋਬਿੰਦ ਸਿੰਘ ਜੀ 1708 ਵਿੱਚ ਜੋਤੀ ਜੋਤ ਸਮਾ ਗਏ। ਹੁਣ ਇੱਥੇ ਦੋ ਕੁਐਸਚਨ ਵੀ ਨੇ ਤੇ ਥੋੜੀ ਹਿਸਟਰੀ ਵੀ ਹੈ। कैलाश जी, गुरु गोबिंद सिंह जी ने किन्नू सिख धर्म का जथेदार बनाया? बंदा बहादुर नूं। पर उन्होंने कोल दो प्यारे ऑलरेडी है सन, उन्होंने क्यों नहीं बनाया? और केड़े केड़े प्यारे? प्यारे मीनस जेड़े पहले 5 प्यारे सन, केड़े केड़े उन्होंने कोल है सन? I'm not sure. Pass. परमजीत? Daya Singh and Dharam Singh. दया सिंह ते धर्म सिंह। बाकी 3 ਜਿਹੜੇ ਸਨ ਉਹ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਨੇ। ਮੇਰੇ ਸਵਾਲ ਦਾ ਜਵਾਬ ਕਿਸੇ ਇਤਿਹਾਸ ਬੁੱਕ ਵਿੱਚ ਨਹੀਂ ਹੈਗਾ। ਗੁਰੂ ਗੋਬਿੰਦ ਔਰ ਜਿਹੜੇ 5 ਪਿਆਰੇ ਨੇ ਉਹ ਸਿੱਖ ਕੌਮ ਦੇ ਆਗੂ ਸਨ, ਸਰਦਾਰ ਸਨ। ਅੰਗਰੇਜ਼ੀ ਵਿੱਚ ਜਿਹਨਾਂ ਨੂੰ ਨਾਈਟ ਨਹੀਂ ਲਿਖਦੇ, KNIGHT। ਜਿਹੜੇ ਨਵਤੇਜ ਜੀ 5 ਪਿਆਰਿਆਂ ਦੇ ਜ਼ਿਕਰ ਕਰਦੇ ਨੇ ਨਾ, ਉਹਨਾਂ ਨੂੰ ਨਾਈਟਸ ਕਹਿੰਦੇ ਨੇ ਸਿੱਖ ਕੌਮ ਦੇ। ਆਪਣੇ 2 ਸਾਹਿਬਜ਼ਾਦਿਆਂ ਦੇ ਨਾਲ ਉਹ 3 ਨਾਈਟਸ ਵੀ ਲੜੇ ਸਨ ਚਮਕੌਰ ਦੀ ਜੰਗ ਵਿੱਚ, ਜਿਨ੍ਹਾਂ ਨੇ ਸ਼ਹੀਦੀ ਦਿੱਤੀ ਹੈ। ਹੁਣ ਨੰਦੇੜ ਆ ਕੇ ਗੁਰੂ ਗੋਬਿੰਦ ਸਿੰਘ ਨੇ ਵਿਦਿਨ ਅ ਵੀਕਸ ਟਾਈਮ ਬੰਦਾ ਬਹਾਦਰ ਸਿੱਖ ਨਹੀਂ ਹੈ, ਪੁੱਛਦਾ ਹੈ, ਕਰਾਮਾਤਾਂ ਕਰਦਾ ਹੈ, ਤਾਂਤਰਿਕ ਵਿਦਿਆ ਉਹਨੇ ਹੁੰਦੀ ਹੈ, ਪਰ ਉਹਨੂੰ ਸਿੱਖ ਕੌਮ ਦਾ ਆਗੂ ਬਣਾਇਆ। ਬਹੁਤ ਸਾਰੇ ਇਤਿਹਾਸਕਾਰ ਕਹਿੰਦੇ ਨੇ ਉਹਨੂੰ ਅੰਮ੍ਰਿਤ ਛਕਾਇਆ। ਫਿਰ ਉਹਦਾ ਨਾਮ ਬੰਦਾ ਬੈਰਾਗੀ ਸੀ, ਬੰਦਾ ਸਿੰਘ ਬਹਾਦਰ ਰੱਖਿਆ। ਚਲੋ ਇਹ ਮੰਨ ਲੈਂਦੇ ਹਾਂ ਕਿ ਉਹ ਸਿੰਘ ਰੱਖਿਆ ਸੀ ਜੀ, ਗੁਰਬਖਸ਼ ਸਿੰਘ। ਕੋਈ ਗੁਰਬਖਸ਼ ਸਿੰਘ ਕਹਿੰਦੇ ਨੇ, ਪਰ ਖੈਰ ਮੋਸਟਲੀ ਪਪੂਲਰ ਨਾਮ ਉਹਦਾ ਬੰਦਾ ਸਿੰਘ ਬਹਾਦਰ ਹੀ ਆ। ਉਹਨੂੰ ਫਿਰ ਉਹਨਾਂ ਨੇ 5 ਸਿੰਘ ਦਿੱਤੇ, ਕਈ ਕਹਿੰਦੇ ਨੇ 25 ਸਿੰਘ ਦਿੱਤੇ, ਆਪਣੇ 5 ਨੇਜ਼ੇ ਦਿੱਤੇ, ਤੀਰ ਕਮਾਨ ਦਿੱਤਾ, ਇੱਕ ਲੈਟਰ ਆਫ ਅਥਾਰਟੀ ਦਿੱਤੀ, ਔਰ ਉਹ ਪੰਜਾਬ ਵੱਲ ਨੂੰ ਤੋੜ ਦਿੱਤਾ। ਕਾਹਦੇ ਵਾਸਤੇ? ਇਹ ਵੀ ਇਤਿਹਾਸ ਵਿੱਚ ਕਿਸੇ ਨੂੰ ਨਹੀਂ ਪਤਾ। ਵਾਈ ਗੁਰੂ ਗੋਬਿੰਦ ਸਿੰਘ ਸੈਂਟ ਬੰਦਾ ਬਹਾਦਰ ਟੂ ਪੰਜਾਬ? ਆਪ ਆ ਗਏ ਪੰਜਾਬ ਤੋਂ, ਕੋਈ ਜਵਾਬ ਦੇ ਸਕਦਾ ਇੱਥੇ? ਵਾਈ ਗੁਰੂ ਹਾਂਜੀ ਵਿੰਦਰ? ਸ਼ਾਇਦ ਉਹਨਾਂ ਨੇ ਬਦਲਾ ਤਾਂ ਨਹੀਂ ਕਹਿ ਸਕਦੇ ਕਿ ਜਿਹੜਾ ਸਰਹੰਦ ਦਾ ਸੀਗਾ ਇੰਚਾਰਜ, ਉਹਦੇ ਕੋਲ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਬਿਨਾਂ ਮਤਲਬ ਤੋਂ ਸ਼ਹੀਦ ਕੀਤਾ ਸੀ, ਇਸ ਕਰਕੇ ਉਹਨੂੰ ਬੰਦਾ ਸਿੰਘ ਬਹਾਦਰ ਨੂੰ। ਜਿਹੜਾ ਤੁਹਾਡਾ ਜਵਾਬ ਹੈ, ਤੁਹਾਡੇ ਦਿਲ ਦਾ ਜਵਾਬ ਹੈ। ਦਿਲ ਦਾ ਜਵਾਬ ਤਾਂ ਠੀਕ ਹੈ, ਆਇਆ ਤਾਂ ਬੰਦਾ ਬਹਾਦਰ ਬਦਲਾ ਲੈਣੀ ਹੈ, ਪਰ ਤੁਸੀਂ ਸਿੱਖ ਇਤਿਹਾਸ ਵਿੱਚ ਨਹੀਂ ਲਿਖ ਸਕਦੇ ਕਿ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਬਦਲਾ ਲੈਣ ਵਾਸਤੇ ਭੇਜਿਆ, ਕਿਉਂਕਿ ਸਿੱਖ ਇਤਿਹਾਸ ਵਿੱਚ ਵਰਡ ਜੋ ਯੂਜ਼ ਕਰਦੇ ਨੇ ਬਦਲਾ ਨਹੀਂ ਹੈ। ਭਾਵੇਂ ਬਦਲਾ ਹੋਇਆ, ਆ ਕੈਕਸਟਨ ਹਾਲ ਵਿੱਚ ਮਾਰਿਆ ਨਾ ਆ ਕੇ ਉਸਮ ਸਿੰਘ ਨੇ, ਉਹ ਵੀ ਬਦਲਾ। ਭਗਤ ਸਿੰਘ ਨੇ ਗੋਲੀ ਚਲਾਈ ਸੀ ਸੈਂਡਰਸ ਤੇ, ਉਹ ਵੀ ਬਦਲਾ। ਆਪਣਾ ਕੀ ਨਾਂ ਸੀ ਉਹਦਾ, ਸ਼ਾਹ, ਉਹਨੂੰ ਜੇ ਉਹਨਾਂ ਨੇ ਲਾਹੌਰ ਦੇ ਬਾਜ਼ਾਰਾਂ 'ਚ ਖਿੱਚਿਆ, ਉਹਨੂੰ ਮਾਰਿਆ, ਉਹ ਵੀ ਬਦਲਾ। ਜੋ ਤੁਸੀਂ ਕਿਹਾ ਇਹ ਇੱਥੋਂ ਦੀ ਆਵਾਜ਼ ਹੈ, ਪਰ ਜਿਹੜੀ ਦਿਲ ਦੀ ਆਵਾਜ਼ ਹੈ ਕਿ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਟੂ ਕੰਸੋਲੀਡੇਟ। ਉਹ ਸਿੱਖ ਉੱਥੇ ਵਿਖੜ ਗਏ ਨੇ, ਲੀਡਰ ਕੋਈ ਨਹੀਂ ਹੈਗਾ। ਮੈਂ ਅੰਮ੍ਰਿਤ ਛਕਾ ਕੇ ਸਿੱਖਾਂ ਨੂੰ ਛੱਡ ਆਇਆ ਕਿ ਤੂੰ ਦੁਬਾਰਾ ਪੰਜਾਬ ਜਾ ਤੇ ਉਹਨਾਂ ਨੂੰ ਇਕੱਠਾ ਕਰ। ਠੀਕ ਹੈ, ਬੰਦਾ ਬਹਾਦਰ ਚੂੰਕਿ ਬਹੁਤ ਉਹਨਾਂ ਨੂੰ ਸ਼ਕਤੀਸ਼ਾਲੀ ਦਿਖਾਇਆ ਗਿਆ, ਉਹਦੇ ਮਨ ਵਿੱਚ ਸੀ ਕਿ ਗੁਰੂ ਘਰ ਦੇ ਉੱਤੇ ਜਿੰਨੇ ਵੀ ਕੋਈ ਜ਼ੁਲਮ ਕੀਤਾ ਮੈਂ ਉਹਨੂੰ ਨਹੀਂ ਛੱਡਣਾ। ਇਹ ਉਹਦੇ ਆਪਣੇ ਦਿਲ ਦੀ ਕਾਟ ਸੀ। ਹੁਣ ਤੁਸੀਂ ਇੱਕ ਹੋਰ ਗੱਲ ਸੋਚ ਕੇ ਦੱਸੋ,
ਤੁਸੀਂ ਐਡੇ ਸਿਆਣੇ ਬੰਦੇ ਬੈਠੇ ਹੋ, 5 ਤੀਰ 25 ਬੰਦੇ 1200 ਮੀਲ ਦਾ ਸਫ਼ਰ ਘੋੜਿਆਂ ਤੇ ਸਵਾਰ ਖਾਣਗੇ ਕਿੱਥੋਂ? ਪਾਣਗੇ ਕੀ? ਰਹਿਣਗੇ ਕਿੱਥੇ? ਲੁੱਟਣਗੇ ਨਾ ਕਿਧਰੇ ਨਾ ਕਿਧਰੇ। ਉਹਨਾਂ ਨੇ ਵੀ ਸ਼ਾਹੀ ਖਜ਼ਾਨੇ ਲੁੱਟੇ ਨੇ। ਠੀਕ ਹੈ, ਕਈ ਪਿੰਡ ਵਾਲਿਆਂ ਨੇ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਕਲਾਸੀ ਰਹਿਣ ਦੀ, ਜਿਨ੍ਹਾਂ ਨੂੰ ਸਿੱਖ ਕੌਮ ਸਿੱਖਾਂ ਦੇ ਨਾਲ ਕੋਈ ਹਮਦਰਦੀ ਸੀ। ਪਰ ਜਿੱਥੇ ਨਹੀਂ ਸੀ ਤੁਹਾਨੂੰ ਮੰਨਣਾ ਪਏਗਾ, ਇਹ ਜ਼ਬਰਦਸਤੀ ਰਹੇ ਨੇ, ਜ਼ਬਰਦਸਤੀ ਖਾਣਾ ਖਾਧਾ। ਔਰ ਕਈ ਫਿਰ ਇਹਨਾਂ ਦੇ ਝੁੰਡ ਦੇ ਨਾਲ ਜੁੜਦੇ ਗਏ। ਕਈ ਇਹਨਾਂ ਨੇ ਆਪ ਤੇ ਹੌਲੀ ਹੌਲੀ ਗਏ ਨੇ, ਇਹਨਾਂ ਨੂੰ 1 ਸਾਲ ਲੱਗਾ। 1 ਸਾਲ 1200 ਮੀਲ ਹੈ ਨੰਦੇੜ ਤੋਂ ਲਾਹੌਰ। ਔਰ ਜਸਵੀਰ ਜੀ, ਪਹਿਲਾ ਖਾਲਿਸਤਾਨ, ਪਹਿਲੀ ਸਿੱਖ ਹਕੂਮਤ, ਇਹ ਯਾਦ ਰੱਖ ਲੈਣਾ, ਇਹ ਬੰਦਾ ਬਹਾਦਰ ਨੇ ਐਸਟੈਬਲਿਸ਼ ਕੀਤੀ ਹੈ। ਸੋ ਸਭ ਤੋਂ ਵੱਡਾ ਹਿਸਟਰੀ ਦਾ ਕਲਾਸ 'ਚ ਜਿਹੜਾ ਪੁਆਇੰਟ ਯਾਦ ਕਰਨ ਦੀ ਲੋੜ ਹੈ, that the Maharaja Ranjit Singh II ਹੈ ਕਿ first Sikh empire was established by ਬੰਦਾ ਸਿੰਘ ਬਹਾਦਰ। ਠੀਕ ਹੈ, ਥੋੜੀ ਦੇਰ ਰਹੀ ਹੈ, 6 ਸਾਲ ਰਹੀ ਹੈ, 6 ਸਾਲ। ਪ੍ਰੋਬਲਮ ਸਿਰਫ ਇਹ ਹੁੰਦੀ ਹੈ ਕਿ ਬੰਦਾ ਬਹਾਦਰ ਇੱਕ ਸਿਪਾਹੀ ਸੀ, ਪਰ ਬੰਦਾ ਬਹਾਦਰ ਇੱਕ ਐਡਮਿਨਿਸਟ੍ਰੇਟਰ ਨਹੀਂ ਸੀ। ਹਕੂਮਤਾਂ ਚਲਾਉਣ ਵਾਸਤੇ, ਹਕੂਮਤ ਚਲਾਉਣ ਵਾਸਤੇ ਤੁਹਾਨੂੰ ਐਡਮਿਨਿਸਟ੍ਰੇਸ਼ਨ ਆਣੀ ਚਾਹੀਦੀ ਹੈ। ਖਾਲੀ ਤਲਵਾਰ ਦੇ ਨਾਲ ਤੁਸੀਂ ਹਕੂਮਤ ਨਹੀਂ ਚਲਾ ਸਕਦੇ। ਬੰਦੇ ਮਾਰ ਸਕਦੇ ਹੋ, ਬੰਦੇ ਫੜ ਸਕਦੇ ਹੋ, ਆਰਮੀ ਬਣਾ ਸਕਦੇ ਹੋ, ਪਰ ਜਿਸ ਤਰ੍ਹਾਂ ਜੋ ਕੁਝ ਹੋਇਆ ਅਫਗਾਨਿਸਤਾਨ ਦੇ ਵਿੱਚ, ਇਹੋ ਹੀ ਤੇ ਕੁਰਾਮ ਹੈ। ਉਹਨਾਂ ਨੇ ਜਿੱਤ ਲਿਆ, ਪਰ ਚਲਾਉਣਗੇ ਕਿਵੇਂ? ਹਕੂਮਤ ਚਲਾਉਣ ਵਾਸਤੇ ਤੁਹਾਨੂੰ ਸਟੇਟਸਮੈਨ ਚਾਹੀਦੇ ਨੇ, ਬ੍ਰੇਨ ਚਾਹੀਦਾ। ਔਰ ਜਿੰਨੀ ਹਕੂਮਤ ਚੱਲਦੀ ਹੈ ਨਾ, ਜੇ ਤੁਹਾਨੂੰ ਕੋਈ ਪ੍ਰਾਈਮ ਮਿਨਿਸਟਰ ਜਾਂ ਮਿਨਿਸਟਰ ਨਹੀਂ ਚਲਾਉਂਦੇ, ਇਹ ਉਹਨਾਂ ਦੇ ਥੱਲੇ ਜਿਹੜੇ IAS ਆਫੀਸਰ ਨੇ ਨਾ ਸਾਰੇ, ਇਹ ਉਹ ਬ੍ਰੇਨ ਹੈ, ਥਿੰਕ ਟੈਂਕ ਸਾਰਾ ਉੱਥੇ ਆ। ਇਹ ਤੇ 5 ਸਾਲਾਂ ਬਾਅਦ ਬਦਲ ਜਾਂਦੇ ਨੇ, ਪਰ ਉਹ 20-25 ਸਾਲ ਉਹਨਾਂ ਦੀ ਉਮਰ ਹੁੰਦੀ ਹੈ ਉੱਥੇ ਰਹਿਣ ਦੀ। ਜਿਹੜੇ ਸਿਵਲ ਸਰਵੈਂਟ ਹੁੰਦੇ ਨੇ ਕੈਬਨਿਟ ਰੈਂਕ ਤੇ, ਉਹ ਚਲਾਉਂਦੇ ਨੇ। ਪਰ ਉਹਨਾਂ ਦੇ ਕੋਲ, ਬੰਦਾ ਬਹਾਦਰ ਕੋਲ, ਉਹ ਐਸੀ ਕੋਈ ਚੀਜ਼ ਨਹੀਂ ਸੀ। ਫਿਰ ਵੀ ਕਹਿੰਦੇ ਨੇ ਉਹਨੇ ਪੰਜਾਬ ਵਿੱਚ ਆ ਕੇ ਰਿਫਾਰਮਸ ਕੀਤੀਆਂ, ਕਿਸਾਨਾਂ ਨੂੰ ਫ੍ਰੀ ਜ਼ਮੀਨਾਂ ਦਿੱਤੀਆਂ, ਬੜਾ ਕੁਛ ਕੀਤਾ ਉਹਨੇ, ਪਰ ਫਿਰ ਵੀ ਉਹ ਇੰਟੈਗ੍ਰੇਟ ਪੰਜਾਬੀਆਂ ਨੂੰ, ਸਿੱਖਾਂ ਨੂੰ ਨਹੀਂ ਕਰ ਸਕਿਆ। ਐਜ਼ ਏ ਰਿਜ਼ਲਟ ਲਾਸਟ ਜਦੋਂ ਉਹ ਫੜਿਆ ਗਿਆ, ਉਹਦੇ ਨਾਲ ਬਹੁਤੇ ਸਿੱਖ ਨਹੀਂ ਸਨ। ਬਹੁਤ ਸਾਰੇ ਸਿੱਖ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਵੀ ਉਹਦੇ ਨਾਲ ਭੇਜੇ ਸਨ, ਉਹ ਉਹਨੂੰ ਛੱਡ ਕੇ ਜਾ ਚੁੱਕੇ ਸਨ। ਹੋ ਸਕਦਾ ਹੈ ਉਹਦਾ ਅਥੋਰੀਟੇਟਿਵ ਰੂਲ ਸੀ, ਕੋਈ ਇਤਿਹਾਸ ਇਹਦੇ ਤੇ ਕੋਈ ਬਹੁਤਾ ਕਲੀਅਰ ਨਹੀਂ ਹੈ। ਸੋ ਕੈਲਾਸ਼ ਜੀ, ਪਹਿਲਾ ਸਟੈਪ ਜਿਹੜਾ ਹੈ ਪੋਸਟ ਗੁਰੂ ਪੀਰੀਅਡ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਹੈ, ਕਿ ਸਾਡਾ ਕਮਾਂਡਰ, ਸਾਡਾ ਲੀਡਰ ਬੰਦਾ ਸਿੰਘ ਬਹਾਦਰ ਸੀ। 6 ਸਾਲ ਉਹਨੇ ਪੰਜਾਬ ਵਿੱਚ ਆ ਕੇ ਰਾਜ ਕੀਤਾ। ਪਰ ਉਸ ਵੇਲੇ ਤੁਹਾਨੂੰ ਯਾਦ ਹੋਵੇਗਾ ਕਿ ਬਹਾਦਰ ਸ਼ਾਹ ਸਾਊਥ ਵਿੱਚ ਸੀ, ਗੁਰੂ ਗੋਬਿੰਦ ਸਿੰਘ ਨੂੰ ਲੈ ਕੇ ਗਿਆ ਸੀ। ਜਿਸ ਵੇਲੇ ਉਹਨੂੰ ਖਬਰ ਪਹੁੰਚੀ ਹੈ ਕਿ ਬੰਦਾ ਬਹਾਦਰ ਨੇ ਆ ਕੇ, ਜੋ ਹੁਣ ਤੁਸੀਂ ਕਿਹਾ, ਮਹਿੰਦਰ ਨੇ ਕਿਹਾ, ਉਹਨੇ ਸਰਹੰਦ ਦੀ, ਜੋ ਸਾਡੇ ਇਤਿਹਾਸ ਹੀ ਜਾਂਦਾ, ਸਰਹੰਦ ਦੀ ਇੱਟ ਨਾਲ ਇੱਟ ਵਜਾਤੀ ਸੀ, ਮਾਰ ਦਿੱਤਾ ਉਹਨੇ ਵਜ਼ੀਰ ਖਾਂ ਸਾਰਿਆਂ ਨੂੰ। ਇਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚੁਣਿਆ ਸੀ। ਜਿਹੜੇ ਜਲਾਦ ਨੇ ਗੁਰੂ ਤੇਗ ਬਹਾਦਰ ਜੀ ਤੇ ਤਲਵਾਰ ਚਲਾਈ ਸੀ, ਕੋਈ ਨਹੀਂ ਛੱਡਿਆ ਉਹਨੇ। ਇਹ ਤੁਹਾਡਾ ਮਾਨਵੀ ਹੈ ਕਿ ਤੁਹਾਡੇ ਅੰਦਰ ਉਹ ਸਪਿਰਿਟ ਹੈ ਕਿ ਤੁਹਾਡੇ ਗੁਰੂ ਤੇ ਜਿਹੜਾ ਹੱਥ ਪਾਏਗਾ, ਜਾਂ ਤੁਹਾਡੇ ਕਿਸੇ ਵੀ ਲੀਡਰ ਤੇ ਕੋਈ ਨਾਜਾਇਜ਼ ਹੱਥ ਪਾਏਗਾ, ਤੁਸੀਂ ਉਹਨੂੰ ਨਹੀਂ ਛੱਡਣਾ। ਜੇ ਤੁਸੀਂ ਹੈਲਪ ਕਰਦੇ ਹੋ, ਜੇ ਖੰਡੇ ਬਾਤੇ ਦਾ ਅੰਮ੍ਰਿਤ ਛਕ ਕੇ ਤੁਸੀਂ ਮੈਦਾਨ ਵਿੱਚ ਨਿੱਤਰਦੇ ਹੋ ਕਿ ਤੁਸੀਂ ਹਰ ਇੱਕ ਦੀ ਹੈਲਪ ਕਰੋਗੇ, ਤਾਂ ਤੁਸੀਂ ਫਿਰ ਜ਼ੁਲਮ ਵੀ ਨਹੀਂ ਸਹਿੰਦੇ। ਸੋ 6 ਸਾਲ ਕੈਲਾਸ਼ ਜੀ, ਇਹ ਤੁਹਾਡੀ ਹਿਸਟਰੀ ਦਾ ਪਹਿਲਾ ਕਦਮ ਹੈ। ਤੁਹਾਡਾ ਪਹਿਲਾ ਲੀਡਰ ਉਹ ਬੰਦਾ ਬਹਾਦਰ ਹੈ। ਲੇਕਿਨ ਇੱਥੇ 2 ਹੀ ਕੁਐਸਚਨ ਰਹਿ ਗਏ ਨੇ ਕਿ ਜਿਹੜੇ ਸਾਡੇ 2 ਪਿਆਰੇ ਸਨ ਉਸ ਵੇਲੇ, ਉਹ ਉਹਨਾਂ ਦੇ ਹੱਥ ਵਿੱਚ ਲੀਡਰਸ਼ਿਪ ਕਿਉਂ ਨਹੀਂ ਆਈ। ਔਰ ਅਗਰ ਤੁਸੀਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਪੜ੍ਹਨਾ ਚਾਹੋ ਤੇ ਉਹਨਾਂ ਦੀ ਜ਼ਿੰਦਗੀ ਉੱਥੇ ਕੁਝ ਧੁੰਦਲੀ ਹੈ, ਕਿਉਂਕਿ ਉਹਨਾਂ ਦੀ ਕਹਿੰਦੇ ਨੇ ਕਿ ਉਹਨਾਂ ਦੀ ਡੈਥ ਵੀ ਨੰਦੇੜ ਹੀ ਹੈ। ਉਹ ਨੰਦੇੜ ਕਿੰਨੀ ਦੇਰ ਰਹੇ, ਉਹਨਾਂ ਦੇ ਬਾਅਦ ਕਿਸੇ ਵੀ ਇਤਿਹਾਸਕਾਰ ਨੇ ਉਹਨਾਂ ਦੇ ਜੀਵਨ ਦੇ ਬਾਰੇ
नहीं लिखिया। ये बड़ी एक कई बार तुहानू दुख की गल हुंदी है भी तुसी अपना इतिहास पढ़ना चाहते हो, वर्के खोलते हो, अजकल तो इंटरनेट इन्ना स्ट्रोंग है, पर उत्थे भी तुहानू नहीं लगता कि जिहड़े दो प्यारे उत्थे रह गए सन जिसका नाम दस्सिया परमजीत ने, उन्हां कोल कोई पावर सी या लास्ट जिहड़ा उन्हां दी मेन एक्टिविटी आउंदी है कि गुरु गोबिंद सिंह जी दी जिहड़ी जफरनामा सी, लैटर सी, वो लैके उन्होंने औरंगजेब नू डिलीवर की। बस ਉਹਦੇ ਬਾਅਦ ਉਹਨਾਂ ਦੇ ਬਾਰੇ ਕਿਸੇ ਨੂੰ ਕੁਛ ਵੀ ਨਹੀਂ। ਭਾਈ ਦਇਆ ਸਿੰਘ ਦੇ ਰਹਿਤਨਾਮੇ ਵੀ ਹੈ ਜੀ। ਹਾਂ, ਰਹਿਤਨਾਮੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਵੇਲੇ 5 ਲਿਖੇ ਗਏ ਸਨ, ਇਹਦੇ ਵਿੱਚ ਇਹਨਾਂ ਦਾ ਵੀ ਰਹਿਤਨਾਮਾ ਹੈ। ਹੁਣ ਮੈਂ ਆਪਣੀ ਜਿਹੜੀ ਡਿਊਟੀ ਹੈ ਆਨੰਦ ਸਾਹਿਬ ਦੀ ਆ, ਚੌਥੀ ਪੌੜੀ ਤੇ ਜਾਂਦਾ, ਪਰ ਅਗਰ ਤੁਸੀਂ ਕੁਇਕਲੀ, ਕਿਉਂਕਿ ਬਹੁਤ ਛੋਟੇ ਛੋਟੀਆਂ ਨੇ ਸਟੈਂਜੇ। ਪਹਿਲਾ ਸਟੈਂਜਾ ਜਿਹੜਾ ਸੀ ਸਾਰਿਆਂ ਨੂੰ ਆਨੰਦ ਸਾਹਿਬ ਤੇ ਜ਼ਬਾਨੀ ਯਾਦ ਹੋਣਾ, ਯਾਦ ਹੈ? ਚਲੋ ਨਵਜੀਤ ਜੀ ਪਹਿਲੀ ਪੌੜੀ ਦੀ ਪਹਿਲੀ ਲਾਈਨ ਬੋਲੋ। आनंद पिया मेरी माए सतगुरु में पाया सतगुरता पाया। ਸੋ ਪਹਿਲਾ ਅਸੀਂ ਪੌੜੀ ਪੜ੍ਹੀ ਸੀ ਕਿ ਤੁਸੀਂ ਗੁਰੂ ਸਾਹਿਬ, ਇਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਉਹ ਆਪਣੀ ਮਾਂ ਨੂੰ ਵਾਹਿਗੁਰੂ ਨੂੰ ਮੁਖਾਤਬ ਕਰਕੇ ਐਡਰੈਸ ਕਰਕੇ ਕਹਿੰਦੇ ਨੇ ਕਿ ਮੈਂ ਅੱਜ ਇੰਨਾ ਖੁਸ਼ ਹਾਂ ਕਿ ਮੈਨੂੰ ਮੇਰਾ ਵਾਹਿਗੁਰੂ ਮਿਲ ਗਿਆ। ਇੱਥੋਂ ਆਨੰਦ ਸਾਹਿਬ ਸ਼ੁਰੂ ਹੁੰਦਾ ਕਿ ਪ੍ਰਮਾਤਮਾ ਦੇ ਮਿਲਣ ਦੀ ਗੱਲ ਹੈ। फिर वो दूजी पौड़ी च लिखते ने, दूजी पौड़ी कौन बोलेगा? ये मन मेरा तू सदा, ये मन मेरा, बोलो गुरदेव जी। ये मन मेरा तू सदा सच समझ ले। नहीं, इत्थे वो कह रहे ने, पहले तो उन्होंने कहा कि मैनू वाहिगुरू मिल गया, हुण वो कह रहे ने ए मन मेरेया वाहिगुरू सदा रहण वाले मैनू वाहिगुरू मिल गया। हुण वो अपने मन नू कह रहे ने ਹੁਣ ਤੂੰ ਉਹਨੂੰ ਛੱਡਣਾ ਨਹੀਂ ਹੈ, ਉਹਦਾ ਪੱਲਾ ਨਹੀਂ ਛੱਡਣਾ। ਕਈ ਵਾਰੀ ਦਵਿੰਦਰ ਇਹ ਹੁੰਦਾ ਕਿ ਤੁਹਾਨੂੰ ਜਿਹੜੀ ਚੀਜ਼ ਮਿਲ ਜਾਏ ਨਾ, ਤੁਹਾਨੂੰ ਉਹਦੀ ਇੰਪੋਰਟੈਂਸ ਨਹੀਂ ਰਹਿੰਦੀ, ਉਹ ਤਾਂ ਮਿਲ ਗਈ। ਸ਼ਾਇਦ ਮੈਂ ਤੁਹਾਨੂੰ ਇੱਕ ਸਾਖੀ ਸੁਣਾਈ ਸੀ, ਇੱਕ ਆਦਮੀ ਨੇ ਬਹੁਤ, ਓਸ਼ੋ ਦੀ ਹੈ ਕਹਾਣੀ, ਇੱਕ ਆਦਮੀ ਨੇ ਬਹੁਤ ਭਗਤੀ ਕੀਤੀ ਰੱਬ ਨੂੰ ਲੱਭਣ ਦੀ। ਉਹਨੂੰ ਟੋਕਨ ਆ ਗਿਆ ਕਿ ਰੱਬ ਤੈਨੂੰ ਫਲਾਣੇ ਦਿਨ ਮਿਲੇਗਾ, ਆ ਜਾ। ਉਹ ਟੋਕਨ ਲੈ ਕੇ ਪਹੁੰਚ ਗਿਆ उस डेस्टिनेशन ते जिथे रब ने मिलना थी। उत्थों उन्होंने बाहर एक बंदा मिलया, उन्हें कहा तू किस तरह आया? कहता मेरे को टोकन, मैं रब नूं मिलन आया। कहता अच्छा वेट कर, मैं रब नूं पुछावां। थोड़ी देर बाद कहता रब इज रेडी टू मीट यू, ते तू ओ 3rd नंबर की बैल मार। तुसीं जांदे ने कई वारी फ्लैट्स से किन्नियां बैलां लगियां हुंदियां, किहड़ी बैल मारनी है? 3rd नंबर की बैल मार। गुरदीप जी वो बंदा उत्थे गया, ਉਹਨੇ 3rd ਨੰਬਰ ਦੀ ਬੈਲ ਦਾ ਬਟਨ ਦੇਖਿਆ, ਉਂਗਲੀ ਕੀਤੀ ਪਰ ਦਬਾਇਆ ਨਹੀਂ, ਵਾਪਸ ਆ ਗਿਆ। ਕਿਸੇ ਨੇ ਕਿਹਾ ਕੀ ਮੂਰਖਤਾ ਕੀਤੀ ਤੂੰ, ਐਨੀ ਤੂੰ ਭਗਤੀ ਕੀਤੀ ਰੱਬ ਨੂੰ ਲੱਭਣ ਦੀ, ਐਨੀ ਭਗਤੀ ਕੀਤੀ ਤੇ ਹੁਣ ਤੂੰ ਬਟਨ ਨਹੀਂ ਦਬਾਇਆ ਤੇ ਵਾਪਸ ਆ ਗਿਆ। ਕਹਿੰਦਾ ਜੇ ਮੈਂ ਬਟਨ ਦਬਾ ਦਿੰਦਾ, ਜੇ ਮੈਨੂੰ ਰੱਬ ਲੱਭ ਪੈਂਦਾ, ਫਿਰ ਤੇ ਮੇਰੀ ਖੋਜ ਹੀ ਖਤਮ ਹੋ ਜਾਣੀ ਸੀ। ਮੈਂ ਤੇ ਸਾਰੀ ਜ਼ਿੰਦਗੀ ਉਹਨੂੰ ਲੱਭਣਾ, ਸਾਰੀ ਜ਼ਿੰਦਗੀ ਜਿਹੜੀ ਚੀਜ਼ ਤੁਹਾਨੂੰ ਲੱਭ ਪੈਂਦੀ ਹੈ ਨਾ, ਉਹਦੀ ਪਰਮਜੀਤ ਦੀ ਉਹਦੀ ਇੰਪੋਰਟੈਂਸ ਸ਼ਾਇਦ ਸਾਡੀ ਜ਼ਿੰਦਗੀ ਵਿੱਚ ਖਤਮ ਹੋ ਜਾਂਦੀ ਹੈ। ਕਹਿੰਦੇ ਨੇ ਰੱਬ ਰੋਜ਼ ਐਵਰੀਡੇ ਧਰਤੀ ਤੇ ਨਹੀਂ ਆਉਂਦਾ, ਪਰ ਧਰਤੀ ਤੇ ਤੁਹਾਡੀ ਮਾਂ ਰੱਬ ਦਾ ਰੋਲ ਅਦਾ ਕਰਦੀ ਹੈ। ਕਿੰਨੀ ਕੁ ਇੱਜ਼ਤ ਕਰਦੇ ਹਾਂ ਅਸੀਂ ਮਾਂ ਦੀ। ਮਾਂ ਮਿਲ ਗਈ ਠੀਕ ਹੈ, ਮਾਂ ਹੈ, ਪਰ ਮਾਂ ਦੇ ਵਿੱਚ ਰੱਬ ਦਾ ਰੂਪ ਹੈ, ਇਹ ਕਦੀ ਦੇਖਿਆ ਸੀ? ਸੋ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਉਹਦੀ ਸਾਨੂੰ ਕਦਰ ਨਹੀਂ ਹੁੰਦੀ। ਸੋ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਇਹ ਮਨ ਮੇਰੇ ਆ, ਰੱਬ ਮਿਲ ਗਿਆ ਤੁਹਾਨੂੰ, ਪਰ ਹੁਣ ਤੂੰ ਸਦਾ ਉਹਦੇ ਨਾਲ ਰਹਿਣਾ, ਉਹਦਾ ਪੱਲਾ ਨਹੀਂ ਛੱਡਣਾ। ਹਾਂਜੀ, ਨੰਬਰ 3 ਕੌਣ ਬੋਲੇਗਾ? ਕੈਲਾਸ਼। साचे साहिबा क्या नहीं करते रे, करता तेरे सब पीछे चल। ਤੁਹਾਨੂੰ ਲੱਭ ਰਹੇ ਸਾਂ, ਕਿਸੇ ਰੀਜ਼ਨ ਕਰਕੇ ਲੱਭ ਰਹੇ ਸਾਂ। ਜਸਵੀਰ ਜੀ ਤੁਸੀਂ ਕਿਸੇ ਨੂੰ ਲੱਭਣ ਕਿਉਂ ਜਾਂਦੇ ਹੋ? ਤੁਹਾਡਾ ਜਦੋਂ ਮਹਿੰਦਰ ਦੇ ਨਾਲ ਆਨੰਦ ਕਾਰਜ ਹੋਇਆ ਤੇ ਕੋਈ ਨਾ ਕੋਈ ਤੁਹਾਡੇ ਅੰਦਰ ਚਾਹਤ ਹੋਏਗੀ ਨਾ। ਮਹਿੰਦਰ ਦੇ ਨਾਲ ਮੈਂ ਪਿਕਚਰ ਜਾਵਾਂਗੀ, ਮੈਂ ਨਵੇਂ ਗਹਿਣੇ ਪਾਵਾਂਗੀ, ਨਵੇਂ ਕੱਪੜੇ ਪਾਵਾਂਗੀ, ਕੋਈ ਨਾ ਕੋਈ ਤੇ ਚਾਹਤ ਸੀ ਨਾ। ਤੇ ਉਹ ਚਾਹਤ ਇਹ ਹੁੰਦੀ ਹੈ ਕਿ ਮਹਿੰਦਰ ਦੇ ਕੋਲ ਸਭ ਕੁਝ ਹੋਏਗਾ। ਸੋ ਇੱਥੇ ਤੁਸੀਂ ਪਰਮਾਤਮਾ ਨੂੰ ਕਹਿ ਰਹੇ ਹੋ। ਮੰਦਰੀ ਤੇ ਕਹਿੰਦੀ ਸੀ, ਕਿਸੇ ਨੇ ਮੰਦਰੀ ਨੂੰ ਪੁੱਛਿਆ ਵੀ ਤੁਸੀਂ ਵਿਆਹ ਕਿਉਂ ਕੀਤਾ? ਕਹਿੰਦੇ ਬਸ ਮੈਨੂੰ ਤਾਂ ਇੱਕੋ ਹੀ ਸੀ, ਮੇਰਾ ਵਿਆਹ ਕਰਾਂਗੀ, ਨਵੇਂ ਕੱਪੜੇ ਮਿਲਣਗੇ, ਨਵੇਂ ਗਹਿਣੇ ਮਿਲਣਗੇ, ਰੋਜ਼ ਮੈਂ ਪਿਕਚਰ ਜਾ ਕੇ ਦੇਖਾਂਗੀ। ਇਹਦਾ ਮਤਲਬ ਉਹਦਾ ਖਿਆਲ ਸੀ ਕਿ ਮੇਰੇ ਕੋਲ ਸਭ ਕੁਝ ਹੈ,
ਮੈਂ ਉਹਨੂੰ ਸਭ ਕੁਝ ਦਿਆਂਗਾ। ਇੱਥੇ ਤੁਸੀਂ ਕਹਿ ਰਹੇ ਹੋ ਰੱਬ ਨੂੰ, ਤੁਸੀਂ ਕਹਿ ਰਹੇ ਹੋ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਲੇਕਿਨ ਘਰ ਤਾਂ ਤੇਰੇ ਸਭ ਕੁਝ ਹੈ। ਫਿਰ जिस दे वे सो पावे। ਹਰ ਇੱਕ ਨੂੰ ਨਹੀਂ ਮਿਲਣਾ, ਉਹ ਹੈ ਉਹਦੇ ਕੋਲ ਸਭ ਕੁਝ। ਮਿਲੇਗਾ ਉਹਨੂੰ ਹੀ ਜਿਹਨੂੰ ਉਹ ਖੁਦ ਦੇਗਾ। ਔਰ ਉਹ ਦੇਣ ਵਾਸਤੇ ਇਹ ਕਲਾਸ ਬਹੁਤ ਵਾਰੀ ਡਿਸਕਸ ਕਰ ਚੁੱਕੀ ਹੈ। ਉਹਨੂੰ ਦੇਣ ਵਾਸਤੇ ਤੁਹਾਨੂੰ ਕੀ ਕੁਝ ਕਰਨਾ ਪਏਗਾ। ਉਹ ਪਹਿਲੀ ਪੌੜੀ ਦੇ ਕਹਿ ਚੁੱਕੇ ਨੇ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ। ਉਹਦੇ ਨਾਲ ਰਹੇਗਾ, ਪਰਮਾਤਮਾ ਦਾ ਨਾਮ ਆਪਣੇ ਮਨ 'ਚ ਰੱਖੇਗਾ, ਫਿਰ ਮਿਲ ਜਾਏਗਾ ਤੈਨੂੰ ਖਜ਼ਾਨਾ। ਬਾਪ ਕੋਲੋਂ ਵੀ ਪੈਸੇ ਲੈਣੇ ਹੋਣ ਤੇ ਬਾਪ ਦੀ ਥੋੜੀ ਜਿਹੀ ਤੇ ਤੁਸੀਂ ਜੀ ਅਧੂਰੀ ਕਰਦੇ ਹੋ ਨਾ, ਗੱਲ ਤੇ ਮੰਨਦੇ ਹੋ ਨਾ ਬਾਪ ਦੀ। ਅੱਛਾ, ਅੱਜ ਉਹ ਕਹਿੰਦੇ ਨੇ ਸਾਚਾ ਨਾਮ ਮੇਰਾ ਆਧਾਰੋ। ਕਿਸੇ ਨੇ ਪੁੱਛਿਆ ਉਹਨਾਂ ਦਾ ਕਿ ਤੇਰੀ ਸਭ ਤੋਂ ਵੱਡੀ ਦੁਨੀਆ 'ਚ ਅਗਰ ਅੱਜ ਕੋਈ ਕਿਸੇ ਨੂੰ ਪੁੱਛੇ, ਕੈਲਾਸ਼ ਨੂੰ ਪੁੱਛੇ ਤਾਂ ਤੇਰੀ ਸਭ ਤੋਂ ਵੱਡੀ ਸਪੋਰਟ ਕੀ ਹੈ, ਤੇ ਉਹ ਆਪਣੇ ਹਸਬੈਂਡ ਦਾ ਨਾਂ ਲੈਣਗੇ। ਉਹਨਾਂ ਨੂੰ ਪੁੱਛੋ, ਉਹ ਕੈਲਾਸ਼ ਦਾ ਨਾਂ ਲੈਣਗੇ। ਗੁਰਦੀਪ ਨੂੰ, ਕਿਸੇ ਨੂੰ ਪੁੱਛ ਲਓ, ਤੁਸੀਂ ਕਿਸੇ ਆਪਣੇ ਦੋਸਤ ਦਾ, ਕਿਸੇ ਆਪਣੇ ਸਾਥੀ ਦਾ, ਕਿਸੇ ਆਪਣੇ ਭੈਣ ਭਰਾ ਦਾ ਨਾਂ ਲਓਗੇ ਜਿਹਦੇ ਤੋਂ ਤੁਹਾਨੂੰ ਪੱਕਾ ਯਕੀਨ ਹੈ ਕਿ ਤੁਹਾਨੂੰ ਸਪੋਰਟ ਮਿਲੇਗੀ। ਪਰਮਜੀਤ ਮੁਸਕਰਾ ਰਹੀ ਹੈ ਕਿਉਂਕਿ ਇਹਦਾ ਨਾਂ ਨਹੀਂ, ਇਹਨੇ ਜਗਜੀਤ ਦਾ ਨਾਂ ਲੈਣਾ ਸੀ, ਕਿਹਾ ਨਹੀਂ ਹੈ। ਸਾਚਾ ਨਾਮ ਮੇਰਾ ਆਧਾਰੋ, ਮੇਰੀ ਆਧਾਰ, ਮੇਰੀ ਸਪੋਰਟ ਇੱਕੋ ਹੀ ਹੈ, ਉਸ ਅਕਾਲ ਪੁਰਖ ਦਾ ਨਾਮ। ਮੈਂ ਕਿਧਰੇ ਨਹੀਂ ਜਾਂਦਾ, ਜਦੋਂ ਮੈਨੂੰ ਲੋੜ ਪਏ ਨਾ, ਮੈਂ ਮਸਜਿਦ, ਇਹ ਨਹੀਂ ਕਹਿੰਦਾ ਮਸਜਿਦ ਭੈੜੀ ਹੈ ਜਾਂ ਚਰਚ ਭੈੜਾ ਜਾਂ ਮੰਦਰ ਭੈੜਾ ਹੈ, ਪਰ ਮੈਂ ਗੁਰਦੁਆਰੇ ਜਾ ਕੇ ਹੀ ਮੱਥਾ ਟੇਕਦਾ। ਮੇਰਾ ਆਧਾਰ, ਮੇਰੀ ਸਾਰੀ ਸਪੋਰਟ ਉੱਥੇ ਹੀ ਹੈ। ਸਾਚਾ ਨਾਮ ਮੇਰਾ ਆਧਾਰੋ, ਅੱਗੇ ਬੋਲੋ। ਸਤ ਨਾਮ आधार मेरा जिन भुखा सब गवाइयां। ਹੁਣ ਇੱਥੇ ਉਹਨਾਂ ਨੇ ਗੱਲ ਕੀਤੀ ਹੈ ਭੁੱਖਾਂ ਸਭ ਗਵਾਈਆਂ। ਭੁੱਖਾਂ ਜਿਹਨਾਂ ਜਿੰਨੀ ਮਰਜ਼ੀ ਇਹਦੀ ਟ੍ਰਾਂਸਲੇਸ਼ਨ ਕਰ ਲਓ। ਡਿਜ਼ਾਇਰਸ ਦੀ ਜਿਹੜੀ ਭੁੱਖ ਸੀ ਮੈਨੂੰ, ਚਾਹਤ ਦੀ ਜਿਹੜੀ ਭੁੱਖ ਸੀ ਮੈਨੂੰ, ਚੀਜ਼ਾਂ ਲੈਣ ਦੀ ਜਿਹੜੀ ਭੁੱਖ ਸੀ ਮੈਨੂੰ, ਜਾਂ ਡਿਜ਼ਾਇਰਸ ਕਹਿ ਲਓ, ਕਿ ਇਹ ਜਿਹੜਾ ਆਧਾਰ ਸੀ, ਜਿਹੜੀ ਫਾਊਂਡੇਸ਼ਨ ਸੀ ਅਕਾਲ ਪੁਰਖ ਦੀ, ਉਸ ਆਧਾਰ ਨੇ ਮੈਨੂੰ ਸਭ ਕੁਝ ਦਿੱਤਾ। ਮੇਰਾ ਮਨ ਸ਼ਾਂਤ ਹੈ, ਮੈਨੂੰ ਸਭ ਕੁਝ ਮਿਲ ਗਿਆ। ਔਰ ਜਿਸ ਦਿਨ ਦਵਿੰਦਰ ਤੁਸੀਂ ਹੱਥ ਰੱਖੋਗੇ ਨਾ ਆਪਣੇ ਇੱਥੇ ਤੇ ਕਹੋਗੇ ਅਕਾਲ ਪੁਰਖ ਸੱਚੇ ਪਾਤਸ਼ਾਹ ਤੂੰ ਮੈਨੂੰ ਸਭ ਕੁਝ ਦੇ ਦਿੱਤਾ, ਉਹ ਦਿਨ ਤੁਹਾਡਾ ਸਭ ਤੋਂ ਜ਼ਿਆਦਾ ਸ਼ਾਂਤੀ ਦਾ ਦਿਨ ਹੋਏਗਾ। ਕਰਕੇ ਦੇਖ ਲਓ। ਸਵੇਰੇ ਅਰਦਾਸ ਕਰਦੇ ਨਾ ਜਦੋਂ, ਉਹ ਆਪਣੀ ਸ਼ਾਪਿੰਗ ਲਿਸਟ ਨਾ ਪੜੋ। ਸ਼ਾਪਿੰਗ ਲਿਸਟ ਦੀ ਜਗ੍ਹਾ ਸਿਰਫ ਨਵਤੇਜ ਜੀ ਇਹ ਕਹੋ ਸੱਚੇ ਸਾਹਿਬਾ ਮੈਨੂੰ ਤੂੰ ਬਹੁਤ ਬਖਸ਼ਿਸ਼ ਮੇਰੇ ਤੇ ਕੀਤੀ ਹੈ, ਥੈਂਕ ਯੂ ਵੈਰੀ ਮਚ, ਬਸ। ਬਾਕੀ ਉਹ ਆਪੇ ਸਮਝੇਗਾ, ਬਿਨ ਬੋਲੇ ਸਭ ਕੁਝ ਜਾਣਦਾ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਇਹ ਤਾਂ ਹੁਣ ਪੰਜਾਬੀ ਦੇ ਆਮ ਫਰੇਜ਼ ਨੇ ਨਾ, ਤੁਸੀਂ ਉਹ ਤੋਂ ਕੁਰਬਾਨ ਜਾਂਦੇ ਹੋ ਜਿਹਨੇ ਤੁਹਾਨੂੰ ਇੰਨਾ ਪਿਆਰ ਦਿੱਤਾ, ਜਿਹਨੇ ਤੁਹਾਨੂੰ ਇੰਨਾ ਮਾਣ ਦਿੱਤਾ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਉਸ ਗੁਰੂ ਤੋਂ, ਉਸ ਅਕਾਲ ਪੁਰਖ ਤੋਂ ਮੈਂ ਕਈ ਵਾਰੀ ਸਦਕੇ ਜਾਣਾ, ਜਿਸ ਦੀਆਂ ਇਹ ਵਡਿਆਈਆਂ, ਜਿਹਦੀਆਂ ਸਾਰੀਆਂ ਤਾਰੀਫਾਂ ਉੱਤੇ ਉਹ ਕਰ ਚੁੱਕੇ ਨੇ। ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਤੁਸੀਂ ਜਿਹੜਾ ਸ਼ਬਦ ਹੈ ਅਕਾਲ ਪੁਰਖ ਦਾ, ਜਿਹੜਾ ਅਕਾਲ, ਮੈਂ ਤੇ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਸ਼ਬਦ ਹੀ ਤੁਹਾਨੂੰ ਅਕਾਲ ਪੁਰਖ ਦੇ ਨਾਲ ਜੋੜੇਗਾ। ਸ਼ਬਦ ਨਾਲ ਪਰਮਜੀਤ ਦੀ ਜਿਹੜਾ ਤੁਹਾਡਾ ਪਿਆਰ ਹੈ, ਸ਼ਬਦ ਜਿਹੜਾ ਤੁਸੀਂ ਆਪਣੇ, ਜਿਹੜਾ ਅੱਜ ਮਨ ਦੀ ਗੱਲ ਕਰਨੀ ਹੈ ਵਜ਼ੀਰ ਨੇ, ਸ਼ਬਦ ਜਿਹੜਾ ਤੁਸੀਂ ਆਪਣੇ ਸੱਚੇ ਮਨ ਦੇ ਨਾਲ ਪੜੋਗੇ, ਸੱਚੇ ਮਨ ਨਾਲ ਪੜਨਾ, ਪਿਆਰ ਰੂਹ ਦੇ ਨਾਲ ਪੜਨਾ, ਖਾਲੀ ਟੰਗ ਦੇ ਨਾਲ ਨਹੀਂ, ਇੱਥੋਂ ਨਿਕਲੇ, ਤੁਹਾਡੀ ਆਤਮਾ ਤੋਂ ਨਿਕਲੇ, ਫਿਰ ਪਹੁੰਚੇਗਾ ਰੱਬ ਤੱਕ। ਕਿਉਂਕਿ ਇੱਥੇ ਸ਼ਬਦ ਤੇ ਨਾਮ ਇੰਟਰਚੇਂਜੇਬਲੀ ਯੂਜ਼ ਕੀਤਾ ਹੋਇਆ, ਕਿਉਂਕਿ ਸ਼ਬਦ ਵੀ ਇੱਕ ਥਾਂ ਕਿਹਾ ਤੇ ਪਹਿਲਾਂ ਨਾਮ ਵੀ ਦੱਸਿਆ, ਸੋ ਇੰਟਰਚੇਂਜੇਬਲੀ ਆਪਾਂ ਯੂਜ਼ ਕਰ ਸਕਦੇ ਹਾਂ ਇਹਨੂੰ। ਕੀ ਚੀਜ਼? ਸ਼ਬਦ ਤੇ ਨਾਮ ਸਿਨੋਨਿਮ ਤਾਂ ਨਹੀਂ ਹੈ, ਪਰ ਕੀਤਾ ਜਾ ਸਕਦਾ, ਕਿਉਂਕਿ ਸ਼ਬਦ ਦੇ ਵਿੱਚ ਹੀ ਨਾਮ ਹੈ ਤੇ ਨਾਮ ਦੇ ਵਿੱਚ ਹੀ ਸ਼ਬਦ ਹੈ। ਠੀਕ ਹੈ, ਯੂ ਆਰ ਰਾਈਟ। ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਮੇਰਾ ਨਾਮ, ਮੇਰਾ ਆਧਾਰ, ਮੇਰੀ ਜ਼ਿੰਦਗੀ ਦੇ ਵਿੱਚ ਹੋਰ ਕੋਈ ਆਸਰਾ ਨਹੀਂ ਹੈ ਸਵਾਏ, ਠੀਕ ਹੈ, ਸਵਾਏ ਸ਼ਬਦ ਤੋਂ, ਸਵਾਏ ਨਾਮ ਤੋਂ, ਸਵਾਏ ਵਾਹਿਗੁਰੂ। ਇੱਥੇ ਡਾਕਟਰ ਸਾਹਿਬ ਜਿਹੜਾ ਸ਼ਬਦ, ਜਿਹੜਾ ਅੱਖਰ ਹੈ ਨਾ,
ਉਹ ਸ਼ਬਦ ਵਾਸਤੇ ਨਹੀਂ, ਇਟਸ ਨਾਟ ਲਾਈਕ ਸ਼ਬਦ ਜੀ ਮਹਾਰਾਜ ਨੇ ਦੇਖਿਆ, ਸ਼ਬਦ ਤੇ ਗੁਰੂ ਦਾ ਜਿਹੜਾ ਹੁਕਮ ਹੈ ਉਹ ਸ਼ਬਦ ਕਹਿੰਦੇ ਆ, ਗੁਰੂ ਦਾ ਹੁਕਮ ਕੀ ਆ, ਉਹ ਸ਼ਬਦ ਮੰਨੀਦਾ ਆ। ਠੀਕ, ਤੁਹਾਡੀ ਜੋ ਹਰ ਇੱਕ ਦੀ ਦੇਖੋ ਕੋਈ ਨਾ ਕੋਈ ਇੰਟਰਪ੍ਰੀਟੇਸ਼ਨ ਹੈ, ਇਟ ਵਿਲ ਟੇਕਸ ਯੂ ਦੀ ਸੇਮ ਥਿੰਗ। ਤੁਸੀਂ ਵਾਹਿਗੁਰੂ ਨੂੰ ਲੱਭਣਾ, ਉਹਨੂੰ ਨਾਮ ਨਾਲ ਲੱਭੋਗੇ ਕਿ ਸ਼ਬਦ ਨਾਲ ਲੱਭੋਗੇ, ਕਿ ਦੋਨਾਂ 'ਚ ਫਰਕ ਹੈ ਕਿ ਨਹੀਂ ਫਰਕ? ਨਾਮ ਕਿੱਥੋਂ ਆਏਗਾ? ਸ਼ਬਦ ਦੇ ਥਰੂ ਹੀ ਆਏਗਾ, ਤੇ ਸ਼ਬਦ ਦੇ ਵਿੱਚ ਹੀ ਨਾਮ ਹੈ, ਤੇ ਨਾਮ ਦਾ ਮਤਲਬ ਹੀ ਹੈ ਕਿ ਸ਼ਬਦ ਪੜੋਗੇ ਤਾਂ ਨਾਮ ਆਏਗਾ। ਹੁਣ ਤੁਸੀਂ ਨੌਵੀਂ ਪਾਤਸ਼ਾਹੀ ਦੇ ਸ਼ਲੋਕ ਪੜ੍ਹਦੇ ਹੋ, ਔਰ ਮੇਰੇ ਖਿਆਲ ਤੁਸੀਂ ਕਿੰਨੇ ਸ਼ਲੋਕ ਕੀਤੇ ਨੇ? 6 ਹੋ ਗਏ। ਹਾਂਜੀ, ਜਿਹੜੇ ਹੁਣ ਸ਼ਲੋਕ ਤੁਸੀਂ ਕਰ ਰਹੇ ਸਨ ਉਹ ਸ਼ਲੋਕ ਬਿਲਕੁਲ ਮਿਲਦੇ ਜੁਲਦੇ ਸਨ, ਔਰ ਉਹਨਾਂ ਦੇ ਵਿੱਚੋਂ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਧਨ ਹੈ, ਜਿਹੜੀ ਇਸਤਰੀ ਹੈ, ਜਿਹੜੇ ਬਾਲ ਬੱਚੇ ਨੇ, ਇਹਨਾਂ ਨੇ ਅੱਜ ਹੈ ਕੱਲ ਨਹੀਂ ਹੈ, ਇਹਨੇ ਸਭ ਤੁਰ ਜਾਣਾ। ਬਿਰਧ ਪਇਓ ਪਹੁੰਚੇ ਨਹੀਂ, ਬਿਰਧ ਪਇਓ ਸੂਝੇ ਨਹੀਂ, ਕਾਲ ਪਹੁੰਚਿਓ ਇਹ ਆਣ, ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਬਜੇ ਭਗਵਾਨ। ਉਮਰ ਲੰਘ ਰਹੀ ਹੈ, ਕਿਸੇ ਵੇਲੇ ਵੀ ਮੌਤ ਨੇ ਦਰਵਾਜ਼ੇ ਤੇ ਨੌਕ ਕਰ ਦੇਣੀ ਹੈ, ਮੇਰਾ ਨਾਮ ਲੈ ਲਾ। ਤੁਸੀਂ ਵੀ ਹੋਰ ਕਈ ਧਰਮ ਗ੍ਰੰਥ ਪੜ੍ਹਦੇ ਹੋਵੋਗੇ, ਗੀਤਾ ਦੇ ਵਿੱਚ ਕਲੀਅਰ ਕ੍ਰਿਸ਼ਨ ਕਹਿੰਦੇ ਨੇ, ਜੇ ਤੁਸੀਂ ਆਪਣੀ ਜ਼ਬਾਨ ਤੇ ਮੇਰਾ ਨਾਮ ਰੱਖੋਗੇ ਅੰਤ ਵੇਲੇ, ਮੈਂ ਤੁਹਾਨੂੰ ਸਵਰਗਾਂ ਵਿੱਚ ਲੈ ਜਾਵਾਂਗਾ। ਇਹੋ ਕਹਿ ਰਹੇ ਨੇ ਗੁਰੂ ਸਾਹਿਬ ਜੀ, ਬਿਰਧ ਪਇਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਉਹ ਹੁਣ ਤਾਂ ਰੱਬ ਦਾ ਨਾਮ ਲੈ। ਫਿਰ ਦਰ, ਧਨ, ਦਾਰਾ, ਦਾਰਾ ਮੀਨ ਵਾਟੀ ਜਾਂ ਜੀਵਨ ਸਾਥੀ, संपत सगल जिन अपनी कर मान, इनमें कुछ संगी नहीं, नानक साची जान। पिछले भी कीते ने। सो आज असीं करांगे 7 ते 8। तन धन जै को जियो तांस्यो नेहो न कीन। अगर प्रॉपर ग्रामर हुंदी ना ते ਇਹਦੇ ਪਿੱਛੇ ਮਾਰਕ ਆਫ ਇੰਟਰੋਗੇਸ਼ਨ ਹੋਣਾ ਸੀ, ਕੁਐਸਚਨ ਮਾਰਕ ਹੋਣਾ ਸੀ। ਕੀ ਕਹਿੰਦੇ ਨੇ ਉਹ? ਤਨ ਧਨ ਜੈ ਤੋ ਕੋ ਦਿਓ, ਫਿਰ ਕੁਐਸਚਨ ਮਾਰਕ ਹੈ ਕਿ ਨਵਤੇਜ ਤਾਂ ਸਿਓ ਨਿਓ ਨਾ ਕੀਨ। ਜਿਹਨੇ ਤੈਨੂੰ ਇਹ ਸਭ ਕੁਝ ਦਿੱਤਾ, ਐਡੀ ਬਿਊਟੀਫੁਲ ਬੋਡੀ ਦਿੱਤੀ ਹੈ, ਰਹਿਣ ਨੂੰ ਜਗ੍ਹਾ ਦਿੱਤੀ ਹੈ, ਤਨ ਮੀਨ ਤੁਹਾਡੀ ਪ੍ਰਾਪਰਟੀ ਦਿੱਤੀ ਹੈ, ਗਹਿਣੇ ਦਿੱਤੇ ਨੇ, ਕੱਪੜੇ ਦਿੱਤੇ ਨੇ, ਫਿਰ ਤਾਂ ਸਿਓ ਨਿਓ ਨਾ ਕੀਨ। ਉਹਦੇ ਨਾਲ ਹੀ ਤੈਨੂੰ ਪਿਆਰ ਕੋਈ ਨਹੀਂ, ਉਹਦਾ ਹੀ ਨਾਂ ਤੂੰ ਸਿਮਰਦਾ ਨਹੀਂ, ਉਹਨੂੰ ਤੂੰ ਕਦੀ ਯਾਦ ਨਹੀਂ ਕਰਦਾ। ਬਾਕੀ ਦੁਨੀਆ ਦੀ ਤੈਨੂੰ ਹਰ ਚੀਜ਼ ਯਾਦ ਹੈ। ਕਹੋ ਨਾਨਕ ਨਰ ਬਾਵਰੇ, ਪਾਗਲ ਮਨੁੱਖ ਅਬ ਕਿਉਂ ਡੋਲਤ ਦੀਨ। ਹੁਣ ਕਿਉਂ ਨਿਮਾਣਾ ਬਣਿਆ ਫਿਰਦਾ? ਜਿਸ ਵੇਲੇ ਵੇਲਾ ਸੀ ਉਦੋਂ ਤੇ ਤੂੰ ਕੁਛ ਕੀਤਾ ਨਹੀਂ। ਜਿਹਨੇ ਤੈਨੂੰ ਸਭ ਕੁਛ ਦਿੱਤਾ ਉਹਨੂੰ ਤੂੰ ਚੇਤੇ ਨਹੀਂ ਕੀਤਾ। ਫਿਰ ਕਹਿੰਦੇ ਨੇ ਤਨ, ਰਿਪੀਟ ਹੀ ਆਲਮੋਸਟ, तन धन संपे सुख दियो अर्जय निके धाम। एग्जैक्टली सेम जो उत्ते आया। तन धन संपे मैंने जायदाद, सुख दियो और जय के निके खूबसूरत धाम घर महल। को नानक सुन रे मना सिमरत काहे न राम। तू ये जो फिर उन्होंने एक जगह क्या ना, जो सुख को चाहे सदा शरण राम की ले। को नानक सुन रे मना दुर्लभ मानक दे। ये शरीर दोबारा नहीं मिलना। सो प्लीज परमात्मा नूं ना विसारो, परमात्मा नूं हमेशा याद रखो। मेरी कंट्रीब्यूशन इत्थे खत्म है। हुण जी या ते ਹੁਣ ਵਜ਼ੀਰ ਜੀ ਨੂੰ ਖੈਰ ਵਜ਼ੀਰ ਜੀ ਦਾ ਸੁਣ ਲਓ ਮਨ ਦੇ ਉੱਤੇ, ਉਸ ਤੋਂ ਬਾਅਦ ਫਿਰ ਸੁਖਮਨੀ ਸਾਹਿਬ ਦੀ ਦੇਵੀ ਪੌੜੀ। ਵਜ਼ੀਰ ਜੀ। ਹਾਂਜੀ, ਇਹ ਜਿਹੜਾ ਮਨ ਦਾ ਸਬਜੈਕਟ ਹੈ, ਇਹਦਾ ਪਤਾ ਨਹੀਂ ਲੱਗਦਾ ਕਿੱਥੋਂ ਸ਼ੁਰੂ ਕਰੀਏ ਤੇ ਕੀ ਇਹਦੇ ਵਿੱਚ ਹੋਏਗਾ, ਕਿਉਂਕਿ ਜਿਤਨੀ ਗੁਰਬਾਣੀ ਹੈ ਇਹ ਘੁੰਮ ਘੁਮਾ ਕੇ ਸਿੱਧਾ ਅਟੈਕ ਮਨ ਤੇ ਕਰਦੀ ਹੈ। ਮਨ ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਏਦਾਂ ਦੀ ਹੈ ਕਿ ਇਹ 'ਚ ਤੁਸੀਂ ਜੇ ਕੋਈ ਸਬਜੈਕਟ ਟੋਲਣਾ ਹੋਵੇ ਤਾਂ ਹਰ ਇੱਕ ਗੁਰੂ ਦੀ ਬਾਣੀ ਪੜ੍ਹਨੀ ਪੈਂਦੀ ਹੈ।
ਇੱਕ ਥਾਂ ਤੇ ਨਹੀਂ ਹੈ, ਕੋਈ ਦੂਜੇ ਪੇਜ ਤੇ ਆ ਜਾਏਗੀ, ਕੋਈ 20ਵੇਂ ਪੇਜ ਤੇ, ਕੋਈ 50 ਪੇਜ ਤੇ। ਸਾਰੇ ਜਦੋਂ ਤੁਸੀਂ ਪੜ੍ਹੋਗੇ ਉਹ ਫਿਰ ਇਕੱਠਾ ਕਰਕੇ ਤੁਹਾਨੂੰ ਹਰ ਇੱਕ ਦੀ ਆਪਣੀ ਆਪਣੀ ਸਮਝ ਅਨੁਸਾਰ ਉਹਨਾਂ ਨੂੰ ਇਕੱਠਾ ਕਰੇਗਾ ਤੇ ਉਹਦੀ ਵਿਆਖਿਆ ਹੋਏਗੀ। ਹੁਣ ਇਹ ਕਿਉਂਕਿ ਗੁਰਬਾਣੀ ਜਿਹੜੀ ਪੋਇਟਰੀ ਵਿੱਚ ਹੈ, ਇਸ ਕਰਕੇ ਇਹਦੇ ਅਰਥ ਹੋਰ ਵੀ ਔਖੇ ਹੋ ਜਾਂਦੇ ਆ। ਇਸ ਕਰਕੇ ਕੋਈ ਵੀ ਜਿਹੜੇ ਬੰਦੇ ਨੇ ਵੀ ਕਿਸੇ ਸਬਜੈਕਟ ਤੇ ਗੁਰਬਾਣੀ ਵਿੱਚ ਆਏ ਤੇ ਗੱਲ ਕਰਨੀ ਹੋਵੇ, ਉਹ 100% ਇੱਕ ਦੂਜੇ ਨਾਲ ਐਗਰੀ ਨਹੀਂ ਹੋ ਸਕਦਾ। ਥੋੜੀ ਥੋੜੀ ਬਹੁਤੀ ਜਾਂ ਉਹਦੇ ਵਿੱਚ ਫਰਕ ਹੋਣਗੇ। ਇਹ ਫਿਰ ਤੁਹਾਡੀ ਆਪਣੀ ਸਮਝ ਹੈ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਲੈਣਾ ਹੈ। ਕੋਈ ਬੰਦਾ ਠੀਕ ਨਹੀਂ ਹੋਏਗਾ ਇਹ 'ਚ, ਕੋਈ ਬੰਦਾ ਗਲਤ ਨਹੀਂ ਹੋਏਗਾ। ਜਿਹਨੇ ਜਿੰਨਾ ਪੜ੍ਹਿਆਏਗਾ, ਜਿੰਨਾ ਸਮਝਾਏਗਾ, ਉਹਦੇ ਅਨੁਸਾਰ ਉਹਦੇ ਅਰਥ ਕਰਦਾ ਰਹੇਗਾ। ਇਹ ਇਹਨਾਂ ਜੇ ਗੁਰਮਤ ਅਨੁਸਾਰ ਜੇ ਮਨ ਹੈ ਜਿਹੜਾ, ਮਨ ਇਹ ਪਰਮਾਤਮਾ ਦੀ ਜੋਤ ਹੈ, ਮਨ ਤੋਂ ਜੋਤ ਸਰੂਪ ਹੈ। ਇਸ ਲਈ ਇਹ ਕਿਉਂਕਿ ਇਹ ਮਨੁੱਖ ਦੇ ਵਿੱਚ ਹੈ, ਥੋੜੀ ਜਿਹੀ ਅਸੀਂ ਗੁਰਬਾਣੀ ਵਿੱਚ ਮਨੁੱਖ ਹਸਤੀ ਦੀ ਕੀ ਡੈਫੀਨੇਸ਼ਨ ਹੈ, ਮਨੁੱਖ ਹਸਤੀ ਕੀ ਹੈ ਗੁਰਬਾਣੀ ਦੇ ਵਿੱਚ। ਗੁਰਬਾਣੀ ਇਹ ਕਹਿੰਦੀ ਕਿ ਤੁਹਾਡਾ ਜਿਹੜੀ ਬੋਡੀ ਹੈ, ਜਿਤਨੀ ਵੀ ਸਾਰੀ ਪ੍ਰਕਿਰਤੀ ਹੈ, ਉਹਦੇ ਵਿੱਚ ਬੋਡੀ ਹੈ ਤੇ ਚੇਤਨਾ ਹੈ। ਪਰ ਮਨੁੱਖ ਦੇ ਵਿੱਚ ਇਹ ਸਰੀਰ ਤੇ ਚੇਤਨਾ ਉਹ ਸਿਖਰ ਤੇ ਹੈ। ਇਹਦੇ ਵਿੱਚ ਚੇਤਨਾ ਵੀ ਔਨ ਦਾ ਟੌਪ ਹੈ ਤੇ ਥੋੜੀ ਬੋਡੀ ਵੀ ਔਨ ਦਾ ਟੌਪ ਹੈ ਸਾਰੀ ਪ੍ਰਕਿਰਤੀ ਦੇ ਵਿੱਚ। ਇਸ ਕਰਕੇ ਇਹਨੂੰ ਤੇਰੀ ਸਿੱਖਦਾਰੀ, ਧਰਤੀ ਤੇ ਤੇਰੀ ਸਿੱਖਦਾਰੀ, ਇਹ ਗੁਰਬਾਣੀ ਦਾ। ਤੇ ਦੂਜਾ ਕਿ ਸਰੀਰ ਵਿੱਚ ਵਸਦੀ ਜੋਤ ਕਦੇ ਨਾਸ ਨਹੀਂ ਹੁੰਦੀ। ਜੀਵ ਆਤਮਾ ਅਵਿਨਾਸ਼ੀ ਹੈ। ਇਹ ਹਰ ਇੱਕ ਧਰਮ ਨੇ ਇਹਨੂੰ ਵੱਖਰੇ ਵੱਖਰੇ ਢੰਗ ਨਾਲ ਕਿਹਾ ਹੈ। ਤਾਂ ਹੀ ਥੋੜੇ ਥੋੜੇ ਧਰਮਾਂ 'ਚ ਫਰਕ ਹੈ ਕਿ ਥੋੜੀ ਜਿਹੜੀ ਜੋਤ ਹੈ ਉਹ ਜਾਂ ਥੋੜੀ ਆਤਮਾ ਹੈ, ਉਹ ਕਿਵੇਂ ਨਸ਼ਟ ਹੁੰਦੀ ਹੈ, ਕਿਵੇਂ ਉਹਨੇ ਕਦੋਂ ਜਾਣਾ ਹੈ, ਕਿੱਥੇ ਰਹਿਣਾ ਹੈਗਾ। ਵੈਸਟਰਨ ਫਿਲਾਸਫੀ ਹੋਰ ਕਹਿੰਦੀ ਹੈ, ਈਸਟਰਨ ਫਿਲਾਸਫੀ ਹੋਰ ਕਹਿੰਦੀ ਹੈ ਇਹਦੇ ਪਿੱਛੇ। ਨੰਬਰ ਤੀਜਾ ਹੈ ਕਿ ਜੀਵ ਆਤਮਾ ਨਿਰੰਕਾਰ ਦਾ ਅੰਸ਼ ਹੈ। ਗੁਰਬਾਣੀ ਇਹ ਕਹਿੰਦੀ ਹੈ ਕਿ ਅੰਸ਼ ਹੈ, ਨਿਰੰਕਾਰ ਪੂਰਾ ਹੈ ਪਰ ਜੀਵ ਪੂਰਾ ਹੈ। ਇਹ ਪੂਰਾ ਨਹੀਂ ਹੈ, ਇਹ 'ਚ ਘੱਟ ਆਏਗਾ। ਨਿਰੰਕਾਰ ਸਰਬ ਸ਼ਕਤੀਮਾਨ ਹੈ ਅਤੇ ਜੀਵ ਆਤਮਾ ਵਿੱਚ ਸਮਰੱਥਾ ਨਹੀਂ। ਇਸ ਕਰਕੇ ਜਦੋਂ ਅਸੀਂ ਕਹਿੰਦੇ ਕਿ ਤੁਸੀਂ ਮਰ ਕੇ ਉਹਦੇ ਵਰਗੇ ਹੋ, ਉਹਦੇ ਵਿੱਚ ਰਲ ਗਏ, ਪਰ ਉਹਦੇ ਵਿੱਚ ਰਲੇ ਉਹਦੇ ਵਰਗੇ ਨਹੀਂ ਹੋਏ। ਉਹ ਨਹੀਂ ਹੋਏ, ਤੁਸੀਂ ਪੂਰੇ ਹੈ, ਉਹ ਪੂਰਾ ਹੈ। ਉਹ ਸਰਬ ਸ਼ਕਤੀਮਾਨ ਹੈ, ਤੁਸੀਂ ਸਰਬ ਸ਼ਕਤੀਮਾਨ ਨਹੀਂ ਹੈ। ਤੇ ਫਿਰ ਚੌਥਾ ਇਹ ਨਾ ਮੋਟੇ ਮੋਟੇ ਇਹ ਤੋਂ ਬਾਅਦ ਤੁਸੀਂ 100 ਹੋਰ ਸਿਧਾਂਤ ਕੱਢ ਸਕਦੇ ਆ ਮਨੁੱਖ ਬਾਰੇ, ਪਰ ਜਿਹੜੇ ਮੈਂ ਚਾਰ ਪੰਜ ਕੱਢੇ ਹੈਗੇ, ਉਹ ਮੇ ਬੀ ਆਈ ਐਮ ਰੋਂਗ, ਮੇ ਬੀ ਆਈ ਐਮ ਰਾਈਟ। ਇਹ ਤੁਸੀਂ ਆਪਣਾ ਫੈਸਲਾ ਆਪ ਕਰ ਲਿਓ। ਜੀਵ ਹੁਕਮ ਤੋਂ ਇੱਧਰ ਉੱਧਰ ਨਹੀਂ ਹੋ ਸਕਦਾ, ਪਰ ਨਿਰੰਕਾਰ ਦੀਆਂ ਦਿੱਤੀਆਂ ਤਾਕਤਾਂ ਨੂੰ ਆਪਣੀ ਮਰਜ਼ੀ ਨਾਲ ਵਰਤ ਸਕਦਾ ਹੈ। ਇਹ ਜਿਹੜੀ ਉਹਦੀ ਆਪਣੀ ਮਰਜ਼ੀ ਨਾਲ ਵਰਤਣ ਦੀ ਆਗਿਆ ਹੈ ਜਾਂ ਉਹਦੀ ਸਮਰੱਥਾ ਹੈ, ਇਹ ਤੁਹਾਡੀ ਹੋਮ ਹੈ ਜਾਂ ਤੁਹਾਡੀ ਕਰਮ, ਇਹਦੇ ਨਾਲ ਉਪਜਦੇ ਨੇ। ਤੇ ਉਹ ਕਰਮਾਂ ਦੇ ਨਾਲ ਫਿਰ ਥੋੜਾ ਜਨਮਾਂ ਦਾ ਚੱਕਰ ਸ਼ੁਰੂ ਹੁੰਦਾ ਹੈਗਾ, ਕਿਉਂਕਿ ਤੁਹਾਨੂੰ ਸਮਰੱਥਾ ਦੇਤੀ ਕਿ ਤੁਸੀਂ ਆਪਣੀ ਮਰਜ਼ੀ ਨਾਲ, ਮੇਰੀ ਓਵਰਆਲ ਲਾਅ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਹੋ। ਤੇ ਉਹ ਜਿਹੜੀ ਤੁਹਾਡੀ ਉਹ ਮਰਜ਼ੀ ਹੈ, ਉਹ ਤੁਹਾਡੇ ਕਰਮ ਪੈਦਾ ਕਰਦੀ ਹੈ। ਤੇ ਕਰਮਾਂ ਨਾਲ ਫਿਰ ਥੋੜਾ ਜ਼ਿੰਦਗੀ ਦਾ ਚੱਕਰ ਸ਼ੁਰੂ ਹੁੰਦਾ ਹੈ ਕਿ ਆਵਾਗਮਨ 'ਚ ਪੈਣਾ ਹੈ ਜਾਂ ਉਹਦੇ ਵਿੱਚ ਰਲਣਾ ਹੈ। ਇਹ ਆਤਮਾ ਦੀ ਪ੍ਰਫੁੱਲਤਾ ਹੈ ਜਿਹੜੀ, ਜੇ ਇਹਨੂੰ ਤੁਸੀਂ ਪੂਰਾ ਜਗਾਉਣਾ ਹੈ, ਇਹ ਨਿਰੰਕਾਰ ਦੀ ਮਿਹਰ ਨਾਲ ਹੋਏਗੀ ਤੇ ਉਹਨੂੰ ਮਿਲਣ ਦਾ ਇੱਕੋ ਹੀ ਰਸਤਾ ਹੈ। ਇਹ ਮੋਟੇ ਮੋਟੇ ਸਿਧਾਂਤ 5-6 ਜਿਹੜੇ ਮੈਂ ਥੋੜੇ ਜਿਹੇ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਕਿ ਇਹ ਜੇ ਹੁਣ ਸਾਨੂੰ ਮਨੁੱਖ ਦਾ ਪਤਾ ਲੱਗ ਗਿਆ ਕਿ ਮਨੁੱਖ ਇਕੱਲਾ ਸਰੀਰ ਨਹੀਂ ਹੈ, ਇਹਦੇ ਵਿੱਚ ਆਤਮਾ ਹੈ। ਹੁਣ ਜਿਹੜੀ ਆਤਮਾ ਹੈ, ਅੱਗੇ ਉਹਦੀ ਡੈਫੀਨੇਸ਼ਨ ਹੈ ਜਿਹੜੀ, ਜਿਹਦੇ ਵਿੱਚ ਮਨ ਇੱਕ ਮਾਤਰਾ ਆਉਂਦੀ ਹੈਗੀ
ਇਹਦੇ ਵਿੱਚ ਫਿਰ ਤੁਸੀਂ ਜਿੰਨੀਆਂ ਮਰਜ਼ੀ ਹੋਰ ਚੀਜ਼ਾਂ ਲਾਈ ਜਾਓ ਕਿ ਇਹ ਜਿਹੜਾ ਮਨ ਹੈ ਇਹ ਸਰੀਰ ਦਾ ਬਹੁਤ ਸੂਖਮ ਅੰਸ਼ ਹੈ, ਅਦ੍ਰਿਸ਼ਟ ਹੈ, ਇਹਨੂੰ ਦੇਖ ਨਹੀਂ ਸਕਦਾ, ਇਹਦੀ ਕੋਈ ਡੈਫੀਨੇਸ਼ਨ ਨਹੀਂ ਦੇ ਸਕਦਾ, ਇਹਦੀ ਕੋਈ ਸ਼ਕਲ ਨਹੀਂ ਬਣਾ ਸਕਦਾ, ਇਹਦੀ ਕੋਈ ਬੋਡੀ ਨਹੀਂ ਬਣਾ ਸਕਦਾ, ਕਿਉਂਕਿ ਅਦ੍ਰਿਸ਼ਟ ਹੈ। ਪਰ ਇਹ ਸਾਰਿਆਂ ਨਾਲੋਂ ਇੰਪੋਰਟੈਂਟ ਅੰਗ ਜਾਂ ਇੰਪੋਰਟੈਂਟ ਅੰਸ਼ ਤੁਹਾਡੇ ਵਿੱਚ ਹੈ। ਹੁਣ ਇਹਦਾ ਜੇ ਇਫ ਯੂ ਗੋ ਟੂ ਆਵਰ ਫਿਲਾਸਫੀ ਪਿੱਛੇ ਬੈਕ, ਕੱਠ ਉਪਨਿਸ਼ਦ ਹੈ ਜਿਹੜਾ, ਉਹਦੇ ਵਿੱਚ ਇਹਦੀ ਡਿਟੇਲਸ ਕਾਫੀ ਦਿੱਤੀਆਂ ਹੋਈਆਂ ਨੇ। ਉਹ ਇਹਦੀ ਸ਼ਕਲ ਵੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਤੁਹਾਡੇ ਸਰੀਰ ਦੇ ਵਿੱਚ, ਇਨਫੈਕਟ ਆਈ ਵਾਜ਼ ਲਿਸਨਿੰਗ ਕਿ ਇੱਕ ਹਾਈ ਬਹੁਤ ਟੌਪ ਦਾ ਡਾਕਟਰ ਇਹ ਆਪਣੀ ਟਾਕ ਕਰ ਰਿਹਾ ਸੀ। ਉਹ ਕਹਿੰਦਾ ਵੀ ਅਸੀਂ ਕਹਿ ਦਿੰਦੇ ਕਿ ਤੁਹਾਡਾ ਹਾਰਟ ਹੈ ਜਿਹੜਾ, ਇਹ ਬਲੱਡ ਥੋੜਾ ਪੰਪ ਕਰਦਾ ਸੀ, ਇਹਦੇ ਸਿਰ ਤੇ ਜਿਉਂਦੇ ਹੈਗੇ। ਉਹ ਕਹਿੰਦਾ ਵੀ ਹਾਰਟ ਦੇ ਵਿੱਚ ਇੰਨੀ ਸਮਰੱਥਾ ਹੈ ਨਹੀਂ, ਹਾਰਟ ਕੈਨ ਓਨਲੀ ਸਕ ਐਂਡ ਸਪਿਲ, ਇਹ ਪੰਪ ਨਹੀਂ ਹੈ। ਜੇ ਤੁਸੀਂ ਆਪਣੀਆਂ ਨਾੜਾਂ ਦਾ ਹਿਸਾਬ ਲਾਓ ਕਿੰਨੇ ਮੀਲ ਲੰਬੀਆਂ ਬਣਦੀਆਂ ਹੈਗੀਆਂ, ਕਿ ਪੰਪ ਵਿੱਚ ਕੋਈ ਈਵਨ ਮਕੈਨਿਕਲੀ ਪ੍ਰੋਡਿਊਸਡ ਪੰਪ ਵੀ ਇੰਨਾ ਸਟਰੋਂਗ ਨਹੀਂ ਹੋ ਸਕਦਾ ਕਿ ਇੰਨੀ ਬਰੀਕ ਨਾੜਾਂ ਦੇ ਵਿੱਚ ਇੰਨਾ ਬਲੱਡ ਇੰਨੀ ਰੈਗੂਲੈਰਿਟੀ ਨਾਲ ਫੀਡ ਕਰ ਸਕੇ। ਕਹਿੰਦਾ ਇਹ ਤੁਹਾਨੂੰ ਜਿਹਨੇ ਬਣਾਇਆ ਹੈ ਉਹਦੀ ਸਮਰੱਥਾ ਤੁਹਾਡੇ ਵਿੱਚ ਹੈ, ਉਹ ਤੁਹਾਡਾ ਮਨ ਹੈ। ਉਹ ਮਨ ਇਹ ਕੱਠ ਉਪਨਿਸ਼ਦ ਵਿੱਚ ਹੁੰਦਾ ਕਿ ਇਹ ਜਿਵੇਂ ਕਮਲ ਦਾ ਪੁੱਠਾ ਹੁੰਦਾ ਹੈ ਫੁੱਲ, ਉਹਦੇ ਵਰਗੀ ਇਹਦੀ ਸ਼ਕਲ ਹੈ, ਪਰ ਇਹ ਅਦ੍ਰਿਸ਼ਟ ਹੈ, ਤੁਹਾਨੂੰ ਕਦੇ ਦਿਸਦਾ ਨਹੀਂ। ਹੁਣ ਇਹ ਪਰ ਉਹ ਸਾਰੀ ਡਿਟੇਲ ਦੇ ਕੇ ਉਹ ਇੱਕ ਕਰਦਾ ਕਿ ਇੰਦਰੀਆਂ ਦਾ ਲਗਾਮ ਹੈ। ਉਹ ਜਿਵੇਂ ਆਪਣਾ ਗੁਰਬਾਣੀ ਚਾਹੁੰਦਾ ਕਿ ਤੁਸੀਂ ਰੱਥ ਸਰੀਰ ਕਾ ਇੱਕ ਰੱਥ ਇੱਕ ਰਥਵਾਨ, ਤੇ ਉਹ ਜਿਹੜੀਆਂ ਤੁਹਾਡੀਆਂ ਇੰਦਰੀਆਂ ਨੇ, ਪੰਜ ਇੰਦਰੀਆਂ, ਇਹ ਤੁਹਾਡੇ ਸਰੀਰ ਦੇ ਘੋੜੇ ਹੈ, ਤੇ ਇਹਨਾਂ ਦੀ ਲਗਾਮ ਹੈ ਜਿਹੜੀ ਉਹ ਮਨ ਹੈ। ਸਾਰੀ ਡਿਸਕ੍ਰਿਪਸ਼ਨ ਦੇ ਕੇ ਕੱਠ ਉਪਨਿਸ਼ਦ ਇੱਥੇ ਖਤਮ ਕਰਤਾ। ਜੇ ਕਿਸੇ ਨੇ ਦੇਖਣਾ ਹੈਗਾ ਇਹ ਕੱਠ 133 ਦੇ ਵਿੱਚ ਥੋੜੀ ਡਿਟੇਲ ਹੈ, ਪਰ ਅੰਗਰੇਜ਼ੀ ਚ ਇਹਨੂੰ ਕੱਠ ਨਿਕਲੋ ਲਿਖੋਏਗਾ, ਕੱਠ ਨਹੀਂ ਕਹਿੰਦੇ। ਕਿ ਇਹ ਸੰਸਕ੍ਰਿਤ ਇਹਨੂੰ ਸਿਰਫ ਗਿਆਨ ਧਾਤੂ ਕਹਿ ਕੇ ਬੰਦ ਕਰ ਦਿੰਦੀ ਹੈ। ਗੁਰਬਾਣੀ ਅਨੁਸਾਰ ਤੁਹਾਡੀਆਂ ਸਾਰੀਆਂ ਦਿਮਾਗੀ ਤਾਕਤਾਂ, ਗਿਆਨ ਸ਼ਕਤੀਆਂ, ਸੰਕਲਪ, ਵਿਕਲਪ, ਸਮਝ, ਬੂਝ, ਸਿਆਣਪ, ਹਿੰਸਾ, ਇੱਛਾ, ਵਿਚਾਰ, ਅੰਤਹਿਕਰਨ ਆਦਿਕ ਸਾਰੇ ਮਨ ਦੇ ਵਿੱਚ ਆ ਜਾਂਦੇ ਹੈ। ਕਿਤੇ ਥੋੜਾ, ਕਿਤੇ ਬਹੁਤਾ, ਕਿਤੇ ਇਹਨਾਂ ਨੂੰ ਅਲੱਗ ਵੀ ਦੱਸਿਆ ਹੈ, ਕਿਤੇ ਫਿਰ ਇਹਨੂੰ ਸਾਰਿਆਂ ਨੂੰ ਸਮੇਟ ਕੇ ਮਨ ਦੇ ਵਿੱਚ ਵੀ ਦੱਸਦਾ ਹੈ। ਹੁਣ ਜੇ ਇਫ ਯੂ ਟੇਕ ਹਿਊਮਨ ਬੋਡੀ, ਜਿਵੇਂ ਡਾਕਟਰ ਸਾਹਿਬ ਵੀ ਕਈ ਵਾਰ ਆਪਾਂ ਕਲਾਸ 'ਚ ਡਿਸਕਸ ਕਰਾਂਗੇ ਕਿ ਜਿਹੜੀਆਂ ਗਿਆਨ ਇੰਦਰੀਆਂ ਤੁਹਾਡਾ ਪੰਜ ਗਿਆਨ ਇੰਦਰੀਆਂ ਜਿਹੜੇ ਅਸੀਂ ਕਹਿੰਦੇ 10 ਗਣਦੇ ਹੈਗੇ, ਕਿ ਇਹਦਾ ਸੁਨੇਹਾ ਸਾਡੇ ਦਿਮਾਗ 'ਚ ਪਹੁੰਚ ਜਾਏਗਾ। ਫਿਰ ਬ੍ਰੇਨ ਹੈ ਜਿਹੜਾ ਉਹਦੇ ਤੇ ਹੀ ਪਹੁੰਚ ਗਿਆ, ਤੇ ਦਿਮਾਗ ਆਪਣੀ ਫਿਰ ਜਿਹੜੀ ਇਹਦੀ ਰਸਾਇਣਿਕ ਸ਼ਕਤੀ ਹੈ ਉਹਦੀਆਂ ਤਬਦੀਲੀਆਂ ਨਾਲ ਇਹ ਸੁਨੇਹੇ ਨੂੰ ਅੱਗੇ ਭੇਜ ਦਿੰਦਾ ਹੈਗਾ। ਉਹ ਕਹਿੰਦੇ ਇਹ ਸੁਨੇਹਾ ਫਿਰ ਜਾਂਦਾ ਹੈਗਾ ਮਨ ਦੇ ਕੋਲੇ, ਤੇ ਜਿਹੜਾ ਫਿਰ ਮਨ ਰਾਜਾ ਹੈ, ਕਿਵੇਂ ਇਹਨੂੰ ਬੁੱਝਦਾ ਹੈ ਤੇ ਕਿਵੇਂ ਉਹ ਤੇ ਅਮਲ ਕਰਾਉਂਦਾ ਹੈਗਾ, ਇਹਦਾ ਕਿਸੇ ਨੂੰ ਨਹੀਂ ਪਤਾ, ਨਾ ਕਿਸੇ ਸਾਇੰਸ ਨੂੰ ਪਤਾ ਹੈ, ਨਾ ਕਿਸੇ ਬੰਦੇ ਨੇ ਇਹ ਜੀ ਜਾਂ ਕਿਸੇ ਨੇ ਇਹ ਖੋਜ ਕੀਤੀ ਹੈ ਕਿ ਮਨ ਥੋੜਾ ਕਿਵੇਂ ਉਹ ਸੁਨੇਹੇ ਭੇਜੇ ਨੂੰ ਕਿਹੜੀ ਤਰੀਕੇ ਨਾਲ ਰਸਾਇਣਿਕ ਸ਼ਕਤੀ ਨਾਲ ਕੁਛ ਕਰਕੇ ਉਹ ਤੁਹਾਨੂੰ ਐਕਸ਼ਨ ਵਾਸਤੇ ਤਿਆਰ ਕਰ ਦਿੰਦਾ ਹੈ, ਜਾਂ ਉਹ ਐਕਸ਼ਨ ਦੇ ਵਿੱਚ ਕੀ ਤੁਸੀਂ ਹੋਣਾ ਹੈ, ਕਿੱਥੇ ਫਿਰ ਉਹਦੀਆਂ ਸਟੇਜਿਸ ਅੱਗੇ ਅੱਗੇ ਆਉਂਦੀਆਂ ਕਿ ਇਹ ਕਰੇਗਾ, ਕੀ ਕਰੇਗਾ ਕਿ ਕੀ ਨਹੀਂ ਕਰੇਗਾ। ਹੁਣ ਜਿਹੜੀ ਸਾਇੰਸ ਹੈ ਇਹ ਪਦਾਰਥਕ ਸੰਸਾਰ ਦੀ ਅੰਤਲੀ ਪੌੜੀ ਨੂੰ ਨਹੀਂ ਜਾਣਦੀ, ਇਹ ਮਨ ਦੇ ਦਰਵਾਜ਼ੇ ਤੇ ਹੀ ਪਹੁੰਚ ਜਾਂਦੀ ਹੈ। ਜਿਵੇਂ ਡਾਕਟਰ ਸਾਹਿਬ ਕਹਿੰਦੇ ਘੰਟੀ ਵੀ ਖੜਕਾਤੀ, ਪਰ ਘੰਟੀ ਖੜਕਾ ਕੇ ਦਰਵਾਜ਼ਾ ਖੁੱਲਣ ਤੋਂ ਪਹਿਲਾਂ
ਸਾਇੰਸ ਪੁੱਠੇ ਕਰੀ ਮੁੜ ਜਾਂਦੀ ਹੈ, ਕਿਉਂਕਿ ਅੱਗੇ ਪਤਾ ਨਹੀਂ, ਜੇ ਪਤਾ ਲੱਗ ਗਿਆ ਵੀ ਇਹ ਸਭ ਕੁਝ ਅਕਾਲ ਪੁਰਖ ਦਾ ਖੇਡ ਹੈ, ਸਾਇੰਸ ਦਾ ਕੰਮ ਖਤਮ ਹੋ ਗਿਆ। ਸੋ ਉਹ they try to reach to the mind, to the man, but they can't. After that they don't. ਇਹ ਗੁਰਬਾਣੀ ਵਿੱਚ ਇਹਨੂੰ ਕਹਿੰਦੇ ਵੀ ਇਹ ਨਿਰੰਕਾਰ ਦੀ ਬਖਸ਼ ਹੈ, ਇਹ ਮਨ ਦੀ ਤਾਕਤ ਹੈ। ਮਨ ਅਸਲ ਵਿੱਚ ਆਤਮਾ ਤੇ ਹੁਣ ਇਹ ਥੋੜਾ ਜਾ ਕੇ ਤੁਸੀਂ ਜਦੋਂ ਨਤੀਜੇ ਕੱਢਣੇ ਹੋਏ ਇਹ ਹੈ ਕਿ ਇਹ ਆਤਮਾ ਤੇ ਇੰਦਰੀਆ ਦੇ ਵਿਚਕਾਰ ਇੱਕ ਚੇਤਨ ਸੱਤਿਆ ਦਾ ਰੂਪ ਹੈ। ਇਸ ਤਰ੍ਹਾਂ ਮਨ ਤੇ ਆਤਮਾ ਦੋ ਅਲੱਗ-ਅਲੱਗ ਗੁਰਬਾਣੀ 'ਚ ਡਿਸਕ੍ਰਾਈਬ ਹੁੰਦੇ ਨੇ। ਇੱਕ ਮਨ ਹੈ, ਆਤਮਾ ਮਨ ਨਹੀਂ ਹੈ, ਆਤਮਾ ਹੋ ਰਿਹਾ ਮਨ ਹੋ ਰਿਹਾ। ਜਿਵੇਂ ਸੁੰਦਰ ਪੁਰਖ ਬਿਰਾਜਤ ਪੇਖ ਮਨ, ਕਿ ਜਦ ਆਤਮਾ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਤਾਂ ਮਨ ਪਿੱਛੇ ਰਹਿ ਗਿਆ। ਜਿਵੇਂ ਕਬੀਰ ਕਹਿੰਦਾ ਹੈ, ਮਨ ਦੇ ਰਾਮ ਲਿਓ ਹੈ ਮੋਲ, ਕਿ ਜੋ ਦਿੱਤਾ ਗਿਆ ਉਹ ਮਨ, ਜੋ ਲਿਆ ਉਹ ਰਾਮ। ਸੋ ਇਹ ਦੋ ਮਨ ਤੇ ਆਤਮਾ ਦੋ ਅਲੱਗ-ਅਲੱਗ ਚੀਜ਼ਾਂ ਹੋ ਗਈਆਂ। ਮਨ ਦੀ ਜਿਹੜੀ ਹੁਣ ਆਦਤ ਹੈ ਉਹ ਕਿ ਹਰ ਪਿਆਰੀ ਲੱਗੀ ਚੀਜ਼ ਸ਼ੈ ਨੂੰ ਪਾਉਣ ਦੀ ਉਹਨੇ ਕੋਸ਼ਿਸ਼ ਕਰਨੀ ਹੈ। ਉਹਦੇ ਵਾਸਤੇ ਸਭ ਕੁਝ ਸਾਤੋਂ ਕਰਵਾਉਂਦਾ ਹੈਗਾ, ਪਰ ਬੁੱਧੀ ਜਾਂ ਗਿਆਨ ਇਹ ਫੈਸਲਾ ਕਰਦੀ ਹੈ ਕਿ ਇਹ ਜਿੱਥੇ ਪਿੱਛੇ ਮਨ ਦੌੜ ਰਿਹਾ ਹੈ ਇਹ ਚੰਗੀ ਵੀ ਹੈ ਜਾਂ ਨਹੀਂ ਹੈ। ਹੁਣ ਜੇ ਇਹ ਜਿਹੜੀ ਚੀਜ਼ ਚੰਗੀ ਨਹੀਂ ਹੈ ਉਹ ਫਿਰ ਮਨ ਨੂੰ ਪ੍ਰੇਰਨਾ ਦਿੰਦਾ ਵੀ ਤੂੰ ਇਹਦੇ ਪਿੱਛੇ ਨਾ ਦੌੜ, ਜਿਹੜੀ ਚੰਗੀ ਹੈ ਕਿ ਇਹਦੇ ਪਿੱਛੇ ਤੂੰ ਕੰਮ ਕਰ ਲੈ। ਤੇ ਇਹ ਜੀ ਫਿਰ ਜਿਹੜੀ ਗੁਰਬਾਣੀ ਜਿਵੇਂ ਹੁੰਦਾ ਹੈ ਕਿ ਮਨ ਤੇ ਬੁੱਧੀ ਦੋ ਚੀਜ਼ਾਂ ਹੋ ਗਈਆਂ, ਫਿਰ ਮਨ ਹੀ ਤੇ ਮਨ ਮਾਨਿਆ, ਪਰ ਉਹ ਬੁੱਧੀ ਹੈ ਜਿਹੜੀ ਫਿਰ ਮਨ ਦਾ ਹੀ ਪਾਰਟ ਬਣ ਗਈ, ਮਨ ਹੀ ਤੇ ਮਨ ਮਾਨਿਆ। ਇਸ ਤਰ੍ਹਾਂ ਮਨ ਤੇ ਬੁੱਧੀ ਦੋ ਅਲੱਗ ਇਹ ਅੰਗ ਨਹੀਂ ਹੈ, ਅਨੰਗ ਹੈ। ਇਹਨਾਂ ਦੀ ਆਪਣੀ ਸ਼ੇਪ ਕੋਈ ਨਹੀਂ ਹੈ, ਇਹ ਬਣ ਗਏ ਤੇ ਇਹਨੂੰ ਕਈ ਵਾਰੀ ਜ਼ਮੀਰ ਕਹਿ ਦਿੰਦੇ ਅਸੀਂ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਜੇ ਤਰਤੀਬ ਬਣਾਈਏ ਕਿ ਮਨ ਦਾ ਆਸਰਾ ਪ੍ਰਾਣ ਹੈ, ਮਨ ਦਾ ਮਾਲਕ ਆਤਮਾ ਹੈ, ਆਤਮਾ ਵਿੱਚ ਸਮਾ ਰਿਹਾ ਹੈ ਪਰਮਾਤਮਾ। ਸੋ ਤਰਤੀਬ ਕਿਵੇਂ ਬਣੀ ਫਿਰ ਕਿ ਤੁਹਾਡੇ ਪ੍ਰਾਣ ਹੈ, ਸਰੀਰ ਹੈ, ਉਹਦੇ ਵਿੱਚ ਪ੍ਰਾਣ ਹੈ, ਤੇ ਫਿਰ ਪ੍ਰਾਣਾਂ ਦੇ ਵਿੱਚ ਥੋੜੇ ਗਿਆਨੇਂਦਰੀਆਂ ਹੈ, ਉਹ ਥੋੜਾ ਦਿਮਾਗ ਨੂੰ ਫੀਡ ਕਰਦੀਆਂ ਹੈ, ਦਿਮਾਗ ਤੋਂ ਅੱਗੇ ਮਨ ਆ ਗਿਆ, ਫਿਰ ਬੁੱਧ, ਫਿਰ ਆਤਮਾ, ਫਿਰ ਪਰਮਾਤਮਾ। ਜੇ ਤੁਸੀਂ ਇਹਨੂੰ ਸਾਇੰਟੀਫਿਕਲੀ ਜਾਂ ਆਪਣਾ ਤਰਤੀਬ ਬਣਾ ਕੇ ਇਹਨੂੰ ਦੇਖਣਾ ਹੈਗਾ। ਗੁਰਬਾਣੀ ਦਾ ਸਿੱਧਾ ਅਟੈਕ ਮਨ ਤੇ ਹੈ। ਇਸ ਫਿਰ ਗੁਰਬਾਣੀ ਇਹਨੂੰ ਮਨ ਨੂੰ ਦੋ ਰੂਪਾਂ 'ਚ ਨਿਖੇੜ ਦਿੰਦੀ ਹੈ। ਇੱਕ ਇਨ ਮਨ ਜਿਹੜਾ ਆਮ ਆਦਮੀ ਦਾ ਮਨ ਹੈ, ਤੇ ਇੱਕ ਉਨ ਮਨ ਜਿਹੜਾ ਗੁਰਮੁਖ ਦਾ ਮਨ ਹੈ। ਹੁਣ ਜਿਹੜਾ ਉਨ ਮਨ ਹੈ ਇਹ ਮਨ ਤੋਂ ਉੱਚਾ ਹੋਇਆ ਮਨ ਹੈ, ਪਰ ਇਹ ਵੀ ਮਨ, ਤੇ ਇਸ ਕਰਕੇ ਮਨ ਇੰਦਰੀਆਂ ਨਾਲ ਮਿਲ ਕੇ ਜਦੋਂ ਸਰੀਰਕ ਭੋਗਾਂ ਵਿੱਚ ਲੱਗਿਆ ਤਾਂ ਭੋਗੀ, ਤੇ ਜਦੋਂ ਬੁੱਧੀ ਦੇ ਆਸਰੇ ਪਰਮਾਤਮਾ ਮਨ ਲੱਗਿਆ ਤਾਂ ਜੋਗੀ। ਕਿ ਮਨ ਜੋਗੀਆ, ਮਨ ਭੋਗਿਆ, ਮਨ ਮੂਰਖ ਗਵਾਰ। ਮਨ ਦਾਤਾ, ਮਨ ਮੰਗਤਾ, ਮਨ ਸਿਰ ਗੁਰੂ ਕਰਤਾਰ। ਜਿਹੜਾ ਮਨ ਦਾ ਟਿਕਾਉ ਵਿੱਚ ਆਉਣਾ ਜਾਂ ਤ੍ਰਿਸ਼ਨਾ ਤੋਂ ਛੁੱਟ ਕੇ ਲਿਵ ਵਿੱਚ ਆਉਣਾ, ਇਹ ਮਨ ਦਾ ਜੋਤ ਸਰੂਪ ਹੈ। ਇਹ ਹੀ ਮਨ ਵਿੱਚ ਮਨ ਦਾ ਪ੍ਰਗਟ ਹੋਣਾ ਹੈ। ਮਨ ਮਹਿ ਮਨੁਆ ਜੇ ਮਰੈ ਤਾਂ ਫਿਰ ਪਾਵੇ ਨਾਰ, ਜਾਂ ਮਨ ਹੀ ਤੇ ਮਨ ਮਾਨਿਆ। ਗੁਰਬਾਣੀ ਦਾ ਸਾਰਾ ਉਪਦੇਸ਼ ਮਨ ਨੂੰ ਜਿੱਤਣ ਤੇ ਹੈ ਕਿ ਮਨ ਜੀਤੇ ਜਗ ਜੀਤ। ਹੁਣ ਇਹ ਮਨ ਮਾਰਨਾ ਜਾਂ ਮਨ ਨੂੰ ਬਸ ਵਿੱਚ ਕਰਨਾ, ਇਹਦੇ ਢੰਗ ਗੁਰਬਾਣੀ ਇਹਨੂੰ ਦੋ ਸਰੂਪਾਂ ਵਿੱਚ ਕਰਦੀ ਹੈਗੀ ਕਿ ਇਹ ਸਰੂਪ ਮਨ ਮੁਕਤ ਤੇ ਅਰੂਪ ਮਨ ਮੁਕਤ।
ਸਰੂਪ ਮਨ ਮੁਕਤ ਹੈ ਕਿ ਤੁਸੀਂ ਜਿਵੇਂ ਜੀਵਨ ਮੁਕਤ ਹੋਣਾ, ਕਿ ਤੁਸੀਂ ਆਪਣੇ ਮਨ ਨੂੰ ਆਪਣੇ ਸਰੂਪ ਦੇ ਵਿੱਚ ਹੀ ਕਾਬੂ ਕਰ ਲਿਆ, ਜਾਂ ਇਹਨੂੰ ਲਗਾਮ ਦੇ ਲਈ, ਜਾਂ ਇਹਨੂੰ ਸਿੱਧੇ ਰਸਤੇ ਪਾ ਲਿਆ, ਇਹ ਉਨਮਨ ਕਰ ਲਿਆ, ਜਾਂ ਫਿਰ ਅਰੂਪ ਮਨ ਮੁਕਤ, ਕਿ ਤੁਸੀਂ ਜਨਮਾਂ ਦੇ ਚੱਕਰ 'ਚ ਘੁੰਮੀ ਜਾਓ। ਜਦੋਂ ਫਿਰ ਮਿਹਰ ਹੋਈ, ਜਦ ਤੁਸੀਂ ਆਪਣਾ ਸਾਧਨਾ ਕੀਤੀ, ਤਾਂ ਇਹਦਾ ਟਿਕਾਅ ਹੋ ਜਾਏਗਾ। ਇਹਨੂੰ ਕਰਨ ਦੇ ਗੁਰਬਾਣੀ ਵਿੱਚ ਰਫਲੀ 3 ਤਰੀਕੇ ਹੁੰਦੇ ਹਨ, ਕਿ ਮਨ ਰਾਹੀਂ ਮਨ ਨੂੰ ਮਾਰਨਾ, ਕਿ ਮਨ ਨੂੰ ਬੁੱਧੀ ਦੇ ਸੁਮੇਲ ਨਾਲ ਤੁਸੀਂ ਮਨ ਨੂੰ ਮਨ ਦੇ ਰਾਹੀਂ ਮਾਰਨਾ ਹੈ, ਜਾਂ ਇਹ ਮਨ ਦੇ ਰਾਹੀਂ ਨਹੀਂ ਮਰਦਾ, ਫਿਰ ਪਰਮਾਤਮਾ ਦੀ ਉਸਤਤ ਨਾਲ ਕਿ ਤੁਸੀਂ ਮਨ ਤੋਂ ਉੱਪਰ ਉੱਠ ਕੇ ਚਲੇ ਜਾਓਗੇ, ਜਾਂ ਸ਼ਬਦ ਰਾਹੀਂ। ਮਨ ਦੀ ਜਿਹੜੀ ਬਿਰਤੀਆਂ ਹੈ, ਇਹ ਤਕਰੀਬਨ ਜਿਵੇਂ ਪਿੱਛੇ ਗੁਰਦੀਪ ਨੇ ਕਿਹਾ ਸੀ ਕਿ ਇਹ 5 ਮਨ ਦੀਆਂ ਬਿਰਤੀਆਂ ਨੇ। ਗੁਰਬਾਣੀ ਵਿੱਚ ਤਕਰੀਬਨ ਇਹ 16 ਬਿਰਤੀਆਂ, ਜੇ ਤੁਸੀਂ ਇਕੱਲੇ ਇਕੱਲੇ ਸ਼ਬਦ ਪੜ੍ਹੀ ਜਾਓ, ਉਹ ਬਣ ਗਿਆ ਕਿ ਇਹ ਮਨ ਵਿੱਚ ਆਸਾ ਹੈ, ਮਨ ਆਸਾ ਉਡੀਣੀ, ਕਿ ਮਨ ਵਿੱਚ ਇੱਛਾ ਹੈ, ਮਨ ਵਿੱਚ ਮਨਸ਼ਾ ਹੈ, ਮਨ ਵਿੱਚ ਹੱਠ ਹੈ, ਮਨ ਵਿੱਚ ਕ੍ਰੋਧ ਹੈ, ਮਨ ਵਿੱਚ ਪਿਆਲ, ਮਨ ਦਾ ਅਧਿਕ ਤਰੰਗ ਹੈਗਾ, ਮਨ ਵਿੱਚ ਅਹੰਕਾਰ ਹੈ, ਮਨ ਵਿੱਚ ਲੋਭ ਹੈ, ਵਾਸ਼ਨਾ ਹੈ, ਦੁਬਿਧਾ ਹੈ, ਮਤ ਸਲਾਹ ਰੁਚੀ ਹੈ, ਵਿਚਾਰ ਹੈ, ਚਉ ਹੈ, ਬੁੱਧ ਵਿਵੇਚਨ ਸ਼ਕਤੀ ਜ਼ਮੀਰ, ਮਨ ਤਰਾਜੀ ਚਿੱਤ ਤੁਲਾ ਪ੍ਰੀਤ। ਤੇ ਅਰਬੀ ਵਿੱਚ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਹਦਾ ਹੈ ਮਨਾਹੀ, ਕਿ ਨਹੀਂ, ਉਹ ਹੈ ਮਨ ਸਿੰਗਾਰ ਜੈਸੇ ਤੁਰੀ ਸਿੰਗਾਰੀ, ਕਿ ਜੇ ਅਰਥਾਤ ਕਿ ਮਨ ਜਿਹਨੇ ਸਵਾਰੀ ਕਰਨੀ ਹੈ, ਜੇ ਉਹੀ ਨਹੀਂ ਹੈ ਤਾਂ ਤੁਸੀਂ ਤੁਰੀ ਘੋੜੀ ਨੂੰ ਸ਼ਿੰਗਾਰ ਕੇ ਕੀ ਕਰੋਗੇ? ਜਦੋਂ ਮਨ ਨੇ ਘੋੜੀ ਤੇ ਚੜ੍ਹਨਾ ਹੀ ਨਹੀਂ, ਉਹ ਕਹਿੰਦਾ ਵੀ ਨਹੀਂ, ਮੈਂ ਮਨ ਸੋਧ ਲਿਆ ਆਪਣਾ, ਮੈਂ ਘੋੜੀ ਤੇ ਨਹੀਂ ਚੜ੍ਹਨਾ, ਇਹ ਮਨ ਸ਼ਿੰਗਾਰ ਹੋ ਗਿਆ। ਇਹਨੂੰ ਤੁਸੀਂ ਹੁਣ ਅੱਗੇ ਜਿੰਨਾ ਵਿਸਤਾਰ ਨਾਲ ਫੈਲਾਉਣਾ ਫੈਲਾਈ ਜਾਓ, ਪਰ ਕਿਉਂਕਿ ਕਿਹਾ ਸੀ ਕਿ 5 ਮਿੰਟ ਬੋਲਣਾ ਹੈਗਾ, ਮੇਰੇ ਖਿਆਲ ਮੈਂ ਸ਼ਾਇਦ 5 ਤੋਂ ਜ਼ਿਆਦਾ ਬੋਲ ਗਿਆ। Thank you, Ji. Thank you very much. Thank you, Paji. That was very interesting. Now, main objective ਜਿਹੜਾ ਕਿਸੇ ਵੀ ਗੁਰਮਤਿ ਕਲਾਸ ਦਾ ਇਹੀ ਹੈ ਕਿ ਜਿਹੜਾ ਸਬਜੈਕਟ ਤੁਹਾਡਾ ਮਾਸਟਰੀ ਹੈ, ਵੈਸੇ ਤੇ ਹਰ ਸਬਜੈਕਟ ਦੀ ਮਾਸਟਰੀ ਹੋਏਗੀ ਤੁਹਾਨੂੰ ਸਾਰਿਆਂ ਨੂੰ, ਪਰ ਜਿੱਥੇ ਤੁਸੀਂ ਜ਼ਿਆਦਾ ਆਪਣੇ ਆਪ ਨੂੰ ਸਮਝਦੇ ਹੋ ਵੀ ਤੁਹਾਡੀ ਖੋਜ ਜ਼ਿਆਦਾ ਹੈ, ਤੁਸੀਂ ਉਹ ਜ਼ਰੂਰ ਸਬਜੈਕਟ ਲੈ ਕੇ ਆਓ, ਔਰ 15-20 ਮਿੰਟ ਤੁਹਾਨੂੰ ਇਸ ਕਲਾਸ 'ਚੋਂ ਤੁਸੀਂ ਲੈ ਸਕਦੇ ਹੋ, ਕਿਉਂਕਿ ਮੇਨ ਤੇ ਗੱਲ ਖੋਜ ਦੀ ਹੈ, ਮੇਨ ਤੇ ਗੱਲ ਰਿਸਰਚ ਦੀ ਹੈ। ਕੋਈ ਵੀ ਚੀਜ਼ ਬੋਲਣ ਵਾਸਤੇ ਪਹਿਲਾਂ ਤੁਹਾਨੂੰ 2-4 ਘੰਟੇ ਤੇ ਬੈਠਣਾ ਪਏਗਾ ਨਾ, ਉਹਦੇ ਵਾਸਤੇ ਰਿਸਰਚ ਕਰਨ ਵਾਸਤੇ। ਰਿਸਰਚ ਐਵੇਂ ਤੇ ਨਹੀਂ ਹੁੰਦੀ ਹੈ, ਜਿਸ ਤਰ੍ਹਾਂ ਮੈਂ ਤੁਹਾਡੀ ਕਲਾਸ ਲੈਂਦਾ, ਇਹ ਨਹੀਂ ਕਿ ਮੈਂ ਸਵੇਰੇ ਇੱਥੇ ਵਜੇ ਆ ਕੇ 9:30 ਤੁਹਾਡੀ ਕਲਾਸ ਲੈ ਲੈਣਾ, ਮੈਂ ਸਵੇਰੇ 3 ਵਜੇ ਆ ਕੇ ਬੈਠਦਾ, ਫਿਰ ਤੁਹਾਡੀ ਕਲਾਸ ਦੇ ਵਾਸਤੇ ਨੋਟਸ ਤਿਆਰ ਕਰਦਾ, ਮੈਂ ਕੀ ਪੜ੍ਹਾਉਣਾ। ਸੋ ਔਰ ਐਵਰੀ ਵੀਕ I prepare for this class। ਕੋਈ ਵੀ ਚੀਜ਼ ਲੈਣ ਵਾਸਤੇ ਤੁਹਾਨੂੰ ਬੜੀ ਤਿਆਰੀ ਕਰਨ ਦੀ ਲੋੜ ਹੈ, ਤਾਂ ਹੀ ਤੁਸੀਂ ਆ ਕੇ ਵਿਦ ਕੌਨਫੀਡੈਂਸ ਕਹਿ ਸਕਦੇ ਹੋ। ਹੁਣ ਤਾਂ ਕਿਤਾਬ ਰੱਖ ਕੇ ਕੋਈ ਵੀ ਬੋਲ ਸਕਦਾ, ਪਰ when you have to say something with confidence, you need to have research। and I'm very very grateful to Vazir ji ਕਿ ਉਹਨਾਂ ਨੇ ਤੁਹਾਨੂੰ ਇੱਕ ਕਨਸੈਪਟ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਦੇ ਨਾਲ ਅੱਜ ਤੁਹਾਨੂੰ ਜੋੜਿਆ। ਤਾਂ ਮੇਰੇ ਖਿਆਲ ਨਫਤੇ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰੇਗਾ ਬਾਅਦ ਵਿੱਚ ਕਿ ਐਵਰੀ ਵੀਕ ਅਗਰ ਤੁਸੀਂ ਕੋਈ ਨਾ ਕੋਈ ਤੁਹਾਡੇ ਵਿੱਚੋਂ ਕੋਈ ਨਾ ਕੋਈ ਕਨਸੈਪਟ ਲੈ ਕੇ ਆ ਸਕਦਾ, ਤੇ ਤਾਂ ਕਿ ਤੁਹਾਡੀ ਕੰਟਰੀਬਿਊਸ਼ਨ ਹੋਗੀ ਟੂ ਦਿਸ ਕਲਾਸ। ਹੁਣ ਅਸੀਂ ਸੁਖਮਨੀ ਸਾਹਿਬ ਦੇ ਜਾਂਦੇ। ਡਾਕਟਰ ਇੱਕ ਕੁਐਸਚਨ ਪੁੱਛਣਾ ਸੀ ਡਾਕਟਰ ਵਜ਼ੀਰ ਨੂੰ, ਕਿ ਜਿਹੜਾ ਤੁਸੀਂ ਉਹ ਦੱਸਿਆ ਮਨ ਤੋਂ ਜੋਤ ਸਰੂਪ ਹੈ, ਤੇ ਉਹਦੇ ਵਿੱਚ ਫਿਰ ਤੁਸੀਂ ਦੱਸਿਆ ਕਿ ਮਨ ਤੇ ਆਤਮਾ ਅਲੱਗ ਨੇ, ਤੇ ਇਹਦੇ ਵਿੱਚ ਇਹ ਜਿਹੜਾ ਇਹ ਤੁਕ ਹੈਗੀ, ਉਹਦੇ ਵਿੱਚ ਇਸ ਤਰ੍ਹਾਂ ਮਤਲਬ ਇਹਨੂੰ ਟ੍ਰਾਂਸਲੇਟ ਕਰ ਸਕਦੇ ਹਾਂ ਕਿ ਮਨ ਨੂੰ ਸਮਝਾਇਆ ਜਾ ਰਿਹਾ ਕਿ ਤੂੰ ਜੋਤ ਸਰੂਪ ਹੈਗੀ ਹੈ। ਉਹ ਇਹ ਕਿ ਮਨ ਨੂੰ ਤੁਸੀਂ ਉਨਮਨ ਕਰਨਾ ਹੈ ਕਿ ਤੂੰ ਜੋਤ ਸਰੂਪ ਹੈ, ਤੂੰ ਆਪਣਾ ਮੂਲ ਪਛਾਣ, ਕਿ ਤੂੰ ਉਹ ਜੋਤ ਨੂੰ ਪਛਾਣ,
ਨਾ ਕਿ ਤੂੰ ਪਦਾਰਥਾਂ ਨੂੰ ਪਛਾਣ, ਨਾ ਕਿ ਤੂੰ ਸਰੀਰ ਪਿੱਛੇ ਚੱਲ, ਨਾ ਕਿ ਤੂੰ ਇੰਦਰੀਆਂ ਪਿੱਛੇ ਚੱਲ। ਇਹ ਕਿ ਤੇਰੇ 'ਚ ਜਿਹੜੀ ਸ਼ਕਤੀ ਆਈ ਹੈ, ਜਿਹਦੀ ਸ਼ਕਤੀ ਹੈ, ਤੂੰ ਉਹਦਾ ਸਰੂਪ ਹੈ, ਉਹਦੀਆਂ ਕੀ ਸ਼ਕਤੀਆਂ ਨੇ, ਉਹਦੀ ਕੀ ਉਹਦੀ ਡਿਮਾਂਡ ਹੈ, ਕੀ ਉਹ ਤੇਥੋਂ ਚਾਹੁੰਦਾ ਹੈ, ਥੋੜਾ ਮਨੋਰਥ ਕੀ ਹੈ। ਉਹ ਜੇ ਮਨੋਰਥ ਥੋੜਾ ਇਹੀ ਹੈ ਕਿ ਤੂੰ ਮਨ ਨੂੰ ਕਹਿ ਰਿਹਾ ਵੀ ਤੂੰ ਮਨ ਨੂੰ ਇੰਨਾ ਵਿਕਸਿਤ ਕਰ ਲੈ ਕਿ ਤੂੰ ਜੋਤ ਰੂਪ ਨੂੰ ਪਛਾਣ ਲਵੇਂ ਤੇ ਉਹਦਾ ਅੰਸ਼ ਬਣ ਜਾ, ਮੁੜ ਕੇ ਜਿੱਥੋਂ ਆਇਆ ਮੁੜ ਕੇ ਉਹਦੇ ਹੀ ਚਲੇ ਜਾ। ਠੀਕ, ਥੈਂਕ ਯੂ। ਜਿੱਦਾਂ ਜਿਹੜਾ ਮੈਂ ਇੱਕ ਰਿਕੁਐਸਟ ਕਰਦਾ ਕਿ ਜਿਹੜਾ ਬੰਦਾ ਬੋਲਦਾ ਹੈ, ਕਈ ਵਾਰੀ ਉਹਨੂੰ ਨਹੀਂ ਇੰਨੀ ਸਮਝ ਹੁੰਦੀ ਕਿ ਉਹ ਥੋੜਾ ਹਰ ਇੱਕ ਦਾ ਜਵਾਬ ਦੇ ਸਕੇ, ਤੇ ਮੈਂ ਫਿਰ ਡਾਕਟਰ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਜੇ ਅਸੀਂ ਜਿੱਥੇ ਥੋੜੇ ਬਹੁਤੇ ਭੁਲੇਖੇ 'ਚ ਆ ਰਹੇ ਹਾਂ ਜਾਂ ਜਿਹੜਾ ਸਿੱਧੀ ਗੁਰਬਾਣੀ ਦੇ ਉਹਦੇ ਨਾਲ ਨਹੀਂ ਹੈ, ਉਹ ਵਿੱਚ ਆ ਕੇ ਸਾਨੂੰ ਜ਼ਰੂਰ ਸਿੱਧੇ ਰਸਤੇ ਪਾਉਣ। ਸਾਡੀ ਅਗਵਾਈ ਕਰਦੇ ਰਹੇ ਨੇ ਇੱਦਾਂ। ਜੇ ਅਸੀਂ ਕਿੱਧਰ ਥੋੜੀ ਬਹੁਤੀ, ਕਿਉਂਕਿ ਵੀ ਆਰ ਸਟਿਲ ਸਟੂਡੈਂਟਸ, ਵੀ ਲਰਨਿੰਗ। ਸਾਡੇ 'ਚ 3-4 ਡਾਕਟਰ ਬੈਠੇਗੇ ਜਿਹਨੇ PhD ਕੀਤੀ ਹੈਗੀ, ਪਰ ਇਹ ਜ਼ਰੂਰੀ ਨਹੀਂ ਕਿ ਜਿਹਨੇ PhD ਕਰ ਰਿਹਾ ਉਹਨੂੰ ਗੁਰਬਾਣੀ ਦਾ ਗਿਆਨ ਹੈ। ਹਰ ਇੱਕ ਦਾ ਆਪਣਾ ਆਪਣਾ ਸਪੈਸ਼ਲਿਫਿਕ ਸਬਜੈਕਟ ਹੈ, ਉਹਦਾ ਪਤਾ ਹੈ। ਉਹਦਾ ਵੀ ਜਦੋਂ ਅਸੀਂ ਆਪਣਾ ਥੀਸਿਸ ਲਿਖ ਲੋਗੇ ਨਾ, ਉਹ ਤੋਂ ਬਾਅਦ ਲੱਗਦਾ ਵੀ ਇਹਨੂੰ ਮੈਂ ਸਾੜ ਦਵਾਇਆ ਤੇ ਮੈਂ ਸਾਰਾ ਗਲਤ ਹੈ, ਇਹ 'ਚ ਕੁਛ ਨਹੀਂ ਹੈ। ਅਸਲੀ ਥੋੜੀ ਜਿਹੜਾ ਗਿਆਨ ਹੈ, ਰਿਸਰਚ ਹੈ, ਉਹ ਤੋਂ ਬਾਅਦ ਸ਼ੁਰੂ ਹੁੰਦੀ ਹੈ, ਜਦੋਂ ਤੁਸੀਂ ਦੇਖ ਲਿਆ ਕਿ ਮੈਂ ਸਭ ਕੁਝ ਕਹਿ ਲਿਆ, ਪਰ ਇਹ ਕੁਛ ਨਹੀਂ। ਇੱਕ ਅੱਖਰ ਜੋ ਵਜ਼ੀਰ ਜੀ ਕਹਿ ਰਹੇ ਨੇ ਉਹਦਾ ਮੀਨਿੰਗ ਹੈ। ਔਰ ਜਿਸ ਤਰ੍ਹਾਂ ਮੈਂ ਕਿਹਾ ਇਸ ਵੇਲੇ ਉੱਥੇ ਨਹੀਂ ਸਨ ਕਿ ਹਰ ਚੀਜ਼ ਜਿਹੜੀ ਹੈ ਬਹੁਤ ਰਿਸਰਚ ਨਾਲ ਤੁਸੀਂ ਕੱਢ ਕੇ ਲਿਆਉਂਦੇ ਹੋ, ਪੜ੍ਹ ਕੇ ਲਿਆਉਂਦੇ ਹੋ, ਤਾਂ ਹੀ ਤੁਹਾਨੂੰ ਕੌਨਫੀਡੈਂਸ ਹੁੰਦਾ ਕਿ ਤੁਸੀਂ ਆ ਕੇ ਕਲਾਸ ਦੇ ਸਾਹਮਣੇ ਬੋਲੋ। ਐਂਡ ਆਈ ਐਮ ਵੈਰੀ ਵੈਰੀ ਰੀਅਲੀ ਪਲੀਜ਼ਡ ਕਿ ਜੋ ਤੁਸੀਂ ਪਿਛਲੇ ਵੀਕ ਗੁਰਦੀਪ ਨੇ 5 ਵੌਇਸਿਸ ਦੇ ਸ਼ਬਦ ਇਕੱਠੇ ਕਰਕੇ ਤੁਹਾਨੂੰ ਉਹ ਸਮਝਾਇਆ। ਅੱਜ ਵਜ਼ੀਰ ਜੀ ਨੇ ਬਹੁਤ ਹੀ ਜਿਹੜਾ ਖਾਸ ਇੱਕ ਕਨਸੈਪਟ ਸਿੱਖ ਧਰਮ ਦੇ ਵਿੱਚ, ਉਹਦੇ ਬਾਰੇ ਤੁਹਾਨੂੰ ਕੁਛ ਜਾਣਨਾ ਪਾਇਆ। ਤੁਹਾਡੇ ਕੋਲ ਵੀ ਜਿਹੜਾ ਵੀ ਕਨਸੈਪਟ ਹੋਵੇ ਤੇ ਅੱਜ ਨਵਤੇਜ ਤੁਹਾਨੂੰ ਸਾਰੇ ਨਾਲ ਗੱਲ ਕਰ ਲਏਗਾ ਕਿ ਜਿਹੜਾ ਵੀ ਨੈਕਸਟ ਸਪੀਕਰ ਹੋਏਗਾ ਨੈਕਸਟ ਵੀਕ, ਸਾਰੇ ਬੋਲੋ। ਸ਼ਾਹੀ ਹੋਣ ਦੀ ਲੋੜ ਕੋਈ ਨਹੀਂ ਹੈ, ਤੁਹਾਡੇ ਸਾਰੇ ਕੋਲ ਗਿਆਨ ਹੈ, ਤੁਸੀਂ ਸਾਰੇ ਪੜ੍ਹੇ ਲਿਖੇ ਹੋ। ਸੋ ਪਲੀਜ਼ ਕਿਸੇ ਨਾ ਕਿਸੇ ਟੌਪਿਕ ਤੇ, ਕਿਸੇ ਨਾ ਕਿਸੇ ਮੇਨ ਜਿਹੜੀ ਕਨਸੈਪਟ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਤੇ ਤੁਸੀਂ ਜ਼ਰੂਰ ਚਾਨਣਾ ਪਾਓ ਤੇ ਵੀ ਵਿਲ ਆਲ ਐਪਰੀਸ਼ੀਏਟ ਦੈਟ। ਪਰ ਕੋਈ ਨਾ ਕੋਈ ਸਾਨੂੰ ਸਮਝ ਆਏਗੀ। ਜਿਸ ਤਰ੍ਹਾਂ ਮੈਂ ਵੀ ਹਰ ਵਾਰੀ ਕਹਿਣਾ, ਚਾਹੇ ਵਜ਼ੀਰ ਨੇ ਵੀ ਕਿਹਾ ਕਿ ਸਾਡੇ 'ਚ ਕੋਈ ਵੀ ਪਰਫੈਕਟ ਨਹੀਂ ਹੈ। ਵੀ ਆਲ ਆਰ ਇਨ ਦੀ ਲਰਨਿੰਗ ਸਟੇਜ, ਐਵਰੀ ਡੇ ਵੀ ਆਰ ਲਰਨਿੰਗ ਸਮਥਿੰਗ ਨਿਊ। ਜਿਹੜਾ ਬੰਦਾ ਜਿਸ ਨੇ ਕਹਿੰਦਾ ਨਾ ਮੈਨੂੰ ਸਭ ਕੁਝ ਆ ਗਿਆ, ਸਮਝੋ ਮੂਰਖ ਹੈ ਸਭ ਤੋਂ ਵੱਡਾ, ਕਿਉਂਕਿ ਕੋਈ ਵੀ ਗਿਆਨ ਪੂਰਾ ਨਹੀਂ ਹੋ ਸਕਦਾ ਇੱਕ ਲਾਈਫ ਵਿੱਚ। ਦੂਜੀ ਲਾਈਫ ਹੈ ਕਿ ਨਹੀਂ ਹੈ ਤੇ ਪਤਾ ਨਹੀਂ ਹੈ। ਸੋ we will be very very grateful to all of you if you can please contribute। ਔਰ ਇੱਕ ਵਾਰੀ ਲੰਘ ਜਾਏ, ਸੈਕੰਡ ਟਾਈਮ ਫਿਰ ਤੁਸੀਂ ਇਹਨੂੰ ਰਿਪੀਟ ਕਿਸੇ ਹੋਰ ਟੌਪਿਕ ਦੇ ਨਾਲ ਆ ਸਕਦੇ ਹੋ। ਸੋ we will keep this chain as going as it is। ਸੋ ਅਗਰ ਹੁਣ ਅਸੀਂ 23rd ਅਸ਼ਟਪਦੀ ਤੇ ਜਾਈਏ ਤੇ ਜਿਹੜਾ ਓਪਨਿੰਗ ਸ਼ਲੋਕ ਹੈ ਤੇ ਉਹਦੇ ਵਿੱਚ ਉਹ ਗੱਲ ਕਰੇਗਾ ਅਬਾਊਟ ਦੀ ਡਾਰਕਨੈਸ ਜਿਹੜੀ ਤੁਹਾਡੇ ਜੀਵਨ ਦੇ ਵਿੱਚ ਹੈ ਤੇ ਕਿਸ ਤਰ੍ਹਾਂ ਅਕਾਲ ਪੁਰਖ ਦਾ ਨਾਮ ਤੁਹਾਡੇ ਜੀਵਨ ਦੇ ਵਿੱਚ ਚਾਨਣ ਲੈ ਕੇ ਆਉਂਦਾ। ਗੱਲਾਂ ਸਾਰੀਆਂ ਐਕਚੁਅਲੀ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਲ ਇੱਕੋ ਹੀ ਹੈ, ਪਰਮਾਤਮਾ ਦਾ ਨਾਮ। ਪਰ ਕੁਐਸਚਨ ਇਹ ਹੈ ਕਿ 1430 ਪੇਜਿਸ ਤੇ ਉਸ ਨਾਮ ਨੂੰ ਕਿਹੜੇ ਢੰਗ ਦੇ ਨਾਲ ਦੱਸਿਆ ਗਿਆ। ਦੈਟ ਇਜ਼ ਦੀ ਬਿਊਟੀ ਆਫ ਆਲ ਦੀ ਹਿਮਸ। ਗੱਲ ਇੱਕੋ ਹੀ ਹੋਏਗੀ ਕਿ ਵਾਹਿਗੁਰੂ ਦਾ ਨਾਮ ਲਓ, ਗੱਲ ਇੱਕੋ ਹੀ ਹੋਏਗੀ ਕਿ ਵਾਹਿਗੁਰੂ ਦਾ ਨਾਮ ਦੇ ਵਿੱਚ ਬੜੀ ਤਾਕਤ ਹੈ, ਪਰ ਕਿਸ ਢੰਗ ਦੇ ਨਾਲ ਗੁਰੂ ਸਾਹਿਬ ਕਹਿੰਦੇ ਨੇ, ਦੈਟ ਇਜ਼ ਇੰਪੋਰਟੈਂਟ, ਦੈਟ ਇਜ਼ ਬਿਊਟੀਫੁਲ। ਪਹਿਲੇ ਪਦੇ ਵਿੱਚ ਉਹ ਕਨਫਰਮ ਕਰਦੇ ਨੇ ਕਿ ਵਾਹਿਗੁਰੂ ਬਿਲਕੁਲ ਸਾਡੇ ਕੋਲ ਹੈ, ਉਹਨੂੰ ਲੱਭਣ ਵਾਸਤੇ ਸਾਨੂੰ ਕਿਧਰੇ ਵੀ ਜਾਣ ਦੀ ਲੋੜ ਨਹੀਂ ਹੈ। ਪਰ ਉਹ ਤੁਸੀਂ ਕਿਵੇਂ ਲੱਭਣਾ ਇਹ ਤੁਸੀਂ ਤੁਹਾਡਾ ਆਪਣਾ ਪਰਸਨਲ ਐਕਸਪੈਰੀਮੈਂਟ ਹੈ। ਸੈਕੰਡ ਪਦੇ ਦੇ ਵਿੱਚ ਉਹ ਕਨਫਰਮ ਕਰਦੇ ਨੇ ਕਿ ਜਿਹੜੇ ਵਾਹਿਗੁਰੂ ਦੇ ਲਾਅ ਨੇ ਉਹ ਯੂਨੀਵਰਸਲ ਨੇ। ਉਹ ਇਹ ਨਹੀਂ ਕਿ ਲਾਅ ਗੁਰਦੀਪ ਤੇ ਲਾਗੂ ਹੋ ਗਿਆ ਤੇ ਕੈਲਾਸ਼ ਲਾਗੂ ਨਹੀਂ ਹੋਣਾ। ਇਟ ਵਿਲ ਅਪਲਾਈ ਟੂ ਆਲ ਆਫ ਯੂ ਇਕੁਅਲੀ, ਭਾਵੇਂ ਤੁਸੀਂ ਕਿਸੇ ਵੀ ਜਾਤ ਦੇ ਹੋ, ਕਿਸੇ ਵੀ ਧਰਮ ਦੇ ਹੋ, ਕਿਸੇ ਵੀ ਸੈਕਸ ਦੇ ਹੋ। ਪਰਮਾਤਮਾ ਕਦੀ ਵੀ ਡਿਸਕ੍ਰਿਮੀਨੇਟ ਨਹੀਂ ਕਰਦਾ। ਥਰਡ ਪਦੇ ਦੇ ਵਿੱਚ ਉਹ ਕਨਫਰਮ ਕਰਦੇ ਨੇ ਕਿ ਸ਼ਬਦ ਜਿਹੜਾ ਹੈ, ਜੋ ਮੈਂ ਰੋਜ਼ ਕਹਿਣਾ ਇਸ ਕਲਾਸ ਵਿੱਚ, ਇਜ਼ ਏ ਬ੍ਰਿਜ ਜਿੱਥੇ ਚੱਲ ਕੇ ਤੁਸੀਂ ਅਕਾਲ ਪੁਰਖ ਤੱਕ ਪਹੁੰਚ ਸਕਦੇ ਹੋ। ਫੋਰਥ ਪਦੇ ਦੇ ਵਿੱਚ ਉਹ ਕਨਫਰਮ ਕਰਦੇ ਨੇ ਕਿ ਜਿਹੜੇ ਟਰੂ ਸੰਤ ਨੇ, ਜਿਨ੍ਹਾਂ ਦੇ ਬਾਰੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ,
ਉਹ ਹੀ ਨੇ ਜਿਹੜੇ ਪਰਮਾਤਮਾ ਦੇ ਨੇੜੇ ਨੇ, ਪਰਮਾਤਮਾ ਦਾ ਗੁਣ ਹਰ ਵੇਲੇ ਗਾਉਂਦੇ ਨੇ ਤੇ ਤੁਹਾਨੂੰ ਪਰਮਾਤਮਾ ਦੇ ਨਾਲ ਜੋੜਦੇ ਨੇ, ਆਪਣੇ ਨਾਲ ਨਹੀਂ ਜੋੜਦੇ, ਪਰਮਾਤਮਾ ਦੇ ਨਾਲ ਜੋੜਦੇ ਨੇ। ਪੰਜਵੇਂ ਪਦੇ ਦੇ ਵਿੱਚੋਂ ਕਨਫਰਮ ਕਰਦੇ ਨੇ ਕਿ ਗੋਡ ਨੇ ਇਹ ਪਲੈਨਟ ਕਿੰਨੀ ਵਾਰੀ ਬਣਾਇਆ ਤੇ ਕਿੰਨੀ ਵਾਰੀ ਇਹ ਉਜੜਿਆ। ਜਦੋਂ ਵੀ ਪਰਮਾਤਮਾ ਸਮਝਦਾ ਕਿ ਹੁਣ ਇਹਦੀ ਮਿਆਦ ਪੂਰੀ ਹੋ ਗਈ ਹੈ, ਦੈਨ ਕਈ ਵਾਰ ਪੱਥਰੇ ਪਸਾਰ ਉਹਨਾਂ ਨੇ ਗੁਰਬਾਣੀ ਵਿੱਚ ਕਿਹਾ। ਇਸੇ ਤਰ੍ਹਾਂ ਹੀ 6ਵੇਂ 7ਵੇਂ ਤੇ 8ਵੇਂ ਦੇ ਵਿੱਚ ਉਹਨਾਂ ਨੇ ਡਿਟੈਚਮੈਂਟ ਬਾਰੇ ਕਿ ਤੁਸੀਂ ਜੀਵਨ ਦੇ ਵਿੱਚ ਰਹਿੰਦੇ ਹੋਏ ਵੀ ਡਿਟੈਚ ਹੋ ਸਕਦੇ ਹੋ, ਜੰਗਲਾਂ ਜਾਣ ਦੀ ਕੋਈ ਲੋੜ ਨਹੀਂ ਹੈ, ਇੱਥੇ ਰਹਿ ਕੇ ਵੀ ਤੁਸੀਂ ਅਕਾਲ ਪੁਰਖ ਨਾਲ ਜੁੜ ਸਕਦੇ ਹੋ। ਇਸ ਕਲਾਸ ਵਿੱਚ ਬੈਠੇ ਹੋਏ ਵੀ ਤੁਹਾਡਾ ਧਿਆਨ ਅਕਾਲ ਪੁਰਖ ਨਾਲ ਲੱਗ ਸਕਦਾ ਹੈ। ਗੁਰੂ ਸਾਹਿਬ ਦੇ ਹਰ ਸ਼ਬਦ ਦੇ ਵਿੱਚ ਇੱਕ ਰਸਤਾ ਹੈ ਉਸ ਅਕਾਲ ਪੁਰਖ ਤੱਕ ਪਹੁੰਚਣ ਦਾ, ਔਰ ਤੁਸੀਂ ਇੱਥੇ ਬੈਠੇ ਬੈਠੇ ਵੀ ਉਸ ਅਕਾਲ ਪੁਰਖ ਨਾਲ ਇੱਕ ਮਿਕ ਹੋ ਸਕਦੇ ਹੋ। ਆਲ ਟੂ ਵਜ਼ੀਰ ਜੀ। ਹਾਂਜੀ ਜੀ, ਅਸ਼ਟਪਦੀ 23ਵੀਂ ਸ਼ਲੋਕ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਜੇ ਅਸੀਂ ਇਹਦੇ ਸਿਰਫ ਲਫ਼ਜ਼ੀ ਮਤਲਬ ਕਰੀਏ ਤਾਂ ਬੜਾ ਐਵੇਂ ਛੋਟਾ ਜਿਹਾ ਬਣਦਾ ਹੈਗਾ, ਪਰ ਗਿਆਨ ਦਾ ਕੀ ਹੈ ਕਿ ਗਿਆਨ ਦਾ ਸ਼ਬਦਿਕ ਅਰਥ ਹੈ ਕਿ ਵਿਦਿਆ, ਇਲਮ ਜਾਂ ਸਮਝ, ਬੋਧ। ਪਰ ਇਹ ਗੁਰਬਾਣੀ ਦੀ ਇੱਕ ਵਿਸ਼ੇਸ਼ਤਾ ਹੈ ਕਿ ਇਹ ਸਿੱਧੇ ਸ਼ਬਦ ਲੈ ਕੇ ਉਹਨਾਂ ਦੇ ਅਰਥ ਬੜੇ ਵਿਸਤਾਰ ਨਾਲ ਤਕਰੀਬਨ ਇਹ ਅਰਥ ਬਦਲ ਦਿੰਦੀ ਹੈ, ਉਹਨਾਂ ਨੂੰ ਹੋਰ ਪ੍ਰਸੰਗ ਦੇ ਵਿੱਚ ਇਹਨੂੰ ਜੋੜਦੀ ਹੈਗੀ। ਹੁਣ ਗਿਆਨ ਗੁਰਬਾਣੀ ਵਿੱਚ ਇਸ ਨੂੰ ਇਹਦੇ ਵਿਸ਼ੇਸ਼ ਅਰਥ ਹੈ ਕਿ ਅਧਿਆਤਮਿਕ ਦੀ ਜਾਂ ਸੈਲਫ ਰੀਅਲਾਈਜੇਸ਼ਨ ਹੈ, ਜਿਹੜਾ ਸਿਰਫ ਗੁਰੂ ਤੋਂ ਮਿਲਦਾ ਹੈਗਾ। ਇਹ ਕਿਵੇਂ ਗੱਲੀ ਗਿਆਨ ਨਾਲ ਟੁੰਡੀ ਹੈ, ਇਹ ਤਾਂ ਕਰਮ ਮਿਲਿਆ ਤਾਂ ਪਾਈਏ। ਇਸ ਨੂੰ ਗਿਆਨ ਖੜਕ ਕਹਿ ਜਾਂ ਇਸ ਨਾਲ ਜਮ ਜੰਦਾਰ ਮਾਰ ਬਿਦਾਰੇ। ਇਹ ਗਿਆਨ ਸਿਰਫ ਵਿਦਿਆ ਨਹੀਂ ਹੈ, ਇਹ ਜਿਵੇਂ ਕਬੀਰ ਕਹਿੰਦਾ, ਦੇਖੋ ਭਾਈ ਗਿਆਨ ਕੀ ਆਈ ਆਂधी, ਸਭੈ ਉਡਾਣੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ। ਸੋ ਇਹ ਗਿਆਨ ਹੈ ਜਿਹੜਾ, ਇਹ ਸਿਰਫ ਵਿਦਿਆ ਨਹੀਂ ਹੈ, ਇਹ ਅਧਿਆਤਮਕ ਸੈਲਫ ਰੀਅਲਾਈਜੇਸ਼ਨ ਹੈ ਜਿਹੜਾ ਸਿਰਫ ਗੁਰੂ ਤੋਂ ਮਿਲਦਾ ਹੈਗਾ। ਹੁਣ ਇਹ ਤੋਂ ਬਾਅਦ ਗਿਆਨ ਅੰਜਨ, ਅੰਜਨ ਦਾ ਤੁਸੀਂ ਸਿੱਧੇ ਲਫ਼ਜ਼ ਕਰੋ ਸੁਰਮਾ, ਜਾਂ ਸੁਰਮੇ ਦਾ ਕੀ ਕਨਸੈਪਟ ਹੈਗਾ ਕਿ ਤੁਸੀਂ ਅੱਖ 'ਚ ਪਾਉਣਾ ਹੈ ਕਿ ਅੱਖ ਦਾ ਰੋਗ ਮਿਟੇਗਾ ਜਾਂ ਥੋੜੀ ਸੁੰਦਰਤਾ ਵਧੇਗੀ। ਹੁਣ ਅੰਜਨ, ਇਹ ਗੁਰਬਾਣੀ ਵਿੱਚ ਇਸ ਨੂੰ ਅੰਜਨ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਗਿਆਨ ਦਾ ਸੁਰਮਾ ਪਾਉਣਾ ਕਿਹਾ ਹੈ, ਤੇ ਜਿਹੜਾ ਕਿ ਇਹ ਵੀ ਗੁਰੂ ਤੋਂ ਹੀ ਮਿਲਦਾ ਹੈਗਾ। ਇਸ ਨਾਲ ਅਗਿਆਨ ਦਾ ਅੰਧੇਰਾ ਦੂਰ ਹੁੰਦਾ ਹੈ, ਇਹਦੇ ਨਾਲ ਥੋੜੀ ਅੱਖਾਂ ਦੀ ਬਿਮਾਰੀਆਂ ਦੂਰ ਨਹੀਂ ਹੁੰਦੀਆਂ, ਥੋੜੀ ਸੁੰਦਰਤਾ ਨਹੀਂ ਵੱਧਦੀ। ਜਿਹੜਾ ਗੁਰਬਾਣੀ 'ਚ ਗਿਆਨ ਅੰਜਨ ਹੈ, ਇਹ ਅੰਧਕਾਰ ਜਾਂ ਅਗਿਆਨ ਨੂੰ ਮਿਟਾਉਣ ਦਾ ਵਸੀਲਾ ਹੈ, ਵਸੀਲਾ ਜਾਂ ਉਹਨੂੰ ਥੋੜੀ ਤਾਕਤ ਹੈ ਜਿਹੜੀ ਤੁਹਾਨੂੰ ਗੁਰੂ ਤੋਂ ਮਿਲਦੀ ਹੈ, ਇਹ ਥੋੜੀ ਆਪਣੀ ਸਮਰੱਥਾ ਨਹੀਂ ਹੈ। ਤਾਂ ਹੀ ਇਹ ਕਹਿੰਦੇ ਗਿਆਨ ਅੰਜਨ ਗੁਰ ਦੀਆ, ਇਹ ਗੁਰੂ ਨੇ ਦਿੱਤਾ ਹੈ, ਤੇ ਥੋੜਾ ਅਗਿਆਨ ਦਾ ਅੰਧੇਰਾ, ਅਗਿਆਨ ਕੀ ਥੋੜੀ ਦੁਬਤਾ, ਥੋੜੀ ਜਿਹੜੀ ਵੀ ਤੁਹਾਡੇ ਮਨ ਦੀ ਉਲਝਣ ਹੈ ਉਹ ਦੂਰ ਹੁੰਦੀ ਹੈ। ਹਰ ਕਿਰਪਾ ਤੇ ਸੰਤ ਭੇਟਿਆ, ਇਹ ਹਰ ਕਿਰਪਾ ਤੇ ਹੀ ਸੰਤਾਂ ਨਾਲ ਮਿਲਾਪ ਹੁੰਦਾ ਹੈ, ਭੇਟਿਆ ਮਿਲਾਪ ਹੋਣਾ, ਨਾਨਕ ਮਨ ਪ੍ਰਗਾਸ, ਜਿਹਦੇ ਨਾਲ ਥੋੜਾ ਮਨ ਹੈ, ਜਿੱਤੇ ਅਸੀਂ ਹੁਣ ਹੀ ਗੱਲ ਕਰਕੇ ਹਟੀ ਹੈ, ਉਹਦਾ ਪ੍ਰਗਾਸ ਹੋਣਾ ਹੈਗਾ, ਉਹਦੀ ਪ੍ਰਫੁੱਲਤਾ ਹੋਣੀ ਹੈ, ਉਹਨੂੰ ਚਾਨਣਾ ਮਿਲਣਾ ਹੈ, ਉਹਨੇ ਆਪਣੀ ਪ੍ਰਫੁੱਲਤਾ ਕਰਨੀ ਹੈ। ਹੁਣ ਅਸ਼ਟਪਦੀ, ਇਹ ਅਸ਼ਟਪਦੀ ਵਿੱਚ ਨਾਮ ਨੂੰ ਵੀ ਦੀ ਮਹਿਮਾ ਹੈ ਕਿ ਜਦੋਂ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਗਿਆਨ ਦਾ ਅੰਜਨ ਮਿਲ ਗਿਆ ਤਾਂ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ, ਉਹ ਸਾਰਾ ਕੁਛ ਤੁਹਾਡੇ ਆਪਣੇ ਸਰੀਰ ਦੇ ਵਿੱਚ ਹੈ। ਉਹ ਪਰ ਤੁਹਾਨੂੰ ਗਿਆਨ ਅੰਜਨ ਉਹ ਗੁਰੂ ਤੋਂ ਹੀ ਥੋੜੀ ਕਿਰਪਾ ਹੋਏਗੀ, ਉਹੀ ਫਿਰ
यही नाम दी महिमा के नाम थोड़े अंदर है, ये ज्ञान था अंजन थोड़े अंदर है, ये गुरु ने थानू दिखाना हैगा ते जे तुसी देखना हैगा। सत संगत अंदर प्रभ डिठा, अंतर अपने मन विच, अपने अंदर सतसंग अंतर प्रभ डिठा, नाम प्रभ का लागा मीठा। जदों सतसंग दे विच बैठ के ਇਹ सतसंग ਦੀ ਜਿੰਨੀ ਮਰਜ਼ੀ ਤੁਸੀਂ ਵਿਆਖਿਆ ਕਰੀ ਜਾਓ ਕਿ ਉਹਦੇ ਵਿੱਚ ਜਦੋਂ ਬੈਠ ਕੇ ਆਪਣੇ ਮਨ ਦੇ ਅੰਦਰ ਪ੍ਰਭੂ ਨੂੰ ਤੁਸੀਂ ਦੇਖ ਲਿਆ ਤੇ ਤੁਹਾਨੂੰ ਉਹਦਾ ਨਾਮ ਮਿੱਠਾ ਲੱਗਿਆ। ਇਹ ਆਪਣੇ ਮਨ ਦੇ ਅੰਦਰ ਹੀ ਦੇਖੇਗਾ। ਸਗਲ ਸਮਗਰੀ ਇਸ ਘਟ ਮਾਹੇ, ਸਗਲ ਸਮਗਰੀ ਸਾਰੇ ਪਦਾਰਥ, ਸਾਰਾ ਪਸਾਰਾ ਜਾਂ ਸਾਰੀ ਸ੍ਰਿਸ਼ਟੀ, ਸਾਰੀ ਪ੍ਰਕਿਰਤੀ ਇੱਕ ਘਟ ਮਾਹੇ, ਇੱਕ ਹੋਈ। ਇਹ ਥੋੜੇ ਘਟ ਹਿਰਦੇ ਵਿੱਚ ਹੈ, ਥੋੜੇ ਆਪਣੇ ਵਿੱਚ ਹੈ। ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ, ਪਰ ਉਹ ਕੀ ਹੈ? ਅਨੇਕ ਰੰਗ ਹੈ। ਇਹਨੂੰ ਥੋੜਾ ਦਿਖਦਾ ਹੈਗਾ ਕਿ ਬਹੁਤ ਅਨੰਤ ਹੈ, ਬਹੁਤ ਤਰ੍ਹਾਂ ਦੇ ਹੈਗੇ। ਇਹ ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ। ਇਹਨੂੰ ਪਹਿਲੇ ਉਸ ਨਾਲ ਕਰਨਾ, ਸਗਲ ਸਮਗਰੀ ਇਸ ਘਟ ਮਾਹੇ, ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ। ਇਹ ਸਭ ਕੁਝ ਜਿੰਨੇ ਰੰਗ ਬਰੰਗੀ ਜਿੰਨੀ ਸਾਰੀ ਪ੍ਰਕਿਰਤੀ ਹੈ, ਇਹ ਥੋੜੇ ਘੱਟ ਵਿੱਚ ਕਿ ਜਿਵੇਂ ਅੰਡੇ ਮੇਂ ਬ੍ਰਹਮੰਡ ਮੇਂ, अंडे में ब्रह्मंडा वो हैगा। नौ निध प्रभ अमृत, नौ निध अमृत प्रभ का नाम देही में इसका विश्राम। ਇਹ ਜਦੋਂ ਅਸੀਂ ਸੁਖਮਨੀ ਸਾਹਿਬ ਦਾ ਸ਼ੁਰੂ ਕੀਤਾ ਸੀ, ਇਹ ਪਹਿਲਾ ਸ਼ਲੋਕ ਹੈਗਾ ਐਗਜ਼ੈਕਟਲੀ। ਹੁਣ ਇਹਨੂੰ ਤੁਸੀਂ ਉਸ ਸ਼ਲੋਕ ਨਾਲ ਕੰਪੇਅਰ ਕਰਕੇ ਦੇਖੋ, ਜਿਹੜਾ ਆਨੰਦ ਸਾਹਿਬ ਨਾਲ ਕੰਪੇਅਰ ਕਰਕੇ ਦੇਖੋ, ਯੂ ਵਿਲ ਗੈਟ ਦ ਮੀਨਿੰਗ ਮੋਰ ਕਲੀਅਰ। नौनिध अमृत प्रभ का नाम देही में इसका विश्राम। ये जड़ा अमृत कितनी व्याख्या करी जाओ, ये थोड़ी देही दे विच है। सुन समाद अनहत तहनाद, कहो ना जाए अचरज बिस्माद। मैं किथे भूल, नौनिध अमृत प्रभ का नाम, नौ निध। ਇਹ ਜਿਵੇਂ ਇਕਨੋਮਿਕ ਸੈਂਸ ਦੇ ਵਿੱਚ ਕਿ ਜਿਹੜੇ 9 ਬੜੇ ਖਜ਼ਾਨੇ ਨੇ, ਬੜੀ ਦੌਲਤ ਹੈ, ਇਹ ਉਹ ਜਿਹੜਾ ਨਾਂ ਹੈ ਉਹਦੇ ਵਿੱਚ ਹੈਗੇ, ਪ੍ਰਭੂ ਦੇ ਨਾਂ ਦੇ ਵਿੱਚ ਹੀ 9 ਨਿਧੀਆਂ ਹੈਗੀਆਂ। ਇਹ ਮਤਲਬ ਸਾਰੇ ਵੱਡਮੁੱਲੀ ਚੀਜ਼ਾਂ ਤੁਹਾਡੇ ਨਾਂ ਦੇ ਵਿੱਚ ਹੈ। ਇਹ ਤੁਹਾਡਾ ਪ੍ਰਭ ਦਾ ਨਾਮ ਹੈ ਜਿਹੜਾ ਤੁਹਾਡੇ ਅੰਦਰ ਹੀ ਹੈਗਾ। देही में इसका विश्राम, इस देही दे विच है। सुन समाद अनहत तहनाद, सुन समाद वो समाधि जिस विच कोई होर फुरना नहीं उठदा। इहनूं सहज समाधि भी कहंदे हैं ते अपने स्वरूप दे विच टिकना, इज सुन समाद अनहत तहनाद। अनहत लगातार, विदाउट एनी ब्रेक, विदाउट एनी डिस्टर्बेंस। ये आत्मक आनंद की अवस्था है। जिवें 16वीं अष्टपदी दे विच भी इहदा जिक्र आएगा। सुन समाद अनहत तहनाद, कहण ना जाई अचरज बिस्माद। हुण अचरज, अचरज हैरान करने वाला, जां विस्माद। ਇਹਨੂੰ ਗੁਰਬਾਣੀ ਵਿੱਚ ਅਚਰਜ ਨੂੰ 2 ਤਰੀਕੇ ਨਾਲ ਵਰਤੇਗਾ। ਇੱਕ ਜੇਕਰ ਤੁਸੀਂ ਹੈਰਾਨੀ ਅਵਸਥਾ, ਜਿਵੇਂ ਵਿਸਮਾਦ ਪਵਨ, ਵਿਸਮਾਦ ਪਾਣੀ ਆਸਾ ਦੀ ਵਾਰ ਦੇ ਵਿੱਚ, ਤੇ ਫਿਰ ਇਹ ਜਿਹੜਾ ਅਸਲੀ ਉਹਦੇ ਵਿੱਚ ਹੈ ਕਿ ਆਤਮਿਕ ਆਨੰਦ ਦੀ ਅਵਸਥਾ ਹੈਗਾ। ਜਿਵੇਂ 16ਵੀਂ ਅਸ਼ਟਪਦੀ ਦੇ ਵਿੱਚ ਹੈਗਾ ਬਿਸਮਨ ਬਿਸਮ ਭੇ ਵਿਸਮਾਦ। कहना जाए अचरज बिस्माद। तिन देखिया जिस आप दिखाए, नानक तिस जन सोजी पाए। ये उन्होंने दिसदा है जिन्हों
ਪ੍ਰਭੂ ਜਾਂ ਨਿਰੰਕਾਰ ਆਪ ਦਿਖਾਉਂਦਾ ਹੈ। ਨਾਨਕ ਤਿਸ ਜਨ ਸੋਝੀ ਪਾਏ, ਇਹ ਸੋਝੀ ਵੀ ਉਸੇ ਨੂੰ ਹੁੰਦੀ ਹੈਗੀ ਜਿੱਤੇ ਉਹਦੀ ਕਿਰਪਾ ਹੈ, ਜਿਹਨੂੰ ਉਹਨੇ ਦਿਖਾਉਣਾ ਹੈ। थैंक यू जी। पता दो परमजीत। ਸੋ ਅੰਤਰ ਸੋ ਬਾਹਰ ਅਨੰਤ। ਪਰਮਾਤਮਾ ਸ੍ਰਿਸ਼ਟੀ ਦੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ। ਘਟ ਘਟ ਵੀ ਆਪ ਰਹੇ ਭਗਵੰਤ। ਉਹ ਅਪਰੰਪਾਰ ਪਾਰ ਪਾਰ ਹਰ ਦਿਲ ਵਿੱਚ ਵਸਦਾ ਹੈ। ਧਰਨ ਮਾਹੇ ਮਾਹੇ ਆਕਾਸ ਪਿਹਾਲ। ਉਹ ਧਰਤੀ ਤੇ ਵੀ ਹੈ, ਆਕਾਸ਼ ਤੇ ਵੀ ਹੈ ਅਤੇ ਪਾਤਾਲ ਵਿੱਚ ਵੀ ਹੈ। ਸਰਬ ਲੋਕ ਪੂਰਨ ਪ੍ਰਤਿਪਾਲ। ਹਰ ਦੁਨੀਆ ਵਿੱਚ ਉਹ ਆਪ ਹੀ ਪਾਲਨਹਾਰ ਹਨ। ਬਨ ਤਿੰਨ ਪਵਿੱਤਰ ਹੈ ਪਰਬ੍ਰਹਮ। ਵਾਹਿਗੁਰੂ ਜੰਗਲਾਂ ਵਿੱਚ, ਖੇਤਾਂ ਵਿੱਚ ਅਤੇ ਪਹਾੜਾਂ ਵਿੱਚ ਵੀ ਵਸਦਾ ਹੈ। ਜੈਸੀ ਆਗਿਆ ਤੈਸਾ ਕਰਮ। ਸੰਸਾਰ ਦੇ ਸਾਰੇ ਕੰਮ ਉਸਦੇ ਕਾਨੂੰਨ ਅੰਦਰ ਹੀ ਹੁੰਦੇ ਹਨ। ਪਹੁਣ ਪਾਣੀ ਵੇ ਸੰਤਾਰ ਮਾਹੇ। ਹਵਾ ਅਤੇ ਪਾਣੀ ਵੀ ਉਸਨੇ ਹੀ ਬਣਾਇਆ ਹਨ। ਚਾਰ ਕੁੰਤ ਦੇ ਦਿਸੇ ਸਮਾਹੇ। ਸੰਸਾਰ ਦੇ ਚਾਰ ਕੋਨੇ ਅਤੇ 10 ਦਿਸ਼ਾਵਾਂ ਵੀ ਉਸ ਹੀ ਥਾਪੀਆਂ ਹਨ। ਤਿਸ ਤੇ ਬਿਨ ਨਹੀਂ ਕੋ ਠਾਓ। ਵਾਹਿਗੁਰੂ ਤੋਂ ਇਲਾਵਾ ਮਨੁੱਖ ਦਾ ਹੋਰ ਕੋਈ ਟਿਕਾਣਾ ਨਹੀਂ ਹੈ। ਗੁਰ ਪ੍ਰਸਾਦ ਨਾਨਕ ਸੁਖ ਪਾਓ। ਇਹ ਨਾਨਕ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਜੀਵਨ ਦੇ ਸਾਰੇ ਸੁੱਖ ਮਿਲਦੇ ਹਨ। आज तो इंग्लिश छड़ के पंजाबी बोलते, कोई डर नहीं। That's very good. नंबर 3। ਮੈਂ ਕਰ ਦੇਣਾ ਹੈ ਨੰਬਰ 3 ਤੇ ਇਹ ਜਦੋਂ ਆਪਾਂ ਡਾਕਟਰ ਵਜ਼ੀਰ ਨੇ ਸਾਰਾ ਜਿਹੜਾ ਮਨ ਦੇ ਉੱਤੇ ਐਕਸਪਲੇਨ ਕੀਤਾ ਹੈਗਾ, ਇਹਦੇ ਵਿੱਚ ਵੀ ਇਹ ਜਿਹੜਾ ਤੀਜਾ ਪਦਾ ਹੈ, ਇਨਫੈਕਟ ਸਾਰੀ ਜਿਹੜੀ ਉਸਪਦੀ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਨੇ ਮਨ ਨੂੰ। ਸੇ ਇੱਥੇ ਮਨ ਨੂੰ ਕਹਿੰਦੇ ਹਨ ਕਿ ਮਨ ਜਾਂ ਜੀਵ ਨੂੰ ਕਹਿੰਦੇ ਹਨ ਕਿ ਵੇਦ ਪੁਰਾਣ ਸਸੀਅਤ ਸਿਮਰਤ ਮੇ ਦੇਖ। ਵੇਦ ਪੁਰਾਣ ਸਿਮਰਤ ਮੇ ਦੇਖ। ਸੋ ਕਹਿੰਦੇ ਕਿ ਤੂੰ ਪੁਰਾਣਾਂ ਦੇ ਵਿੱਚ, ਸਿਮਰਤਿਆਂ ਵਿੱਚ, ਵੇਦਾਂ ਦੇ ਵਿੱਚ ਵੀ ਉਸ ਨੂੰ ਉਸ ਵਾਹਿਗੁਰੂ ਨੂੰ ਹੀ ਦੇਖ ਤੂੰ। ਸਸੀਰ ਸੂਰ ਨਕੱਤਰ ਮੇ ਏਕ। ਸੋ ਕਹਿੰਦੇ ਕਿ ਜਿਹੜਾ ਸੂਰਜ, ਜਿਹੜਾ ਚੰਦ ਹੈ, ਸਸੀਰ ਸੂਰ ਜਿਹੜਾ ਚੰਦ ਹੈ, ਸੌਰੀ ਸੂਰਜ ਹੈ, ਨਖੱਤਰ ਜਿਹੜੇ ਤਾਰੇ ਹਨ, ਉਹਨਾਂ ਵਿੱਚ ਵੀ ਤੂੰ ਉਸ ਵਾਹਿਗੁਰੂ ਨੂੰ ਹੀ ਦੇਖ। ਕਿ ਜਿੱਥੇ ਵੀ ਦੇਖਦਾ ਹੈ ਤੈਨੂੰ ਵਾਹਿਗੁਰੂ ਹੀ ਨਜ਼ਰ ਆਉਣਾ ਚਾਹੀਦਾ ਹੈ। ਆਪਣੇ ਮਨ ਨੂੰ ਸਮਝਾ ਰਹੇ ਹਨ ਜਾਂ ਜੀਵ ਨੂੰ ਸਮਝਾ ਰਹੇ ਹਨ। ਬਾਣੀ ਪ੍ਰਭ ਕੀ ਸਭ ਕੋ ਬੋਲੇ। ਸੋ ਕਹਿੰਦੇ ਕਿ ਇਹ ਵੀ ਤੂੰ ਰੀਅਲਾਈਜ਼ ਕਰ, ਮਨ ਨੂੰ ਕਹਿੰਦੇ ਹਨ ਕਿ ਜੋ ਉਹ ਸਾਡੇ ਨਾਲ ਕਮਿਊਨੀਕੇਟ ਕਰਦਾ ਹੈ ਵਾਹਿਗੁਰੂ ਆਪਣੀ ਬਾਣੀ ਦੇ ਰਾਹੀਂ, ਆਪਣੇ ਨਾਮ ਦੇ ਰਾਹੀਂ, ਆਪਣੇ ਸ਼ਬਦ ਦੇ ਰਾਹੀਂ। ਆਪ ਅਡੋਲ ਨਾ ਕਬ ਹੋ ਡੋਲੇ। ਸੋ ਇਹ ਵੀ ਮਨ ਨੂੰ ਕਹਿੰਦੇ ਹਨ ਕਿ ਤੂੰ ਇਹ ਰੀਅਲਾਈਜ਼ ਕਰ ਕਿ ਉਹ ਕਦੇ ਉਹ ਅਡੋਲ ਹੈ, ਸਥਿਰ ਹੈ। ਕਿ ਜਦੋਂ ਆਪਾਂ ਪੜ੍ਹਦੇ ਹਾਂ ਥਿਰ ਕਰ ਬੈਸੋ ਅਰਜਨ ਪਿਆਰੇ, ਏਦਾਂ ਦੇ ਸ਼ਬਦ ਜਿਹੜੇ ਹਨ ਕਿ ਉਹ ਜੋ ਵਾਹਿਗੁਰੂ ਹੈ ਉਹ ਅਡੋਲ ਹੈ। ਸਰਬ ਕਲਾ ਕਰ ਖੇਲੇ ਖੇਲ। ਕਿ ਜੋ ਵੀ ਤੈਨੂੰ ਦਿਸਦਾ ਹੈ, ਜੋ ਸਾਰੀ ਸ੍ਰਿਸ਼ਟੀ ਹੈ, ਇਹ ਸਭ ਜੋ ਵੀ ਸਾਰੀ ਵਿਜ਼ੀਬਲ ਦੁਨੀਆ ਹੈ, ਉਸਦਾ ਹੀ ਖੇਲ ਹੈ। ਫਿਰ ਕਹਿੰਦੇ ਮੋਲ ਨਾ ਪਾਈਏ ਗੁਣ ਹੈ ਅਮੋਲ। ਕਿ ਉਹਦੇ ਅਸੀਂ ਕੋਈ ਉਸਦੀ ਕੀਮਤ ਨਹੀਂ ਪਾ ਸਕਦੇ। ਉਸਦੇ ਜੋ ਗੁਣ ਹਨ ਉਹ ਵੀ ਅਮੋਲ ਹਨ। ਸਰਬ ਜੋਤ ਮੇਂ ਜਾਂ ਕੀ ਜੋਤ। ਸੋ ਕਹਿੰਦੇ ਹਨ ਕਿ ਤੂੰ ਇੱਥੇ ਵੀ ਰੀਅਲਾਈਜ਼ ਕਰ ਮਨ ਕਿ ਉਹਦੀ ਜੋ ਜੋਤ ਹੈ ਉਹ ਸਰਬ ਵਿਆਪਕ ਹੈ। ਉਹਦੀ ਜੋਤ ਸਾਰੇ ਪਾਸੇ ਹੈ, ਤੇਰੇ ਅੰਦਰ ਹੀ ਹੈ। ਉਸਨੂੰ ਤੂੰ ਭਾਲਣਾ ਹੈ। ਜਦੋਂ ਡਾਕਟਰ ਵਜ਼ੀਰ ਨੇ ਹੁਣ ਐਕਸਪਲੇਨ ਕੀਤਾ ਆਪਣੇ ਪਹਿਲੇ ਪਦੇ ਵਿੱਚ ਕਿ ਉਸ ਨੂੰ ਤੂੰ ਆਪਣੇ ਅੰਦਰ ਭਾਲਣਾ ਹੈ, ਕਿ ਉਹਦੀ ਜੋਤ ਤੇਰੇ ਅੰਦਰ ਹੀ ਹੈ। ਤਾਰ ਰਹੋ ਸਵਾਮੀ ਓਤ ਪੋਤ। ਕਿ ਇਹ ਜਿਸ ਤਰ੍ਹਾਂ ਕਹਿੰਦੇ ਉਹ ਸਾਰੇ ਪਾਸੇ ਉਹ ਸਰਬ ਵਿਆਪਕ ਹੈ। ਜਿਸ ਤਰ੍ਹਾਂ ਕੋਈ ਕੱਪੜਾ ਤੇ ਉਸਦਾ ਜੋ ਕਲਰ ਹੈ ਉਸਨੂੰ ਅਸੀਂ ਡਿਸਟਿੰਗੁਇਸ਼ ਨਹੀਂ ਕਰ ਸਕਦੇ। ਪਾਣੀ ਹੋਇਆ ਜਾਂ ਸਮੁੰਦਰ ਹੋਇਆ, ਉਸਨੂੰ ਉਹ ਭਿੰਨ ਨਹੀਂ ਹੈ, ਉਹ ਸਾਰੇ ਪਾਸੇ ਸਰਬ ਵਿਆਪਕ ਹੈ।
ਫਿਰ ਕਹਿੰਦੇ ਹਨ ਗੁਰ ਪ੍ਰਸਾਦ ਪਰਮ ਕਾ ਨਾਸ। ਸੋ ਇਹ ਹੁਣ ਕਹਿੰਦੇ ਕਿ ਤੇਰਾ ਜਿਹੜਾ ਨਾਸ ਹੋਏਗਾ, ਭਰਮਾਂ ਦਾ ਨਾਸ ਹੋਏਗਾ, ਸ਼ਬਦ ਦੇ ਰਾਹੀਂ ਉਸ ਦਾ ਨਾਸ ਹੋਏਗਾ। ਫਿਰ ਨਾਨਕ ਤਿੰਨ ਮੈਂ ਇਹ ਵਿਸਾਸ। ਸੋ ਕਹਿੰਦੇ ਹਨ ਕਿ ਨਾਨਕ ਜੀ ਕਹਿੰਦੇ ਹਨ ਕਿ ਜੋ ਅਕਾਲ ਪੁਰਖ ਦੀ ਜੋ ਇਸ ਸਰਬ ਵਿਆਪਕ ਹਸਤੀ ਦਾ ਜੋ ਇਹ ਤੂੰ ਮਨ ਨੂੰ ਕਹਿੰਦੇ ਕਿ ਤੂੰ ਇਸ ਦਾ ਯਕੀਨ ਕਰ ਕਿ ਉਹ ਜੋ ਸਰਬ ਵਿਆਪਕ ਜੋ ਹਸਤੀ ਹੈ ਉਹ ਸਾਰੇ ਪਾਸੇ ਉਹੀ ਹੈ। ਹਾਂਜੀ, ਨੰਬਰ 4। ਹਾਂਜੀ ਵਿੰਦਰ। ਸੰਤ ਜਨਾ ਕਾ ਉਪੇਖ ਸਭ ਪਰਮ ਬ੍ਰਹਮ ਪਰਮ। ਮਨੁੱਖ ਪਰਮਾਤਮਾ ਨੂੰ ਸਭ ਥਾਂ ਵੇਖਦਾ ਹੈ। ਸੰਤ ਜਨਾ ਕੇ ਹਿਰਦੇ ਸਭ ਧਰਮ। ਮਨੁੱਖ ਪਰਮਾਤਮਾ ਦੇ ਦਿਲ ਵਿੱਚ ਕੇਵਲ ਧਰਮ ਦਾ ਨਿਵਾਸ ਹੀ ਕਰਦਾ ਹੈ। ਸੰਤ ਜਨਾ ਸੁਣੋ ਸਭ ਬਚਨ। ਸੰਤ ਜਨਾ ਸੁਣੋ ਸ਼ੁਭ ਬਚਨ। ਮਨੁੱਖ ਪਰਮਾਤਮਾ ਦੀ ਆਵਾਜ਼ ਸਭ ਹਰ ਥਾਂ ਸੁਣਦਾ ਹੈ। ਪਰਮਾਤਮਾ ਦੀ ਆਵਾਜ਼ ਹਰ ਥਾਂ ਸੁਣਦਾ ਹੈ। ਸਰਬ ਵਿਆਪੀ ਰਾਮ ਸੰਗ ਰਚਨ। ਉਹ ਮਨੁੱਖ ਪਰਮਾਤਮਾ ਆਪ ਸਰਬ ਵਿਆਪਕ ਹੈ। ਪਰਮਾਤਮਾ ਯਾਦ ਵਿੱਚ ਹੀ ਸਮਾਏ ਰਹਿੰਦੇ ਹਨ ਸਾਰੇ। ਜਿਨਸ ਜਾਤਾ ਤਿਸ ਕੀ ਇਹ ਰਹਿਤ। ਪਵਿੱਤਰ ਮਨੁੱਖ ਦਾ ਜੀਵਨ ਸਭ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਕਿ ਸਤ ਬਚਨ ਸਾਧੂ ਸਤ ਕਹਿਤ। ਮਨੁੱਖ ਹਮੇਸ਼ਾ ਸੱਚ ਹੀ ਕਹਿੰਦਾ ਹੈ। ਜੋ ਹੋਏ ਸੋਈ ਸੁਖ ਮਾਨੇ। ਹਰ ਹਾਲ ਵਿੱਚ ਜੇ ਮਨੁੱਖ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਸੁਖ ਪਾਉਂਦਾ ਹੈ। ਕਰਨ ਕਰਾਵਨ ਪ੍ਰਭ ਜਾਣੇ। ਜਾਣਦੇ ਹਨ ਪ੍ਰਮਾਤਮਾ ਇਹ ਸਾਰਾ ਕੁਝ ਕਰਨ ਵਾਲਾ ਹੈ। ਅੰਦਰ ਵਸੇ ਬਾਹਰ ਵੀ ਉਹੀ। ਪਰਮਾਤਮਾ ਹੀ ਮਨੁੱਖ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੋਈ ਵਸ ਰਿਹਾ। ਨਾਨਕ ਦਰਸ਼ਨ ਦੇਖ ਸਭ ਮੋਹੀ। ਉਸਨੂੰ ਵੇਖਣ ਨਾਲ ਉਸਦੇ ਪਿਆਰ ਵਿੱਚ ਹੀ ਮਨੁੱਖ ਦੀਵਾਨਾ ਹੋ ਜਾਂਦਾ ਹੈ। ਥੈਂਕ ਯੂ ਅੰਦਰ ਜੀ। ਨੰਬਰ 5। ਹਾਂਜੀ ਕੈਲਾਸ਼। ਜੀ you're on mute। ਥੈਂਕ ਯੂ। ਹਾਂਜੀ ਹੈਗਾ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ। ਉਹ ਕਹਿੰਦੇ ਨੇ ਪਰਮਾਤਮਾ ਆਪ ਖੁਦ ਸੱਚਾ ਹੈ ਅਤੇ ਸਾਰਾ ਕੁਝ ਜੋ ਕੁਝ ਉਸਨੇ ਸੱਚ ਸਾਜਿਆ ਹੈ ਉਹ ਵੀ ਸੱਚ ਹੈ ਤੇ ਇਹ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੀ ਆਈ ਹੈ। ਜਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਏਕ ਓੰਕਾਰ। ਕਹਿੰਦੇ ਨੇ ਜਦ ਉਸ ਪਰਮਾਤਮਾ ਜਦੋਂ ਉਸ ਪਰਮਾਤਮਾ ਨੂੰ ਜੋ ਕੁਛ ਚੰਗਾ ਲੱਗਦਾ ਹੈ ਤਦ ਹੀ ਉਹ ਜਗਤ ਦਾ ਸਾਰਾ ਕਰ ਦਿੰਦਾ ਹੈ ਅਤੇ ਫਿਰ ਜੇਕਰ ਉਸਨੂੰ ਭਾਵੇ ਤਦ ਉਹ ਇੱਕ ਆਪਣੇ ਆਪ ਵਿੱਚ ਆਪ ਹੀ ਹੋ ਜਾਂਦਾ ਹੈ। ਅਨੇਕ ਕਲਾ ਲਖੀ ਨਾ ਜਾਏ ਜਿਸ ਪਾਵੇ ਤਿਸ ਲਏ ਮਿਲਾਏ। ਉਸ ਪਰਮਾਤਮਾ ਦੀਆਂ ਅਨੇਕਾਂ ਤਾਕਤਾਂ ਹਨ ਜਿਸ ਦਾ ਬਿਆਨ ਕੋਈ ਵੀ ਨਹੀਂ ਕਰ ਸਕਦਾ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ ਉਸਨੂੰ ਆਪਣੇ ਨਾਲ ਹੀ ਮਿਲਾ ਲੈਂਦਾ ਹੈ। ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ। ਕੁਝ ਨਹੀਂ ਕਹਿ ਸਕਦੇ ਕਿ ਉਸਦੇ ਨੇੜੇ ਕੌਣ ਹੈ ਤੇ ਉਸਦੇ ਦੂਰ ਕੌਣ ਹੈ। ਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ। ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬਚਾਏ। ਵਾਹਿਗੁਰੂ ਇਨਸਾਨ ਨੂੰ ਅੰਦਰਲੀ ਉੱਚੀ ਅਵਸਥਾ ਦਰਸਾਉਂਦਾ ਹੈ। ਉਸਨੂੰ ਸਮਝ ਵੀ ਆਪੇ ਬਖਸ਼ਾਉਂਦਾ ਹੈ। ਥੈਂਕ ਯੂ। ਨੰਬਰ 6। ਪਤਾ ਨਹੀਂ ਬਬਲੀ ਭੈਣ ਜੀ ਹੈ ਕਿ ਨਹੀਂ। ਉਹਨਾਂ ਦਾ ਆਪਣੇ ਪਿਕਚਰ ਨਹੀਂ ਹੈ ਤੇ ਫੋਨ ਵੀ ਮਿਊਟ ਤੇ ਕੀਤਾ ਹੈ ਤੇ ਪਤਾ ਨਹੀਂ ਹੈਗੇ ਨੇ। No, she's not coming। ਓਕੇ ਚਲ ਮੈਂ ਕਰ ਦੇਣਾ because she hasn't said anything। ਸਰਬ ਭੂਤ ਆਪ ਵਰਤਾਰਾ। ਇੱਥੇ ਫਿਰ ਹੁਣ ਅਸੀਂ ਕੰਟੀਨਿਊ ਕਰਦੇ ਹਾਂ ਇਨਸਟਰਕਸ਼ਨਸ ਜੋ ਮਨ ਨੂੰ ਦੇ ਰਹੇ ਹਨ ਆਪਣੇ ਗੁਰੂ ਜੀ। ਸੋ ਕਹਿੰਦੇ ਹਨ ਕਿ ਤੂੰ ਇਹ ਰਿਅਲਾਈਜ਼ ਕਰ ਕਿ ਉਹ ਜੋ ਵਾਹਿਗੁਰੂ ਹੈ ਸਾਰੇ ਪਾਸੇ ਉਹ ਵਰਤਾਰਾ, ਸਾਰੇ ਪਾਸੇ ਉਹ ਹੈ ਵਾਹਿਗੁਰੂ। ਸਰਬ ਨੈਣ ਆਪ ਪੇਖਣ ਹਾਰਾ। ਸੋ ਜਿਸ ਤਰ੍ਹਾਂ ਆਪਾਂ ਰਾਗ ਤਨਾਸੀ ਵਿੱਚ ਪੜ੍ਹਦੇ ਹਾਂ ਨਨ ਨੈਣ ਹੈ ਤੋਏ ਕੋ। ਤਾਂ ਉੱਥੇ ਇਹ ਚੀਜ਼ ਕਹਿੰਦੇ ਹਨ ਕਿ ਉਹ ਨਿਰੰਕਾਰ ਜੋ ਹੈ ਉਹਦਾ ਸਰਗੁਣ ਸਰੂਪ ਵੀ ਹੈ, ਨਿਰਗੁਣ ਸਰੂਪ ਵੀ ਹੈ, ਪਰ ਉਹ ਸਾਰੇ ਪਾਸੇ ਆਪਣੇ ਅੱਖਾਂ ਦੇ ਰਾਹੀਂ ਸਭ ਕੁਝ ਦੇਖ ਰਿਹਾ। ਅਸੀਂ ਨਹੀਂ ਉਹਨੂੰ ਦੇਖ ਸਕਦੇ ਪਰ ਉਹ ਸਭ ਕੁਝ ਦੇਖ ਰਿਹਾ। ਫਿਰ ਕਹਿੰਦੇ ਸਗਲ ਸਮਗਰੀ ਜਾਂ ਕਾ ਤਨਾ। Yes, but I need to talk to you. Don't cook anything yet. I'll call you in half an hour. My class is about to finish in a little while, okay? ਸੋ ਇੱਥੇ ਫਿਰ ਉਹੀ ਕਹਿੰਦੇ ਨੇ ਕਿ ਜੋ ਇਹ ਸਾਰੀ ਸਮਗਰੀ ਹੈ ਉਹ ਵੀ ਉਸੀ ਜੋ ਸਾਰੀ ਸ੍ਰਿਸ਼ਟੀ ਸਾਨੂੰ ਦਿਸਦੀ ਹੈ ਉਹ ਵੀ ਕਹਿੰਦੇ ਮਨ ਨੂੰ ਕਿ ਤੂੰ ਇਸ ਤਰ੍ਹਾਂ ਸੋਚ ਕਿ ਉਹ ਵੀ ਉਸ ਦਾ ਤਨਾ ਹੈ ਜੋ ਉਸਦੀ ਬੋਡੀ ਹੈ। ਸੋ ਕਹਿੰਦੇ ਹਨ ਆਪ ਆਪਨ ਜਿਸ ਆਪ ਹੀ ਸੁਣਾ।
ਸੋ ਕਹਿੰਦੇ ਹਨ ਤੂੰ ਇਹ ਰਿਅਲਾਈਜ਼ ਕਰ ਮਨ ਕਿ ਉਹ ਵਾਹਿਗੁਰੂ ਜੋ ਹੈ ਉਹ ਆਪ ਹੀ ਸੁਣਦਾ ਹੈ, ਆਪ ਹੀ ਆਪਣੇ ਗੁਣ ਗਾਉਂਦਾ ਹੈ। ਆਵਨ ਜਾਨ ਇੱਕ ਖੇਲ ਬਣਾਇਆ। ਸੋ ਕਹਿੰਦੇ ਹਨ ਕਿ ਉਹ ਵਾਹਿਗੁਰੂ ਨੇ ਵਿਛੋੜਨਾ, ਜੁਆਇਨ ਕਰਨਾ, ਆਪਣੇ ਸੈਪਰੇਟ ਕਰਨਾ, ਇਹ ਸਭ ਕੁਝ ਇਹ ਵਾਹਿਗੁਰੂ ਦਾ ਖੇਡ ਹੈ। ਸੋ ਫਿਰ ਕਹਿੰਦੇ ਹਨ ਆਗਿਆਕਾਰੀ ਕੀਨੀ ਮਾਇਆ, ਕਿ ਜਿਹੜਾ ਮਾਇਆ ਦਾ ਖੇਲ ਹੈ, ਮਾਇਆ ਦਾ ਚੱਕਰ ਵੀ ਹੈ, ਮਾਇਆ ਦੇ ਜਾਲ ਵੀ ਹੈ, ਉਹ ਵੀ ਉਸਨੇ ਆਪਣੇ ਹੁਕਮ ਅਨੁਸਾਰ ਵੀ ਬਣਾਇਆ ਹੋਇਆ ਹੈ। ਫਿਰ ਕਹਿੰਦੇ ਹਨ ਸਭ ਕੇ ਮਦ ਲਿਪਤੋ ਰਹੇ, ਕਿ ਉਹ ਸਭ ਦੇ ਵਿੱਚ ਰਹਿੰਦਾ ਵੀ ਹੈ, ਤੇਰੇ ਅੰਦਰ ਵੀ ਹੈ, ਲੇਕਿਨ ਉਹ ਅਨਅਟੈਚਡ ਹੈ, ਉਹਨੂੰ ਕੋਈ ਮਾਇਆ ਦੇ ਨਾਲ ਕੋਈ ਅਟੈਚਮੈਂਟ ਨਹੀਂ ਹੈ, ਉਹਨੂੰ ਕੋਈ ਚੀਜ਼ ਦੇ ਨਾਲ ਉਹਨੂੰ ਕੋਈ ਅਟੈਚਮੈਂਟ ਨਹੀਂ ਹੈ। ਸੋ ਜੋ ਕਿਛ ਕਹਿਣਾ ਸੋ ਆਪੇ ਕਹੇ, ਸੋ ਜੋ ਵੀ ਕਰਨਾ ਹੈ, ਜੋ ਵੀ ਕਹਿਣਾ ਹੈ, ਉਹ ਆਪ ਹੀ ਸਾਡੇ ਕੋਲ ਕਰਾਉਂਦਾ ਹੈ। ਆਗਿਆ ਆਵੇ ਆਗਿਆ ਜਾਏ, ਸੋ ਉਸ ਦੇ ਹੁਕਮ ਅਨੁਸਾਰ ਹੀ ਅਸੀਂ ਆਉਂਦੇ ਹਾਂ, ਅਸੀਂ ਜਾਂਦੇ ਹਾਂ। ਤੇ ਫਿਰ ਕਹਿੰਦੇ ਹਨ ਲਾਸਟ ਲਾਈਨ ਦੇ ਵਿੱਚ ਨਾਨਕ ਜਾਂ ਪਾਵੇ ਤਾਂ ਲੈ ਸਮਾਏ, ਤੇ ਉਸ ਤੇ ਜੇ ਉਹਨੂੰ ਪਾਉਂਦਾ ਹੈ ਤਾਂ ਅਸੀਂ ਉਸ ਦੇ ਵਿੱਚ ਸਮਾ ਜਾਂਦੇ ਹਾਂ। ਵੈਰੀ ਗੁੱਡ। ਨੰਬਰ 7 ਡਾਕਟਰ ਸਾਹਿਬ, ਹਾਂਜੀ ਗੁਰਦੇਵ। ਇਸ ਤੇ ਹੋਏ ਸੋ ਨਾ ਹੀ ਬੁਰਾ। ਪਰਮੇਸ਼ਰ ਵਾਹਿਗੁਰੂ ਜੋ ਕੁਝ ਵੀ ਕਰਦਾ ਹੈ ਉਹ ਕਿਸੇ ਵਾਸਤੇ ਜਾਂ ਕਿਸੇ ਲਈ ਬੁਰਾ ਨਹੀਂ ਹੁੰਦਾ, ਜਾਨੀ ਕਿ ਚੰਗਾ ਹੀ ਹੁੰਦਾ ਹੈ। ਔਰ ਕਹਿਓ ਕਿ ਨੇ ਕਿ ਕੱਚ ਕਰਾ। ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ, ਉਸ ਤੋਂ ਸਿਵਾਏ ਕਿਸੇ ਨੇ ਕੁਝ ਵੀ ਕੀਤਾ ਹੈ, ਇਸ ਦਾ ਭਾਵ ਇਹ ਹੈ ਕਿ ਕਿਸੇ ਨੇ ਕੁਝ ਵੀ ਨਹੀਂ ਕੀਤਾ, ਸਿਰਫ ਵਾਹਿਗੁਰੂ ਕਰਦਾ ਤੇ ਕਰਵਾਉਂਦਾ ਹੈ। ਆਪ ਭਲਾ ਕਰਤੂਤ ਅਤ ਨੀਕੀ। ਪਰਮੇਸ਼ਰ ਜਾਨੀ ਕਿ ਵਾਹਿਗੁਰੂ ਆਪ ਵੀ ਭਲਾ ਹੈ ਅਤੇ ਉਸ ਦੇ ਕਰਤੂਤ ਯਾਨੀ ਕਿ ਕਰਤਬਾ ਕਰਨੀ ਵੀ ਅਤ ਨੀਕੀ ਯਾਨੀ ਕਿ ਬਹੁਤ ਚੰਗੀ ਹੈ। ਆਪੇ ਜਾਣੇ ਆਪਣੇ ਜੀ ਕੀ, ਉਹ ਆਪਣੇ ਜੀਆਂ ਦੇ ਬਾਰੇ ਆਪ ਹੀ ਜਾਣਦਾ ਹੈ, ਯਾਨੀ ਕਿ ਅੰਤਰਜਾਮੀ ਹੈ। ਹਮਰੀ ਬੇਦਨ ਤੇ ਦੋ ਸ਼ਬਦ ਹੋਰ ਵੀ ਨਾਲ ਮਿਲਦੇ ਹਨ। ਹਮਰੀ ਬੇਦਨ ਹਰ ਪ੍ਰਭ ਜਾਣੇ, ਮੇਰੇ ਅੰਤਰ ਕੀ ਪੀੜ। ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੇ ਕੋਏ। ਤੇ ਵਾਹਿਗੁਰੂ ਸਾਰਿਆਂ ਦੇ ਹਿਰਦੇ ਵਿੱਚ ਜੋ ਹੈ, ਉਹਦੀ ਇੱਛਾ ਕੀ ਆ, ਉਹਨਾਂ ਦੇ ਭਾਵ ਕੀ ਹੈ, ਸਾਰੇ ਜਾਣਦਾ, ਸਾਰੇ ਸਮਝਦਾ। ਆਪ ਸੱਚ ਧਾਰੀ ਸਭ ਸਾਚ। ਉਹ ਆਪ ਸੱਚਾ ਹੈ ਅਤੇ ਉਸ ਦੀ ਤਾਰੀ ਹੋਈ ਮਰਿਆਦਾ ਵੀ ਸਾਰੀ ਸੱਚ ਹੈ। ਓਤ ਪੋਤ ਆਪਨ ਸੰਗਰਾਜ। ਉਹ ਪ੍ਰਭੂ ਆਪ ਸਾਰਿਆਂ ਜੀਵਾਂ ਨਾਲ ਰਚਿਆ ਹੋਇਆ ਹੈ, ਯਾਨੀ ਕਿ ਉਹਨਾਂ ਦੇ ਆਸ-ਪਾਸ, ਇਰਦ ਗਿਰਦ, ਅੰਤਰ ਬਾਹਰ ਮੌਜੂਦ ਹੈ, ਤਾਂ ਕਿ ਗਤ ਮਿਤ ਕਹੀ ਨਾ ਜਾਏ। ਉਸ ਪ੍ਰਭੂ ਦੀ ਗਤੀ ਯਾਨੀ ਕਿ ਪਸਾਰਾ, ਫੈਲਾਓ, ਯਾਨੀ ਕਿ ਹਿਸ ਐਕਸਟੈਂਟ ਅਤੇ ਮਿਤ ਯਾਨੀ ਕਿ ਮਰਿਆਦਾ ਵਰਣਨ ਨਹੀਂ ਕੀਤੀ ਜਾ ਸਕਦੀ। ਦੂਸਰ ਹੋਏ ਤਾਂ ਸੋਝੀ ਪਾਏ। ਸੋ ਇੱਥੇ ਹੋਰ ਸ਼ਬਦ ਆਉਂਦਾ, ਹਰ ਕੀ ਗਤ ਨੇ ਕੋ ਜਾਣੈ, ਜੋਗੀ ਤਪੀ ਪਚ ਹਾਰੇ ਅਰ ਬਹੁ ਲੋਗ ਸਿਆਣੇ। ਬੰਚ ਕਹਿੰਦੇ ਫਿਰ ਤਿਸਕਾ ਕੀਆ ਵਾਹਿਗੁਰੂ, ਤਾਂ ਕਿ ਗਤ ਮਿਤ ਕਹੀ ਨਾ ਜਾਏ। ਦੂਸਰ ਹੋਏ ਤਾਂ ਸੋਝੀ ਪਾਏ ਵਾਹਿਗੁਰੂ। ਅਗਰ ਉਸ ਪ੍ਰਭੂ ਵਰਗਾ ਯਾਨੀ ਕਿ ਉਸ ਦੇ ਬਰਾਬਰ ਦਾ ਹੋਵੇ ਤਾਂ ਉਸ ਦੀ ਸੋਝੀ ਪਾ ਸਕਦਾ ਹੈ। ਤਿਸਕਾ ਕੀਆ ਸਭ ਪ੍ਰਵਾਨ। ਉਸ ਪ੍ਰਭੂ ਦਾ ਕੀਤਾ ਹੋਇਆ ਸਾਨੂੰ ਸਭ ਪ੍ਰਵਾਨ ਜਾਨੀ ਕਿ ਮਨਜ਼ੂਰ ਹੈ। ਤੇਰਾ ਕੀਆ ਮਿੱਠਾ ਲੱਗੇ ਅਤੇ ਉਸ ਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਕਰ ਸਕਦਾ। ਗੁਰਪ੍ਰਸਾਦ ਨਾਨਕ ਇਹ ਜਾਣ। ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਅਨੁਸਾਰ ਅਸੀਂ ਇਹ ਸਭ ਕੁਝ ਜਾਣ ਲਿਆ ਹੈ, ਯਾਨੀ ਕਿ ਇਹ ਸਭ ਸਾਨੂੰ ਸੋਝੀ ਮਿਲੀ ਹੈ ਵਾਹਿਗੁਰੂ ਪਾਸੋਂ। ਥੈਂਕ ਯੂ ਗੁਰਦੇਵ ਜੀ, ਥੈਂਕ ਯੂ ਵੈਰੀ ਮਚ। ਨੰਬਰ 8 ਜੋ ਜਾਣੇ ਤਿਸ ਸਦਾ ਸੁਖ ਹੋਏ। ਜਿਹੜਾ ਵੀ ਉਸ ਪਰਮਾਤਮਾ ਦੇ ਵਿੱਚ ਭੇਦ ਪਾ ਲਿਆ, ਜਿਸਨੇ ਪਰਮਾਤਮਾ ਦਾ ਨਾਮ ਮਿਲ ਗਿਆ, ਉਹਨੂੰ ਹਮੇਸ਼ਾ ਹੀ ਸਦਾ ਹੀ ਸੁਖ, ਐਵਰ ਲਾਸਟਿੰਗ ਪੀਸ ਉਸਦੇ ਕੋਲ ਆ ਜਾਂਦੀ ਆ। ਆਪ ਮਿਲਾਏ ਲਏ ਪ੍ਰਭ ਸੋਏ। ਜਿਸਨੂੰ ਉਸਨੂੰ ਪਰਮਾਤਮਾ ਆਪ ਜਿਸਨੂੰ ਮਿਲਾਉਂਦਾ ਹੈ, ਉਹ ਉਸਨੂੰ ਆਪ ਮੇਲ ਲੈਂਦਾ ਹੈ। ਪ੍ਰਭੂ ਪਰਮਾਤਮਾ ਉਹ ਧਨਵੰਤ, ਕੁਲਵੰਤ, ਪਤਵੰਤ। ਉਹ ਜਿਹੜਾ ਇਨਸਾਨ ਆ,
ਉਸ ਦੇ ਕੋਲ ਸਾਰੇ ਤਰ੍ਹਾਂ ਦਾ ਧਨ ਵਾਲਾ ਹੋ ਜਾਂਦਾ ਹੈ। ਸਾਰੀਆਂ ਕੁੱਲਾਂ ਦੇ ਵਿੱਚ ਉਸ ਦੀ ਇੱਜ਼ਤ ਹੁੰਦੀ ਹੈ, ਓਨਰ ਵਾਲਾ ਹੋ ਜਾਂਦਾ ਹੈ। ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ, ਭਗਵਾਨ ਵਸਦਾ ਹੈ, ਉਹ ਜੀਵਨ ਇਸ ਜੀਵਨ ਦੇ ਵਿੱਚ ਹੀ ਮੁਕਤ ਹੋ ਜਾਂਦਾ ਹੈ। ਧਨ 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 ਜਨ ਆਇਆ, ਉਹ ਇਨਸਾਨ ਤਿੰਨਾਂ ਕਾਲਾਂ ਦੇ ਵਿੱਚ ਉਸ ਦੀ ਧਨ ਧਨ ਉਸ ਦੀ ਇੱਜ਼ਤ ਹੁੰਦੀ ਹੈ। ਜਿਸ ਪ੍ਰਸਾਦ ਸਭ ਜਗਤ ਤਰਾਇਆ, ਉਸ ਜਿਸ ਦੀ ਕਿਰਪਾ ਦੇ ਨਾਲ ਇਹ ਸਾਰੀ ਦੁਨੀਆ ਸਾਰਾ ਜਹਾਨ ਤਰ ਜਾਂਦਾ ਆ। ਜਨ ਆਵਨ ਕਾ ਇਹ ਸੁਆਓ, ਜਿੰਨੇ ਵੀ ਭਗਤ ਆਇਆ ਉਹ ਇਨਸਾਨ ਉਹਨਾਂ ਦੇ ਆਉਣ ਦਾ ਇਹੋ ਹੀ ਮਨੋਰਥ ਆ। ਜਨ ਕੈ ਸੰਗ ਚਿਤ ਆਵੈ ਨਾਉ, ਭਗਤਾਂ ਦੇ ਨਾਲ ਨਾਮ ਦੇ ਨਾਲ ਜੁੜ ਕੇ ਤੇ ਉਸ ਪਰਮਾਤਮਾ ਸਾਡੇ ਮਨ ਵਿੱਚ ਵਸ ਜਾਂਦਾ ਆ। ਆਪ ਮੁਕਤ ਕਰੇ ਸੰਸਾਰ, ਉਹ ਪਰਮਾਤਮਾ ਆਪ ਮੁਕਤਾ ਤੇ ਸਾਨੂੰ ਵੀ ਮੁਕਤ ਕਰ ਦਿੰਦਾ ਹੈ। ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਉਸ ਜਨ ਨੂੰ, ਉਸ ਭਗਤ ਨੂੰ ਹਮੇਸ਼ਾ ਹੀ ਅਸੀਂ ਨਮਸਕਾਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਦਵਿੰਦਰ ਜੀ, ਥੈਂਕ ਯੂ ਵੈਰੀ ਮਚ। ਹੁਣ ਤੁਸੀਂ ਟਾਈਮ ਹੈ ਤੁਹਾਡੇ ਕੋਲ, ਹੁਕਮਨਾਮੇ ਆਗਾ। ਸੋ ਕਿਹੜੇ ਕਰਨਾ? ਅੱਜ ਤਾਂ ਸੈਟਰਡੇ ਦਾ ਪਹਿਲਾਂ ਕਰ ਲਓ ਜੀ। ਹਾਂਜੀ, ਮੰਡੇ, ਵੈਨਸਡੇ ਤੇ ਫਰਾਈਡੇ ਜੋ ਹੀ ਹੈ ਤੁਹਾਡੇ ਕੋਲ ਜਿੰਨਾ ਟਾਈਮ ਹੈ। ਠੀਕ ਹੈ। ਹਾਂਜੀ ਗੁਰਦੀਪ, ਸੈਟਰਡੇ ਦਾ ਪੂਰਾ ਕਰਦੇ ਹੋ, 4 ਪਦੇ ਦਾ ਹੀ ਹੈ। ਜੀ ਥੈਂਕ ਯੂ ਡਾਕਟਰ ਸਾਹਿਬ। ਇੱਥੇ ਜੋ ਦਰਸ਼ਨ ਪਹਿਲੇ ਕਿਹਾ ਸੀ ਵੀ ਦਰਾਸਰੀ ਰਾਗ ਆ, ਮਤਲਬ ਪਹਿਲਾਂ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਸ਼ਬਦ ਆ। ਇਸ ਤਰ੍ਹਾਂ ਜੇ ਪਹਿਲਾਂ ਪਰਖੀਏ ਜਿਹੜਾ ਰਹਾਉ ਦਾ ਜਿਹੜਾ ਤੁਕਿਆ ਵਰਸ ਆ, ਇੱਥੇ ਮਾਲਕ ਅੱਗੇ ਅਰਦਾਸ ਆ, ਪੁਕਾਰ ਆ, ਪ੍ਰਾਰਥਨਾ, ਅਰਜ਼ੋਈ, ਉਹਨੂੰ ਅੱਗੇ ਬੇਨਤੀ ਮਿੰਨਤ ਹੈ ਕਿ ਮੇਰੇ ਮਾਲਕ ਮੇਰੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਦੀ ਨਜ਼ਰ ਕਰ, ਵੀ ਕਿ ਉਹਦੀ ਕਿਰਪਾ ਦੇ ਨਾਲ ਸਭ ਕੁਝ ਮਿਲਦਾ ਹੈ। ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ, ਵੀ ਤੂੰ ਆਪਣੀ ਕਿਰਪਾ ਦੇ ਨਾਲ ਮੈਨੂੰ ਉਹ ਮਤ ਦੇ ਜਿਹਦਾ ਮੈਂ ਤੈਨੂੰ ਤੇਰੇ ਗੁਣ ਗਾ ਸਕਾਂ। ਦਿਨ ਰਾਤ ਸਦਾ ਸਦਾ, ਦਿਨ ਰਾਤ 8 ਪਹਿਰ ਉੱਠਦੇ ਬਹਿੰਦਿਆਂ ਤੇਰਾ ਨਾਮ ਤੇ ਆਈਏ। ਸੋ ਇਹ ਰਾਗ ਹਾਉ ਦੀ ਤੁਕ ਆ which is ਲਾਗੂ on the whole of the Shabbat। ਸੋ ਪਹਿਲੀ ਤੁਕ ਹੁੰਦੀ ਆ, ਪਾਣੀ ਪੱਕਾ ਪੀਸੋ ਸੰਤ ਆਗੇ, ਗੁਣ ਗੋਬਿੰਦ ਜਸ ਗਾਈ। ਸੰਤਾਂ ਦੀ ਸੇਵਾ ਕਰਦਿਆਂ ਮੈਂ ਪਾਣੀ ਢੋਵਾਂ, ਉਹਨਾਂ ਨੂੰ ਪੱਖਾਂ ਚੱਲਾਂ, ਉਹਨਾਂ ਦੇ ਪ੍ਰਸ਼ਾਦ ਲਈ ਚੱਕੀ ਵਿੱਚ ਦਾਣੇ ਪਾ ਕੇ ਪੀ ਹਾਂ। ਯਾਨੀ ਕਿ ਸੰਤਾਂ ਦੀ ਮੈਂ ਟਹਿਲ ਸੇਵਾ ਕਰਾਂ, ਅਤੇ ਫਿਰ ਮੇਰੇ ਗੋਬਿੰਦ ਕਿਰਪਾ ਕਰਿਓ, ਮੈਂ ਤੇਰੇ ਗੁਣਾਂ ਦਾ ਜਸ ਗਾਵਾਂ। ਸੋ ਉਹਦੀ ਕਿਰਪਾ ਦੇ ਨਾਲ ਹੀ ਸਭ ਕੁਝ ਸੇਵਾ ਮਿਲਦੀ ਆ। ਉਹਦੀ ਕਿਰਪਾ ਦੇ ਨਾਲ ਸਾਨੂੰ ਨਾਮ ਜਪਣ ਦਾ ਸਮਾਂ ਮਿਲਦਾ ਹੈ। ਕਹਿੰਦੇ ਆ ਸਾਸ ਮਨ ਨਾਮ ਸਮਾਰੈ, ਇਹ ਵਿਸਰਾਮ ਨਿਧ ਪਾਈ। ਮੇਰੇ ਮਨ ਸਾਸ ਯਾਨੀ ਕਿ 8 ਪਹਿਰ ਦਿਨ ਰਾਤ ਹਰ ਵਕਤ ਵਾਹਿਗੁਰੂ ਦਾ ਨਾਮ ਨੂੰ ਸੰਭਾਲੇ, ਯਾਨੀ ਕਿ ਹਿਰਦੇ ਵਿੱਚ ਕੰਠ ਕਰਕੇ ਰੱਖੇ। ਫਿਰ ਜੋ ਨਿਧੀ ਰੂਪੀ ਨਾਮ ਹੈ, ਜੋ ਨਾਮ ਦਾ ਖਜ਼ਾਨਾ ਹੈ, ਇਸ ਵਿੱਚ ਵਿਸਰਾਮ ਯਾਨੀ ਕਿ ਸੁਖ ਸ਼ਾਂਤੀ, ਸੁਖ ਭਰਿਆ ਅਤੇ ਸ਼ਾਂਤਮਈ ਅਸਥਾਨ ਆਸਰਾ ਮਿਲ ਜਾਂਦਾ ਹੈ। ਫਿਰ ਰਾਹ ਦੇ ਵਿੱਚ ਕਰ ਲਈ ਆ। ਤੇ ਦੂਜਾ ਪਤਾ ਆਉਂਦਾ ਹੈ, ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨਸ ਜਾਏ ਪਰਮਾਈ। ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਮੋਹ ਅਟੈਚਮੈਂਟ ਅਤੇ ਮਾਨ ਈਗੋਟਿਜ਼ਮ ਦਾ ਰੋਗ ਦੂਰ ਹੋ ਜਾਂਦਾ ਹੈ ਅਤੇ ਜੂਨਾਂ ਵਿੱਚ ਭਟਕਣਾ ਯਾਨੀ ਕਿ 84 ਦੇ ਗੇੜ ਵਿੱਚੋਂ ਖਤਮ ਹੋ ਜਾਂਦਾ ਹੈ। ਦੂਜੀ ਤੱਕ ਆਉਂਦੀ ਹੈ, ਆਨੰਦ ਰੂਪ ਰਵੇ ਸਭ ਮਦੇ, ਜਤ ਕਤ ਪੇਖੋ ਜਾਈ। ਇਹ ਆਨੰਦ ਰੂਪੀ ਵਾਹਿਗੁਰੂ ਤੂੰ ਸਾਰਿਆਂ ਵਿੱਚ ਰਵਿਆ ਹੋਇਆ ਹੈ। ਜਿੱਥੇ ਕਿਤੇ ਵੀ ਮੈਂ ਦੇਖਦਾ ਹਾਂ, ਮੈਨੂੰ ਤੂੰ ਹੀ ਨਜ਼ਰ ਆਉਂਦਾ ਹਾਂ। ਤੁਮ ਦਇਆਲ ਕਿਰਪਾ ਨਿਧ, ਪਤਤ ਪਾਵਨ ਗੁਸਾਈ। हे ਪ੍ਰਿਥਵੀ ਦੇ ਮਾਲਕ ਪ੍ਰਭੂ,
तुम दयालु हो, कृपालु हो, कृपा दे भंडार हो ਅਤੇ ਪਾਪੀਆਂ ਨੂੰ ਪਵਿੱਤਰ ਯਾਨੀ ਕਿ ਪਾਪ ਖੰਡਨ ਅਤੇ ਬਖਸ਼ਿਸ਼ਾਂ ਦੇ ਮਾਲਕ ਹੋ। ਕੋਟ ਸੁਖ ਆਨੰਦ ਰਾਜ ਪਾਏ, ਮੁਕਤ ਨਿਮਕ ਬੁਲਾਈ। ਤੇਰੀ ਕਿਰਪਾ ਦੇ ਨਾਲ ਜੇ ਮੈਂ ਇੱਕ ਨਿਮਕ ਵੀ ਤੇਰਾ ਨਾਮ ਲਵਾਂ ਤੇ ਮੈਨੂੰ ਕਰੋੜਾਂ ਰਾਜ ਪਾਤ ਸੁਖ ਆਨੰਦ ਮਿਲ ਜਾਂਦੇ ਹਨ। ਜਾਪ ਤਾਪ ਭਗਤ ਸਭ ਪੂਰੀ, ਜੋ ਪ੍ਰਭ ਕੈ ਮਨ ਭਾਈ। हे ਪ੍ਰਭੂ, ਜੋ ਤੈਨੂੰ ਪਾਉਂਦਾ ਹੈ ਉਹੀ ਜਾਪ ਤਾਪ ਅਤੇ ਭਗਤੀ ਪੂਰੀ ਹੈ। ਗੁਰੂ ਜੀ ਕਹਿੰਦੇ ਹਨ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਗੁਰੂ ਜੀ ਕਹਿੰਦੇ ਹਨ, ਨਾਮ ਜਪਣ ਨਾਲ ਮੇਰੀ ਸਭ ਤ੍ਰਿਸ਼ਨਾ ਮਿਟ ਗਈ ਹੈ ਅਤੇ ਇਸ ਕਰਕੇ ਮੇਰਾ ਮਨ ਤ੍ਰਿਪਤ ਜਾਣੀ ਕਿ ਰੱਜ ਗਿਆ ਹੈ। ਵੈਰੀ ਗੁੱਡ ਗੁਰਦੇਵ ਜੀ, ਥੈਂਕ ਯੂ ਵੈਰੀ ਮਚ। ਹੁਣ ਕੋਲ ਮੰਡੇ, ਵੈਨਸਡੇ ਤੇ ਫਰਾਈਡੇ ਹੈ। ਹਾਂਜੀ, ਮੰਡੇ ਦਾ ਆਪਣੇ ਪਰਮਜੀਤ ਨੇ ਕਰਨਾ। ਤੁਸੀਂ ਪੜ੍ਹ ਦੋਗੇ ਡਾਕਟਰ ਜੀ ਪੰਜਾਬੀ ਵਾਲਾ ਬਿਟ? ਹਾਂਜੀ, ਮੰਡੇ ਕੌਣ ਕਰ ਰਿਹਾ? ਮੰਡੇ ਪਰਮਜੀਤ ਕਰ ਰਹੀ ਹੈ। ਪਰਮਜੀਤ ਜੀ, ਤੁਸੀਂ ਪੰਜਾਬੀ ਦਾ ਪੜ੍ਹ ਦਿਓ। ਪਰਮਜੀਤ जी ਕਿੰਨੇ ਕਰੋਗੇ? पंजाबी पढ़ो तो मैं ਓਕੇ ਓਕੇ। ਕਾਇਆ ਆਪੇ ਧਨਾਸਰੀ ਮਹਲਾ ਪਹਿਲਾ। ਕਾਇਆ ਕਾਗਦ ਮਨ ਪਰਵਾਨਾ, ਸਿਰ ਕੇ ਲੇਖ ਨਾ ਪੜੇ ਇਹ ਆਨਾ। ਓਕੇ, ਇੱਥੇ ਲਿਖਿਆ ਹੈ, ਇਹ ਮਨੁੱਖ ਸਰੀਰ ਇੱਕ ਕਾਗਜ਼ ਹੈ ਅਤੇ ਮਨੁੱਖ ਦਾ ਮਨ ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਤੇ ਇਹ ਲੇਖ ਨਹੀਂ ਪੜਦਾ। ਦਰਗੇ ਪੜੀਏ ਤੀਨੇ ਲੇਖ, ਖੋਟਾ ਕਾਮ ਨਾ ਆਵੇ ਵੇਖ। ਓਕੇ, ਮਾਹਿਆ ਤੇ ਤਿੰਨ ਗੁਣਾ ਦੇ ਅਸਰ ਹੇਠ ਗਏ ਹੈ। ਕਿਤੇ ਉਹ ਕੰਮ ਦੇ ਸੰਕਾਰ ਰੱਬੀ ਨਿਯਮ ਅਨੁਸਾਰ ਹਰ ਮਨੁੱਖ ਦੇ ਮਨ ਵਿੱਚ ਉਕਰ ਜਾਂਦਾ ਹਨ। ਤੂੰ ਇੰਗਲਿਸ਼ ਵਿੱਚ ਨਹੀਂ ਕਰ ਸਕਦੀ? ਇੰਗਲਿਸ਼ ਕਰ ਸਕਦੀ ਡਾਕਟਰ। ਓਕੇ, ਨੈਕਸਟ ਲਾਈਨ ਆਫ ਇੰਗਲਿਸ਼ ਕਰ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੇ ਸਭ ਕੋਏ। Oh Nanak, if there is silver in it, then everyone proclaims it is genuine. It is genuine. खरा खरा आखे सब कोई। Again, can you repeat it? Haven't I done it? खरा Just खरा repeat it आखे again. सब कोई। Then everyone proclaims it is genuine. It is genuine. Okay. कादी कूड़ बोल मल खाए, ब्राह्मण नावे जिया घाए। The Qazi tells lies and eats filth. The Brahmin kills and then takes cleansing baths. जोगी जुगत न जाने अंध, तीने उजाड़े का बंद। The yogi is blind and does not know the way. The three of them devise their own destruction. सो जुगत जो जुगत पछाने, ਸੋ ਜੋਗੀ पुर प्रसादी एको जाने। He alone is a yogi who understands the way. By Guru's grace, he knows the one Lord. काजी सोजो उल्टा करे, गुर प्रसादी जीवत मरे। He alone is a Qazi who turns away from the world and who, by Guru's grace, remains dead while yet alive. सो ब्राह्मण जो ब्रह्म विचारे, आप तरे सगरे गुलतारे। He alone is a Brahmin who contemplates God. He saves himself and saves all his generations as well. जानस बंद सोई दिल तोवे, मुसलमान सोई मल खोए। One who cleanses his own mind is wise. One who cleanses himself of impurity is a Muslim. पढ़या बूझे सो परवान, तिस सिर दरगे का निशान। One who reads and understands
is acceptable. Upon his forehead, the only insignia is of the court of the Lord. Thank you very much. Very, very well said. Anji, Wednesday? Wednesday डॉक्टर कैलाश जी करेंगे. कौन करेगा Wednesday? कैलाश भैन जी तुसी म्यूट ते हो. हाँ जी. And Navdesh, I'm doing only one pada. राउत तक करना है भैन जी. हाँ जी, sure. Thank you. This is Guru Ramdas ji ਦੀ ਬਾਣੀ ਜੈਤਸਰੀ ਰਾਗ ਦੇ ਵਿੱਚ ਜੈਤਸਰੀ ਮੱਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ. ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ. ਕਹਿੰਦੇ ਨੇ ਮੇਰੇ ਮਨ, ਜਿੱਦਾਂ ਵਜ਼ੀਰ ਜੀ ਉਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਾਨੂੰ ਮਨ ਬਾਰੇ ਸਮਝਾਇਆ ਐਂਡ ਆਈ ਹੋਪ ਕਿ ਸਾਨੂੰ ਥੋੜੀ ਜਿਹੀ ਸਮਝ ਪਈ ਹੋਵੇ ਉਸ ਬਾਰੇ. ਉਹ ਕਹਿੰਦੇ ਨੇ ਮੇਰੇ ਮਨ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀਰਾ ਟਿਕਿਆ ਹੋਇਆ ਹੈ ਅਤੇ ਮੇਰੇ ਗੁਰੂ ਨੇ ਮੇਰੇ ਮੱਥੇ ਤੇ ਆਪਣਾ ਹੱਥ ਰੱਖਿਆ, ਜਾਣੀ ਕਿ ਗੁਰੂ ਦਾ ਹੱਥ ਮੇਰੇ ਸਿਰ ਤੇ ਰਵੇ ਹਮੇਸ਼ਾ. ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ. ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁੱਖ ਦੂਰ ਹੋ ਗਏ ਹਨ ਗੁਰੂ ਦੇ ਨਾਮ ਦਾ ਨਾਮ ਪਾ ਕੇ. ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰੇ ਸਿਰ ਤੋਂ ਪਾਪਾਂ ਦਾ ਕਰਜ਼ਾ ਉਤਰ ਗਿਆ ਹੈ. ਮੇਰੇ ਮਨ ਭਜ ਰਾਮ ਨਾਮ ਸਭ ਅਰਥਾ. ਇਹ ਮੇਰੇ ਮਨਾ ਤੂੰ ਸਦਾ ਸੁਆਮੀ ਦੇ ਨਾਮ ਦਾ ਸਿਮਰਨ ਕਰ, ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ. ਗੁਰ ਪੂਰੇ ਹਰ ਨਾਮ ਦੇ ਰੜਾਇਆ ਬਿਨ ਨਾਵੇਂ ਜੀਵਨ ਬਿਰਥਾ. ਵਾਹਿਗੁਰੂ ਨੇ ਮੇਰੇ ਉੱਤੇ ਬਹੁਤ ਬਖਸ਼ਿਸ਼ ਕੀਤੀ ਹੈ, ਮੇਰੇ ਅੰਦਰ ਰੱਬ ਦਾ ਨਾਮ ਦੀ ਦ੍ਰਿੜਤਾ ਵਸਾਈ ਹੈ. हे ਸੱਚੇ ਪਿਤਾ, ਤੇਰੇ ਨਾਮ ਤੋਂ ਬਗੈਰ ਜ਼ਿੰਦਗੀ ਬਿਲਕੁਲ ਵਿਅਰਥ ਹੈ. ਐਕਸਲੈਂਟ, ਵੈਰੀ ਗੁੱਡ. ਹਾਂਜੀ ਹਾਂਜੀ. ਫਰਾਈਡੇ ਦਾ ਹੁਣ ਆਪਾਂ ਕਰਨਾ ਹੈ, ਦਵਿੰਦਰ ਭੈਣ ਜੀ ਕਰਨਗੇ ਰਾਉਤ ਤੱਕ. ਸੂਹੀ ਮਹੱਲਾ ਪਹਿਲਾ ਕਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ. ਇੱਥੇ ਐਗਜ਼ਾਮਪਲ ਦਿੱਤੀ ਆ ਗੁਰੂ ਜੀ ਨੇ. ਉਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਸ. ਕਹਿਆ ਹੁੰਦਾ ਆ ਜਿਹੜਾ ਬ੍ਰੌਂਜ਼ ਤੇ ਉਜਲ ਚਮਕਣਾ ਜਿਹੜਾ. ਤੇ ਕਹਿੰਦਾ ਕਿ ਕਹਿਆ ਜਿਹੜਾ ਹੈ ਇਹ ਇਹਦਾ ਭਾਂਡਾ ਜਦੋਂ ਇਹਨੂੰ ਚਮਕਾਉਂਦੇ ਅਸੀਂ ਇਹਨੂੰ ਧੋਂਦੇ ਆ ਓਦਾਂ ਇਹ ਬਹੁਤ ਚਮਕਦਾ ਆ, ਪਰ ਜਦੋਂ ਧੋਂਦੇ ਆ ਇਸ ਦੇ ਵਿੱਚੋਂ ਕਾਲੀ ਸਿਆਹੀ ਵਰਗੀ ਕਾਲੀ ਇੰਕ ਵਰਗਾ ਕਾਲਕ ਨਿਕਲਦੀ ਆ. ਤੇ ਜਦੋਂ ਵੀ ਧੋਈਦਾ ਆ ਫਿਰ ਵੀ ਇਹਦੇ ਵਿੱਚ ਕਾਲਕ ਹੀ ਨਿਕਲਦੀ ਆ, ਪਰ ਓਦਾਂ ਬਹੁਤ ਚਮਕਦਾ ਆ. ਤੇ ਇਸੇ ਤਰ੍ਹਾਂ ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਨਾ. ਇਸੇ ਤਰ੍ਹਾਂ ਇਨਸਾਨ ਨੂੰ ਸਾਨੂੰ ਦੱਸਿਆ ਆ ਕਿ ਸਾਡਾ ਸਰੀਰ ਜਿਹੜਾ ਆ ਇਹਦੇ ਵਿੱਚ ਜਿਹੜਾ ਹਿਰਦਾ ਆ ਮਨ ਆ ਇਹਦੇ ਵਿੱਚ ਵਿਕਾਰਾਂ ਦੀ ਮੈਲ ਭਰੀ ਹੋਈ ਆ. ਉਹ ਅਸੀਂ ਜਿੰਨਾ ਮਰਜ਼ੀ ਤੀਰਥਾਂ ਤੇ ਜਾ ਕੇ ਧੋ ਲਈਏ ਉਹ ਧੋ ਨਹੀਂ ਸਕਦੇ ਜਿੰਨਾ ਚਿਰ ਸਾਡੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਜਾਂਦਾ. ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ. ਉਹੀ ਸਾਡੇ ਸੱਜਣ ਮਿੱਤਰ ਆ ਜਿਹੜੇ ਸਾਡੇ ਟਾਈਮ ਸਿਰ ਕੰਮ ਆਉਣ ਹਨਾ. ਤੇ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ. ਜਿੱਥੇ ਸਾਨੂੰ ਜ਼ਰੂਰਤ ਪਵੇ ਉੱਥੇ ਹੀ ਸਾਨੂੰ ਉੱਥੇ ਖੜੇ ਹੋਣ ਸਾਡੇ ਨਾਲ. ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਦੁਨੀ ਚੰਦ ਮਿਲੇ ਸੀਗੇ ਜੋ ਕਿ ਬਹੁਤ ਕਹਿੰਦੇ ਰਿਚ ਸੀਗਾ ਤੇ ਉਹਦੇ 7 ਝੰਡੇ ਝੂਲਦੇ ਸੀਗੇ. ਤੇ ਗੁਰੂ ਜੀ ਨੂੰ ਜਦੋਂ ਮਿਲੇ ਤਾਂ ਗੁਰੂ ਜੀ ਨੇ ਉਸਨੂੰ ਸੂਈ ਦਿੱਤੀ. ਕਹਿੰਦੇ ਕਿ ਇਹ ਸੂਈ ਮੈਂ ਅਗਲੇ ਜਨਮ ਦੇ ਵਿੱਚ ਲਵਾਂਗਾ. ਤੇ ਉਹ ਆਪਣੇ ਘਰ ਜਾ ਕੇ ਆਪਣੀ ਵਾਈਫ ਨੂੰ ਦੱਸਦਾ ਆ ਕਿ ਆ ਮੈਨੂੰ ਗੁਰੂ ਜੀ ਨੇ ਸੂਈ ਦਿੱਤੀ ਆ. ਕਹਿੰਦੇ ਵੀ ਅਗਲੇ ਜਨਮ ਦੇ ਵਿੱਚ ਲਵਾਂਗਾ, ਅਗਲੇ ਜਨਮ ਚ ਕਿੱਦਾਂ ਲੈ ਸਕਦੇ ਆ ਸੂਈ ਮੇਰੇ ਕੋਲ ਹਨਾ. ਤੇ ਉਹਨਾਂ ਦੀ ਵਾਈਫ ਨੇ ਦੱਸਿਆ ਕਿ ਤੁਸੀਂ ਸਮਝੇ ਨਹੀਂ ਗੁਰੂ ਜੀ ਦੀ ਗੱਲ ਕਿ ਉਹ ਇਹੀ ਕਹਿ ਰਹੇ ਆ ਕਿ ਇਹ ਜਿਹੜਾ ਧਨ ਆ ਤੇਰਾ ਇਹ ਤੇਰੇ ਨਾਲ ਨਹੀਂ ਜਾ ਸਕਦਾ. ਇੱਕ ਸੂਈ ਵੀ ਤੇਰੇ ਨਾਲ ਜਾ ਨਹੀਂ ਸਕਦੀ ਜਦੋਂ ਤੂੰ ਚਲੇ ਜਾਵੇਂਗਾ ਇਸ ਦੁਨੀਆ ਤੇ. ਇੱਕ ਪਰਮਾਤਮਾ ਦਾ ਨਾਮ ਲੈਣਾ ਉਹੀ ਤੇਰੇ ਨਾਲ ਜਾਣਾ ਆ. ਸੋ ਇਹ ਇਸ ਦੀ ਵਿਆਖਿਆ ਹੈ. ਥੈਂਕ ਯੂ ਵੈਰੀ ਮਚ ਦਵਿੰਦਰ ਜੀ. ਹੁਣ ਕੁਝ ਅਰਲੀ ਮਾਰਨਿੰਗ ਜਿਹੜੇ ਸ਼ਬਦ ਨੇ ਉਹਨਾਂ ਦੀਆਂ ਕੁਝ ਤੁਕਾਂ ਦੇਖਾਂਗੇ. ਅੱਜ ਤੋਂ ਸ਼ੁਰੂ ਕਰਦੇ ਹਾਂ. ਅੱਜ ਵੀ ਆਪਣੇ ਉਹਦਾ ਕਰਨਾ ਆਪਣੇ ਸੰਗਰਾਮ ਦਾ ਕਰਨਾ ਸੀ ਕਿ ਰਹਿੰਦੀ ਉਹਨੂੰ. ਹਾਂਜੀ ਸੰਗਰਾਮ ਦਾ ਮੈਂ ਕਰ ਲਾਂ ਉਹਦੇ ਬਾਅਦ ਤੁਸੀਂ ਕਰ ਲੈਣਾ. ਠੀਕ ਹੈ ਠੀਕ ਹੈ. ਇਹ ਗੁਰੂ ਅਰਜਨ ਦੇਵ ਜੀ ਦਾ ਫਿਰ ਸ਼ਬਦ ਹੈ. ਔਰ ਗੁਰਪੂਰੇ ਜਬ ਭਏ ਦਿਆਲ
दुख बिन से पूरन पई काल। ते जिहड़ी लाइन बार बार रिपीट करते ने वो हैगी है, पेख पेख जीवा दर्श तुम्हारा, चरण कमल जाई बलहारा। के पेख पेख जीवा दर्श, देख वर्ड ਨੂੰ ਉਹਨਾਂ ਨੇ पेख लिखिया और ਇਹ बहुत जगह पंजाबी ਦੇ ਵਿੱਚ ਦਾ ਤੇ ਪਾ ਚੇਂਜ ਹੋਏ ਨੇ। ਸੋ ਇੱਥੇ परमात्मा ਨੂੰ दर्शन, परमात्मा ਦੇ ਦਰਸ਼ਨ ਦੀ ਜਿਹੜੀ ਮੰਗ ਹੈ ਉਹਦੇ ਬਾਰੇ ਗੁਰੂ ਸਾਹਿਬ ਗੱਲ ਕਰ ਰਹੇ ਨੇ। ਫਰਾਈਡੇ ਨੂੰ ਗੁਰੂ ਅਮਰਦਾਸ ਜੀ ਦਾ ਰਾਗ ਧਨਾਸਰੀ ਦਾ बहुत फेर पए किरपन को, अब किस कृपा कीजे, होए दयाल दर्शन देव अपना, ऐसी बख्श करीजे। वैसे तो बड़ा लंबा शब्द है पर ये जड़ी तुक है उन्होंने बार बार पढ़ी है कि होए दयाल दर्शन देव अपना, ऐसी बख्श करीजे। कि परमात्मा जे तू बख्शिश करता है तो फिर अपने दर्शन दे। थर्सडे गुरु नानक साहब का शब्द है, आओ सजना। ये बहुत बार रिपीट होता है, हर हफ्ते एक दो बारी तो जरूर आऊंगा। आओ सजना या देखा दर्शन तेरा राम, घर अपने खड़ी तका, मैं मन चाहो गनेरा राम। बड़ा दिल नूं छू जाने वाला शब्द है कि तुसी उड़ीक कर रहे हो परमात्मा दी कि परमात्मा किसी तरह तू आके मैनू दर्शन दे। मैं अपने घर खिड़की ते खड़ी हाँ, दरवाजे ते खड़ी हाँ, ते मैनू आके तू अपने दर्शन दे। वेडनेसडे गुरु अर्जन देव जी का, गुरु जी के दर्शन को बल जाओ, जब जब जीवा सतगुरु नाओ। ये भी शब्द बहुत बार रिपीट होया और जिहड़ी लाइन बार बार पढ़ते हैं वो यही है, गुरु जी के दर्शन को बल जाओ, जप जप जीवा सतगुरु नाओ। ट्यूसडे फिर भगत रविदास का, भगत रविदास ते कबीर जी के दो ही शब्द ने जिहड़े बार बार रिपीट होंदे ने। ये गुरु ये भगत रविदास का, सगल भवन के नायका, एक छिन दर्श दिखाए जियो। सो इस लाइन नूं राहो दी लाइन है उन्हां दी जिहड़ी वो बहुत बारी पढ़ते हैं जब तक कि बाबा जी पीठ पहुँच नहीं जाती। मंडे नूं है गुरु रामदास जी का, हर दर्शन दिओ हर आस तुहारी। ये भी बहुत रिपीट होया, हर दर्शन दिओ हर आस तुम्हारी, कर कृपा लोच पूर हमारी। साडी बस इक्को ही तमन्ना है, ये अकाल पुरख तू सानू दर्शन दे। ओके नवतेज जी, ऑल टू यू। हाँ जी, अच्छा ਇਹ ਜਿਹੜਾ ਆਪਾਂ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੰਡੇ ਸੀਗੀ ਆਪਣੇ ਭਾਦੋ ਦੀ ਸੰਗਰਾਂਦ ਸੀਗੀ ਤੇ ਇਹਦੇ ਵਿੱਚ ਜਿਹੜੀਆਂ ਥੋੜੀਆਂ ਤੁਕਾਂ ਮੈਂ ਉਹਦੇ ਵਿੱਚ ਮੈਂ ਟਰਾਈ ਕਰਾਂਗਾ ਐਕਸਪਲੇਨ ਕਰਨ ਦੀ। ਤੇ ਇੱਥੇ ਮੇਨ ਚੀਜ਼ ਹੈ ਸਾਰੇ ਆਪਣੇ ਸ਼ਬਦ ਦਾ ਜਿਹੜਾ ਇਸ ਪਦੇ ਦਾ ਜਿਹੜਾ ਮੀਨਿੰਗ ਹੈ ਕਿ ਜਿਹੜੀ ਜੀਵ ਇਸਤਰੀ ਹੈ ਉਸ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ ਕਿ ਇਹਦੇ ਵਿੱਚ ਵੀ ਸਾਨੂੰ ਇਨਸਟਰਕਸ਼ਨਸ ਮਿਲ ਰਹੀਆਂ ਨੇ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ, ਕਿ ਨਾਮ ਹੀ ਸਭ ਕੁਝ ਤੁਹਾਡੇ ਵਾਸਤੇ ਹੈ। ਸੋ ਇਹ ਸਟਾਰਟ ਹੁੰਦੀ ਹੈ ਇਸ ਤਰ੍ਹਾਂ ਕਿ ਪਾਦੂਏ ਭਰਮ ਭੁਲਾਣਿਆ ਦੂਜੇ ਲਾਗਾ ਹੇਤ। ਸੋ ਕਹਿੰਦੇ ਕਿ ਇੱਥੇ ਜੀਵ ਇਸਤਰੀ ਨੂੰ ਦੱਸਦੇ ਹਨ ਕਿ ਜਿਹੜਾ ਪ੍ਰਭੂ ਹੈ ਉਸ ਨੂੰ ਤੂੰ ਛੱਡ ਕੇ ਤੂੰ ਹੋਰ ਪਾਸੇ ਲੱਗ ਗਿਆ ਹੈ। ਜੀਵ ਇਸਤਰੀ ਨੂੰ ਕਹਿੰਦੇ ਹਨ ਕਿ ਉਸ ਨੂੰ ਸਾਵਧਾਨ ਕਰਦੇ ਹਨ ਕਿ ਉਸ ਦੇ ਨਾਲ ਤੈਨੂੰ ਕੀ ਹੋਏਗਾ ਕਿ ਤੂੰ ਲੱਖ ਸਿਗਾਰ ਬਣਾਇਆ ਕਾਰਜ ਨਹੀਂ ਕੇਤ, ਕਿ ਤੂੰ ਚਾਹੇ ਜਿੰਨੇ ਮਰਜ਼ੀ ਸਿਗਾਰ ਕਰੀ ਜਾ ਕਿ ਉਹਨਾਂ ਦਾ ਕੋਈ ਵੀ ਫਾਇਦਾ ਹੀ ਨਹੀਂ ਹੈ, ਉਸ ਨਾਲ ਤੇਰੇ ਕਾਰਜ ਨਹੀਂ ਪੂਰੇ ਹੋਣਗੇ। ਸੋ ਇੱਥੇ ਕਹਿੰਦੇ ਹਨ ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕਿਸਨ ਪ੍ਰੇਤ। ਸੋ ਇੱਥੇ ਕਹਿੰਦੇ ਨੇ ਕਿ ਜਿਸ ਦਿਨ ਇਹ ਜਿਹੜੀ ਤੇਰੀ ਦੇਹ ਹੈ, ਜਿਸ ਦਿਨ ਇਸ ਸਰੀਰ ਨੂੰ ਤੂੰ ਤਿਆਗ ਜਾਣਾ ਹੈ, ਉਸ ਦਿਨ ਤੈਨੂੰ ਸਾਰੇ ਜਾਣੇ, ਜਿਸ ਆਪਾਂ ਸੁਣਦੇ ਹਾਂ ਇੰਡੀਆ 'ਚ ਵੀ ਕਹਿੰਦੇ ਹਨ ਕਿ ਇਹ ਤਾਂ ਹੁਣ ਭੂਤ ਪ੍ਰੇਤ ਬਣ ਗਿਆ ਹੈ। ਸੋ ਇਸ ਤਰ੍ਹਾਂ ਉਹਨੂੰ ਸਾਵਧਾਨ ਕਰਦੇ ਹਨ ਕਿ ਤੂੰ ਜੋ ਵੀ ਕਰੀ ਜਾ ਰਿਹਾ ਇਹ ਤੇਰੇ ਕੋਈ ਕੰਮ ਨਹੀਂ ਆਉਣਾ, ਤੈਨੂੰ ਜਦੋਂ ਤੇਰੇ ਸਰੀਰ ਤੋਂ ਤਿਆਗ ਦਿੱਤਾ ਤੈਨੂੰ ਸਾਰੇ ਪ੍ਰੇਤ ਕਹਿਣਗੇ। ਸੋ ਫਿਰ ਕਹਿੰਦੇ ਹਨ ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਨੀ ਭੇਦ, ਕਿ ਤੈਨੂੰ ਜਿਸ ਦਿਨ ਉਹ ਜਮਾਂ ਨੇ ਤੇਰੇ ਕੋਲੇ ਆ ਜਾਣਾ ਹੈ, ਤੈਨੂੰ ਬਸ ਫੜ ਲੈਣਾ ਉਹਨਾਂ ਨੇ, ਉਹ ਭੇਦ ਕੋਈ ਨਹੀਂ ਜਾਣਦਾ ਹੈ, ਉਹ ਕਦੋਂ ਮੌਤ ਆਉਣੀ ਹੈ ਤੈਨੂੰ ਇਹ ਨਹੀਂ ਪਤਾ ਹੈ, ਇਹ ਜੀਵ ਇਸਤਰੀ। ਸੋ ਫਿਰ ਇੱਥੇ ਕਹਿੰਦੇ ਹਨ ਛੱਡ ਕਰੋਤੇ ਖਿਨੇ ਮਾਹੇ ਜਿਨ ਸਿਉ ਲਾਗਾ ਹੇਤ, ਕਿ ਕਹਿੰਦੇ ਹਨ ਕਿ ਜਿਹੜੇ ਵੀ ਜਿਨ੍ਹਾਂ ਸੰਬੰਧੀਆਂ ਨਾਲ ਤੈਨੂੰ ਇੰਨਾ ਪਿਆਰ ਹੈ, ਜਿਨ੍ਹਾਂ ਨਾਲ ਤੂੰ ਇੰਨਾ
ਪਿਆਰ ਬਣਾਇਆ ਰੱਖਿਆ ਹੈ, ਉਹ ਉਹਨਾਂ ਨੇ ਪਹਿਲਾਂ ਤੈਨੂੰ ਛੱਡ ਜਾਣਾ ਹੈ। ਉਹਨਾਂ ਨੇ ਕਹਿਣਾ ਕਿ ਤੂੰ ਭੂਤ ਪ੍ਰੇਤ ਬਣ ਗਿਆ, ਇਹਨੂੰ ਕੱਢ ਕੇ ਬਾਹਰ ਰੱਖੋ ਇਹਨੂੰ। ਸੋ ਫਿਰ ਕਹਿੰਦੇ ਹਨ ਹੱਥ ਮਰੋੜੇ ਤਨ ਕੱਪੇ ਸੁਆਹੋ ਹੋਏ ਹੋਆ ਸੇਤ। ਸੋ ਕਹਿੰਦੇ ਹਨ ਕਿ ਇਹ ਜੋ ਜੀਵ ਇਸਤਰੀ ਹੈ, ਤੂੰ ਮੌਤ ਜਦੋਂ ਆ ਗਈ ਕਿ ਤੈਨੂੰ ਇਹਨੂੰ ਬਹੁਤ ਤੇਰੇ ਕੋਲੋਂ ਤੈਨੂੰ ਇਹ ਮੌਤ ਤੋਂ ਬੜਾ ਤੂੰ ਪਛਤਾਏਂਗਾ, ਤੂੰ ਬੜਾ ਡਰੇਂਗਾ। ਕਿ ਜਿੱਦਾਂ ਕਹਿੰਦੇ ਹਨ, ਜਿੱਦਾਂ ਆਪਾਂ ਇੰਗਲਿਸ਼ ਵੀ ਕਹਿੰਦੇ ਹਨ ਕਿ ਜਿੱਦਾਂ ਤੇਰਾ ਰੰਗ ਇੱਕਦਮ ਚਿੱਟਾ ਹੋ ਜਾਏਗਾ, ਕਿ ਤੇ ਚਿੱਟਾ ਹੋ ਜਾਏਗਾ ਤੇਰਾ ਰੰਗ, ਕਿ ਤੂੰ ਇੰਨਾ ਤੇਰੇ ਕੋਲੋਂ ਡਰ ਹੋਏਗਾ ਇਹ ਮੌਤ ਦਾ। ਫਿਰ ਕਹਿੰਦੇ ਹਨ ਕਿ ਪਰ ਇਹ ਜੀਵ ਇਸਤਰੀ ਨੂੰ ਸਮਝਾਉਂਦੇ ਹਨ ਕਿ ਜਿਹਾ ਬੀਜੇ ਸੋ ਲੂਣੇ ਕਰਮਾ ਸੰਦੜਾ ਖੇਤ, ਕਿ ਜੋ ਤੂੰ ਕਰਮ ਕੀਤੇ ਹਨ ਉਹ ਕਰਮਾਂ ਜੋ ਕਰਮ ਕੀਤੇ ਹਨ, ਜਿੱਦਾਂ ਤੂੰ ਬੀਜਿਆ ਹੈ ਉਹ ਤੈਨੂੰ ਭੁਗਣਾ ਪਏਗਾ। ਸੋ ਇਹ ਸਾਵਧਾਨ ਕਰਦੇ ਹਨ ਕਿ ਤੂੰ ਅੱਛੇ ਕਰਮ ਕਰ, ਮਤਲਬ ਕਿ ਨਾਮ ਦੇ ਰਾਹੀਂ ਅੱਛੇ ਕਰਮ ਕਰ, ਕਿ ਤੈਨੂੰ ਇਹ ਜੋ ਦਿਨ ਹੋਏਗਾ ਤੈਨੂੰ ਇਹਦੇ ਵਿੱਚੋਂ ਤੈਨੂੰ ਡਰਨਾ ਨਹੀਂ ਪਏਗਾ, ਕਿ ਤੈਨੂੰ ਭੂਤ ਪ੍ਰੇਤ ਨਾਲ ਤੂੰ ਭੂਤਾ ਪ੍ਰੇਤਾ ਤੋਂ ਨਹੀਂ ਡਰੇਗਾ, ਤੇ ਤੈਨੂੰ ਇਸ ਤਰ੍ਹਾਂ ਨਹੀਂ ਕਹਿਣਗੇ ਤੇਰੇ ਸਾਥ ਸੰਬੰਧੀ। ਫਿਰ ਕਹਿੰਦੇ ਹਨ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਸੋ ਇੱਥੇ ਸਮਝਾਉਂਦੇ ਹਨ ਜੀਵ ਇਸਤਰੀ ਨੂੰ ਕਿ ਤੂੰ ਇਸ ਤਰ੍ਹਾਂ ਕਰ ਕਿ ਤੂੰ ਇਹ ਜਿਹੜੇ ਆਪਣੇ ਆਪ ਨੂੰ ਸ਼ਿੰਗਾਰ ਕਰਦੀ ਫਿਰਦੀ ਹੈ, ਜੋ ਵੀ ਤੂੰ ਕਰ ਰਿਹਾ, ਕਿ ਇਹ ਸਾਰਾ ਕੁਝ ਛੱਡ ਦੇ, ਕਿ ਜੋ ਤੈਨੂੰ ਰੱਬ ਨੇ ਦਿੱਤਾ ਹੈ ਨਾਮ ਹੀ ਤੇਰੀ ਬੋਹਿਤ ਹੈ, ਕਿ ਨਾਮ ਇਜ਼ ਦ ਬੋਟ, ਕਿ ਉਸ ਦੇ ਰਾਹੀਂ ਤੂੰ ਵਾਹਿਗੁਰੂ ਦੇ ਨਾਲ ਜੁੜਿਆ ਰਹਿ। ਜੀਵ ਇਸਤਰੀ ਤੂੰ ਜੁੜੀ ਰਹਿ ਉਸ ਦੇ ਨਾਲ, ਕਿ ਸੇ ਭਾਦਵੇ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ, ਕਿ ਜੇ ਤੂੰ ਰੱਬ ਦੇ ਨਾਮ, ਤੂੰ ਵਾਹਿਗੁਰੂ ਦੇ ਨਾਮ ਨਾਲ ਜੁੜੀ ਰਹੇਂਗੀ, ਕਿ ਇਹ ਜੋ ਨਰਕ ਹੈ ਇਹ ਤੈਨੂੰ ਦੇਖਣਾ ਨਹੀਂ ਪਏਗਾ, ਕਿ ਇਹ ਭਾਦੋ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਆਪਣੇ ਅਲੰਕਾਰ ਦਿੱਤਾ ਹੈ ਕਿ ਇਸ ਭਾਦੋ ਦੇ ਮਹੀਨੇ ਦੇ ਵਿੱਚ ਤੈਨੂੰ ਵਾਹਿਗੁਰੂ ਹੀ ਤੇਰੀ ਰੱਖਿਆ ਕਰੇਗਾ, ਤੈਨੂੰ ਨਰਕ ਨਹੀਂ ਦੇਖਣਾ ਪਏਗਾ। ਥੈਂਕ ਯੂ ਵੈਰੀ ਮਚ ਜੀ। ਕਲਾਸ ਜੀ ਤੁਸੀਂ ਬੋਲੋ, ਆਨੰਦ ਸਾਹਿਬ ਦੀ 40ਵੀਂ ਪੌੜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣ, सुनते पुनीत कहते पवित्र सतगुर दया पर पूरे, बिनवंत नानक गुर चरण लागे वाजे अनहत तूरे, बिनवंत नानक गुर चरण लागे वाजे अनहत तूरे। वाहिगुरु जी का खालसा, वाहिगुरु जी की फतेह। Thank you very much for being in the class. ਤੁਹਾਡੇ ਸਾਰਿਆਂ ਦੀ contribution is being appreciated. ਸਾਰੇ ਹੀ ਬੜੀ ਮਿਹਨਤ ਨਾਲ ਕਰਕੇ ਆਉਂਦੇ ਹੋ, ਅਕਾਲ ਪੁਰਖ ਦੇ ਨਾਲ ਇੱਕ ਦੂਜੇ ਨੂੰ ਜੋੜਦੇ ਹੋ। ਵਾਹਿਗੁਰੂ ਹਮੇਸ਼ਾ ਤੁਹਾਡੇ ਸਾਰਿਆਂ ਦੇ ਅੰਗ ਸੰਗ ਰਹੇ, ਔਰ ਤੁਸੀਂ ਇਸੇ ਤਰ੍ਹਾਂ ਹੀ ਇੱਕ ਦੂਜੇ ਦੇ ਨਾਲ ਇੱਥੇ ਵੀ ਜੁੜੇ ਰਹੋ, ਅਕਾਲ ਪੁਰਖ ਦੇ ਚਰਨਾਂ ਨਾਲ ਵੀ ਜੁੜੇ ਰਹੋ, ਗੁਰੂ ਨਾਨਕ ਦੇ ਚਰਨ ਪਕੜੀ ਰੱਖੋ, ਗੁਰੂ ਗੋਬਿੰਦ ਸਿੰਘ ਦੇ ਸਿਪਾਹੀ ਬਣ ਕੇ ਰਹੋ। Thank you coming every week and inspiring us to be joining this class. Thank you, Dr. Sir. Thank you to the both. Thank you. Thank you everyone. Thank you. Have a nice day, everybody. Thank you. Thank you.